ਸਾਂਝਾ ਪੰਜਾਬ ਦੇਖਣ ਜਾ ਰਹੇ ਸਾਰੇ ਦਰਸ਼ਕਾਂ ਨੂੰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਂਝਾ ਪੰਜਾਬ ਰੇਡੀਓ ਟੀਵੀ ਤੁਸੀਂ 2 ਦਿਨ ਸੁਣਦੇ ਹੋ। ਸਾਂਝਾ ਪੰਜਾਬ ਤੁਸੀਂ ਰੇਡੀਓ 2 ਦਿਨ ਸੁਣਦੇ ਹੋ, ਸੈਚਰਡੇ ਵਾਲੇ ਦਿਨ 10 ਤੋਂ 11 ਅਤੇ ਸੰਡੇ ਨੂੰ ਤੁਸੀਂ ਸੁਣਦੇ ਹੋ 10 ਤੋਂ ਲੈ ਕੇ 12 ਵਜੇ ਤੱਕ। ਜ਼ਿਆਦੀਆਂ ਗੱਲਾਂ ਨਾ ਕਰਦੇ ਹੋਏ ਤੁਹਾਨੂੰ ਲੈ ਚੱਲੀਏ ਅਸੀਂ ਚੰਡੀਗੜ੍ਹ। ਪੇਸ਼ ਕਰਦੇ ਹਾਂ ਤੁਹਾਡੇ ਵਾਸਤੇ ਖਬਰਾਂ। ਸੁਸ਼ੀਲ ਦਸਾਂਝ ਸਾਹਿਬ ਸਾਡੇ ਨਾਲ ਹਾਜ਼ਰ ਨੇ। ਇਹ ਸਾਡੀ ਸੈਗਮੈਂਟ ਨੂੰ ਹਮੇਸ਼ਾ ਤਰ੍ਹਾਂ ਸਹਿਯੋਗ ਦਿੰਦੇ ਨੇ। ਸਵੀਟ ਮਹਿਲ 416 679 9191, ਸਟੀਵਨ ਫਰਨੀਚਰ 905 790 0560, ਗਰਲ ਸਵੀਟ ਐਂਡ ਸਮੋਸਾ ਫੈਕਟਰੀ 905 799 2616 ਅਤੇ ਇਸ ਦੇ ਨਾਲ ਨਾਲ ਟੀਮ ਦਸਾਂਝ ਤੋਂ ਵਿਕਰਮ ਦਸਾਂਝ 905275577777, ਨਿਊ ਮਿਲੇਨੀਅਮ ਟਾਇਰ ਸੈਂਟਰ 905 452 0111 ਅਤੇ ਸਕਾਈ ਇਮੀਗ੍ਰੇਸ਼ਨ ਤੋਂ ਅਮਰਦੀਪ ਤੇ ਰਵੀ 627 297 0968। ਤੇ ਲਓ ਲੈ ਚਲੀਏ ਤੁਹਾਨੂੰ ਚੰਡੀਗੜ੍ਹ ਲਾਈਵ। ਸਾਡੇ ਨਾਲ ਹਾਜ਼ਰ ਨੇ ਸੁਸ਼ੀਲ ਦਸਾਂਝ ਸਾਹਿਬ। ਦਸਾਂਝ ਸਾਹਿਬ ਜੀ ਆਨ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਬਹੁਤ ਸਾਂ ਜੀ। ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਾਰੇ ਜਿਹੜੇ ਸਾਡੇ ਦਰਸ਼ਕ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾ ਨਮਸਕਾਰ। ਦੂਜੀ ਗੱਲ ਇਹ ਹੈ ਕਿ ਕਿਉਂਕਿ ਅਸੀਂ ਅਕਸਰ ਚੰਡੀਗੜ੍ਹ ਤੋਂ ਚਰਚਾ 'ਚ ਸ਼ਾਮਲ ਹੁੰਦੇ ਆ ਤੇ ਇਸ ਕਰਕੇ ਜ਼ੁਬਾਨ ਤੇ ਚੰਡੀਗੜ੍ਹ ਚੜਿਆ ਹੁੰਦਾ ਤੇ ਅਸਲ 'ਚ ਅਸੀਂ ਚੰਡੀਗੜ੍ਹ ਨਹੀਂ, ਇਸ ਵਕਤ ਵੀ ਸਿੰਘੂ ਕੁੰਡਲੀ ਬਾਰਡਰ ਤੇ ਆ। ਲਾਈਵ ਪ੍ਰੋਗਰਾਮ ਪੇਸ਼ ਕਰਦੇ ਉਦੋਂ ਨਹੀਂ ਉਦੋਂ ਵਿਅਕਤੀ ਨੂੰ ਪਤਾ ਨਹੀਂ ਲੱਗਦਾ ਵੀ ਚੰਡੀਗੜ੍ਹ ਤੋਂ ਕਿ ਦਿੱਲੀ ਤੋਂ। ਮੇਰੇ ਤੋਂ ਵੀ ਕਈ ਵਾਰੀ ਏਦਾਂ ਹੋ ਜਾਂਦਾ ਵੀ ਕਿਉਂਕਿ ਜ਼ੁਬਾਨ ਤੇ ਉਹ ਲਫ਼ਜ਼ ਚੜੇ ਹੁੰਦੇ ਤੁਹਾਡੇ, ਰੋਜ਼ ਤੁਸੀਂ ਜਿੱਥੋਂ ਬੈਠ ਕੇ ਖਬਰਾਂ ਦੇ ਬੁਲੇਟਿਨ ਕਰਦੇ ਹੋ ਜਾਂ ਲਾਈਵ ਹੁੰਦੇ ਹੋ ਤੇ ਕਈ ਵਾਰੀ ਉਹ ਮੂੰਹ ਚੋਂ ਨਿਕਲ ਜਾਂਦਾ। ਪਰ ਤੁਹਾਨੂੰ ਇੱਥੇ ਪਲ ਪਲ ਦੀ ਖਬਰ ਅਸੀਂ ਸਿੰਘੂ ਕੁੰਡਲੀ ਬਾਰਡਰ ਤੋਂ ਦੇ ਰਹੇ ਹਾਂ। ਉੱਥੋਂ ਹੀ ਅਸੀਂ ਇਸ ਵਕਤ ਗੱਲ ਕਰ ਰਹੇ ਹਾਂ। ਥੋੜਾ ਸਾਈਡ ਤੇ ਹੋ ਕੇ ਸਾਨੂੰ ਗੱਲ ਕਰਨੀ ਪੈਂਦੀ ਹੈ ਕਿਉਂਕਿ ਇੱਥੇ ਜੈਮਰ ਬਹੁਤ ਵੱਡੇ ਵੱਡੇ ਲੱਗੇ ਹੋਏ ਨੇ। ਉਹਦੇ ਬਾਵਜੂਦ ਸਾਡਾ ਯਤਨ ਹੁੰਦਾ ਹੈ ਕਿ ਤੁਹਾਡੇ ਤੱਕ ਲਾਈਵ ਹੋ ਕੇ ਅਸੀਂ ਜਿਹੜੇ ਹਾਲਾਤ ਨੇ ਉਹਦੇ ਬਾਰੇ ਵੀ ਚਰਚਾ ਕਰੀਏ ਤੇ ਜਿਹੜੇ ਨਵੇਂ ਐਕਸ਼ਨ ਪਲਾਨ ਹੋਏ ਨੇ ਕਿਸਾਨ ਜਥੇਬੰਦੀਆਂ ਵੱਲੋਂ ਉਹ ਵੀ ਕਰੀਏ। ਕੁਝ ਵੱਡੀਆਂ ਖਬਰਾਂ ਨੇ ਅੱਜ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮੈਂ ਤੇ ਮੇਰੇ ਨਾਲ ਕਮਲ ਦੋਸਾਂਝ ਹੋਰੀ ਵੀ ਨੇ। ਅਸੀਂ ਪਹਿਲੇ ਦਿਨ ਤੋਂ ਹੀ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਸਾਂਝਾ ਪੰਜਾਬ ਰੇਡੀਓ ਤੇ ਟੈਲੀਵਿਜ਼ਨ ਵੱਲੋਂ ਜਾ ਰਹੇ ਹਾਂ ਤੇ ਵਿੱਚੋਂ ਅਸੀਂ ਹਫ਼ਤੇ 'ਚ ਇੱਕ ਦਿਨ ਚਲੇ ਜਾਂਦੇ ਹਾਂ ਚੰਡੀਗੜ੍ਹ ਵਾਪਸ ਤੇ ਮੁੜ ਕੇ ਫੇਰ ਆ ਜਾਂਦੇ ਹਾਂ ਤੇ ਇਸੇ ਤਰ੍ਹਾਂ ਇਹ ਸਿਲਸਿਲਾ ਜਾਰੀ ਹੈ ਤੇ ਇਸੇ ਤਰ੍ਹਾਂ ਸਿਲਸਿਲਾ ਜਾਰੀ ਰਹੇਗਾ ਉਦੋਂ ਤੱਕ ਜਦੋਂ ਤੱਕ ਇਹ ਅੰਦੋਲਨ ਸਫਲ ਨਹੀਂ ਹੋ ਜਾਂਦਾ। ਦੂਜੀ ਗੱਲ ਜਿਹੜੀ ਬੜੀ ਮੈਂ ਸਪਸ਼ਟ ਕਹਿਣੀ ਚਾਹੁੰਦਾ, ਪੱਤਰਕਾਰੀ ਆਪਣੀ ਥਾਂ ਦੇ ਉੱਤੇ ਹੈ। ਅਸੀਂ ਅਕਸਰ ਇਹ ਗੱਲ ਕਰਦੇ ਹਾਂ, ਜਰਨਲਿਜ਼ਮ ਬਾਰੇ ਗੱਲ ਕਰਦੇ ਹਾਂ ਵੀ ਪੱਤਰਕਾਰੀ ਉਹੀ ਠੀਕ ਹੁੰਦੀ ਹੈ ਜਿਹੜੀ ਲੋਕ ਸਰੋਕਾਰਾਂ ਨਾਲ ਜੁੜੀ ਹੋਵੇ, ਪੀਪਲਜ਼ ਕੰਸਰਨ ਜਿਹਦੇ ਨਾਲ ਜੁੜੇ ਹੋਣ, ਉਹੀ ਪੱਤਰਕਾਰੀ ਹੈ। ਪਰ ਅਸੀਂ ਪੱਤਰਕਾਰ ਹੋਣ ਦੇ ਨਾਲ ਨਾਲ ਭਾਰਤ ਦੇ ਆਮ ਨਾਗਰਿਕ ਵੀ ਹਾਂ ਤੇ ਜਿਹੜੇ ਤਿੰਨੇ ਖੇਤੀ ਕਾਨੂੰਨ ਨੇ ਜਾਂ ਜਿਹੜੇ ਬਾਕੀ ਆਰਡੀਨੈਂਸ ਲਿਆਂਦੇ ਗਏ ਸੀ ਉਹ ਸਾਰੇ ਇਕੱਲੇ ਕਿਸਾਨਾਂ ਦੇ ਜਾਂ ਖੇਤੀ ਦੇ ਖਿਲਾਫ ਨਹੀਂ ਹੈ। ਉਹ ਸਾਰੇ ਹਰ ਆਮ ਭਾਰਤੀ ਦੇ ਖਿਲਾਫ ਹੈ ਜਿਹਦੇ ਵਿੱਚ ਸੁਸ਼ੀਲ ਦਸਾਂਝ ਤੇ ਕਮਲ ਦਸਾਂਝ ਵੀ ਆਉਂਦੇ ਆ। ਇਸ ਕਰਕੇ ਅਸੀਂ ਐਜ਼ ਏ ਜਰਨਲਿਸਟ ਜੋ ਕੰਮ ਕਰ ਰਹੇ ਆਪਣੀ ਥਾਂ ਤੇ ਹੈ ਪਰ ਅਸੀਂ ਇਸ ਅੰਦੋਲਨ ਨੂੰ ਕਵਰ ਕਰਨ ਦੇ ਨਾਲ ਨਾਲ ਇਸ ਅੰਦੋਲਨ ਦਾ ਹਿੱਸਾ ਵੀ ਹੈ। ਸੋ ਇਸ ਕਰਕੇ ਅਸੀਂ ਜਦੋਂ ਗੱਲ ਕਰਦੇ ਹਾਂ ਵੀ ਜਦੋਂ ਤੱਕ ਕਿ ਕਿਸਾਨਾਂ ਦਾ ਸੰਘਰਸ਼, ਆਮ ਲੋਕਾਂ ਦਾ ਸੰਘਰਸ਼ ਜਿਹੜਾ ਸਫਲ ਨਹੀਂ ਹੋਏਗਾ ਉਦੋਂ ਤੱਕ ਸਾਂਝਾ ਪੰਜਾਬ ਰੇਡੀਓ ਤੇ ਟੈਲੀਵਿਜ਼ਨ ਵੱਲੋਂ ਅਸੀਂ ਇਸੇ ਤਰ੍ਹਾਂ ਸਿਲਸਿਲਾ ਜਿਹੜਾ ਜਾਰੀ ਰੱਖਦੇ ਹੋਏ ਤੁਹਾਡੇ ਤੱਕ ਪਲ ਪਲ ਦੀ ਖਬਰ ਵੀ ਪਹੁੰਚਾਵਾਂਗੇ ਤੇ ਨਾਲ ਆਪਣੀ ਸਮਝ ਦੇ ਮੁਤਾਬਕ ਇਸ ਸੰਘਰਸ਼ ਦੇ ਪ੍ਰਤੀ ਜਿਹੜੀਆਂ ਆਮ ਲੋਕਾਂ ਦੀਆਂ ਭਾਵਨਾਵਾਂ ਉਹ ਵੀ ਪਹੁੰਚਾਵਾਂਗੇ ਤੇ ਜਿਹੜੀਆਂ ਸਾਡੀਆਂ ਟਿੱਪਣੀਆਂ ਉਹ ਵੀ ਇੱਥੇ ਕਰਦੇ ਜਾਵਾਂਗੇ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੈਂ ਕਮਲ ਦਸਾਂਝ ਤੇ ਨਾਲ ਸਾਡੇ ਟੋਰਾਂਟੋ ਸਟੂਡੀਓ ਤੋਂ ਬੌਬ ਦਸਾਂਝ ਜੀ। ਖਬਰਾਂ ਪੇਸ਼ ਕਰਨ ਤੋਂ ਪਹਿਲਾਂ ਤੁਹਾਨੂੰ ਅਸੀਂ ਦਿੱਲੀ ਦੀ ਗੱਲਬਾਤ ਕਰੀਏ ਤੇ ਲੋਕਲ ਵੱਡੀ ਖਬਰ ਇਹ ਹੈ ਕਿ ਹਾਈਵੇ 401 ਅਤੇ ਐਲਨ ਰੋਡ ਦੇ ਉੱਤੇ ਅੱਜ 2 ਟਰੱਕਾਂ ਦਾ ਜ਼ਬਰਦਸਤ ਹਾਦਸਾ ਵਾਪਰਿਆ। ਜਿਹੜਾ ਹਾਈਵੇ ਕਾਫੀ ਦੇਰ ਬੰਦ ਰਿਹਾ ਤਾਂ ਅਸੀਂ ਇਹ ਕਾਮਨਾ ਕਰਦੇ ਕਿ ਜਿੰਨੇ ਡਰਾਈਵਰ ਜਿਹੜੇ ਨੇ ਉਹ ਸਖਤ ਜ਼ਖਮੀ ਹੋਏ ਨੇ ਉਹ ਠੀਕ ਠਾਕ ਹੋਣ। ਤੇ ਇਹ ਹਾਦਸਾ ਅੱਜ ਇੰਨਾ ਜ਼ਬਰਦਸਤ ਸੀ ਕਿ ਦੋਨਾਂ ਟਰੱਕਾਂ ਨੂੰ ਅੱਧ ਦੇ ਵਿੱਚੋਂ ਕੱਟਣਾ ਪੈ ਗਿਆ। ਸੋ ਜਦੋਂ ਵੀ ਤੁਸੀਂ ਡਰਾਈਵ ਕਰਦੇ ਹੋ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਸਨੋ ਹੁੰਦੀ ਹੈ, ਬਲੈਕ ਆਈਸ ਹੁੰਦੀ ਹੈ। ਕਈ ਵਾਰੀ ਬਹੁਤ ਸਾਰੇ ਨਵੇਂ ਡਰਾਈਵਰ ਨੇ ਜਾਂ ਚਾਹੇ ਕੋਈ ਵੀ ਹੋਵੇ ਬੰਦਾ ਡਰਾਈਵ ਕਰਦਾ, ਇਟਸ ਹੈਪਨ ਐਨੀਵੇਅਰ। ਸੋ ਡਰਾਈਵ ਕੇਅਰਫੁਲ, ਅਸੀਂ ਇਹੀ ਤੁਹਾਨੂੰ ਇੱਕ ਅਪੀਲ ਕਰਦੇ ਹਾਂ। ਦਸਾਂਝ ਸਾਹਿਬ, ਅੱਜ ਕਿਸਾਨ ਜਥੇਬੰਦੀਆਂ ਦੀ ਪ੍ਰੈਸ ਕਾਨਫਰੰਸ ਹੋਈ। ਉਸ ਦੇ ਵਿੱਚ ਬਹੁਤ ਸਾਰੇ ਅੱਗੇ ਜਾ ਕੇ ਕੀ ਫੈਸਲੇ ਲਏ ਜਾਣਗੇ
ਕੁਝ ਕਿਸਾਨ ਜਥੇਬੰਦੀਆਂ ਦੀ ਸਹਿਮਤੀ ਉਸ ਵਿੱਚ ਸੀ, ਕੁਝ ਜਥੇਬੰਦੀਆਂ ਦੀ ਸਹਿਮਤੀ ਨਹੀਂ ਸੀ। ਤੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਫੈਸਲੇ ਹੋਏ? ਦੇਖੋ, ਨੰਬਰ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਵੀ ਹੁਣ ਤੱਕ ਜਦੋਂ ਤੋਂ ਇਹ ਕਿਸਾਨ ਅੰਦੋਲਨ ਦਿੱਲੀ ਬਾਰਡਰਾਂ ਤੇ ਜਿਹੜਾ ਆ ਪਹੁੰਚਿਆ, ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਫੈਸਲੇ ਹੋਏ ਨੇ ਕਿਸਾਨ ਜਥੇਬੰਦੀਆਂ ਦੇ, ਉਹਦੇ ਚੋਂ ਇੱਕ ਜਾਂ ਦੋ ਵਾਰ ਏਦਾਂ ਹੋਇਆ ਕਿ ਉਹ ਸਰਬਸੰਮਤੀ ਉਹਦੇ ਤੇ ਨਹੀਂ ਹੋ ਸਕੀ, ਉਹ ਬਹੁਤ ਸੰਮਤੀ ਨਾਲ ਜਿਹੜੇ ਆ ਲਾਗੂ ਕੀਤੇ ਗਏ। ਆਮ ਤੌਰ ਤੇ ਸਰਬਸੰਮਤੀ ਹੁੰਦੀ ਹੈ, ਬਹੁਤ ਸੰਮਤੀ ਉਦੋਂ ਹੁੰਦੀ ਹੈ ਜਦੋਂ 32 ਕਿਸਾਨ ਜਥੇਬੰਦੀਆਂ ਚੋਂ ਕੋਈ ਇੱਕ ਕਿਸਾਨ ਜਥੇਬੰਦੀ ਵੱਖਰੀ ਰਾਏ ਰੱਖਦੀ ਹੈ। ਇਸ ਕਰਕੇ ਇਹਨੂੰ ਏਦਾਂ ਨਹੀਂ ਸਮਝਣਾ ਚਾਹੀਦਾ ਕਿ ਵੀ ਕਿਸਾਨ ਜਥੇਬੰਦੀਆਂ 'ਚ ਕੋਈ ਪਾੜ ਪੈ ਗਿਆ। ਕਲੀਅਰ ਗੱਲ ਕਰਾਂ, ਉਹ ਇਹ ਹੈ ਵੀ ਬਹੁਤ ਸੰਮਤੀ ਦਾ ਫੈਸਲਾ ਜਿਹੜਾ ਆ, ਜਿਹੜਾ ਬੰਦਾ ਨਹੀਂ ਵੀ ਉਹਦੇ ਨਾਲ ਸਹਿਮਤ ਹੁੰਦਾ ਉਹ ਵੀ ਉਸ ਫੈਸਲੇ ਨੂੰ ਮੰਨਦਾ, ਉਹ ਮੀਟਿੰਗ 'ਚ ਗੱਲ ਰਹਿ ਜਾਂਦੀ ਹੈ ਜੀ। ਉਹ ਮੀਟਿੰਗ 'ਚ ਆਪਣਾ ਦਰਜ ਕਰਾ ਦਿੰਦੇ ਆ ਸਹਿਮਤੀ, ਪਰ ਬਾਹਰ ਆ ਕੇ ਜਿਹੜੇ ਅਸਹਿਮਤ ਹੁੰਦੇ ਆ ਉਹ ਵੀ ਜਿਹੜੇ ਬਹੁਤ ਸੰਮਤੀ ਨਾਲ ਫੈਸਲੇ ਹੁੰਦੇ ਉਹਨੂੰ ਲਾਗੂ ਕਰਦੇ ਆ। ਇਹ ਇੱਕ ਡੈਮੋਕ੍ਰੈਟਿਕ ਪ੍ਰਕਿਰਿਆ ਹੁੰਦੀ ਆ, ਜਥੇਬੰਦੀਆਂ ਕੰਮ ਕਰਨ ਵਾਲੇ ਲੋਕ ਇਹਨੂੰ ਜ਼ਿਆਦਾ ਸਮਝਦੇ ਆ। ਸੋ ਅਸੀਂ ਵੀ ਜਦੋਂ ਲੇਖਕਾਂ ਦੀਆਂ ਜਥੇਬੰਦੀਆਂ 'ਚ ਕੰਮ ਕਰਦੇ ਹਾਂ ਜਾਂ ਵੱਖ-ਵੱਖ ਜਥੇਬੰਦੀਆਂ 'ਚ ਵਿਦਿਆਰਥੀ ਜੀਵਨ ਤੋਂ ਕੰਮ ਕੀਤਾ ਹੈ, ਤੇ ਅਸੀਂ ਇਹ ਸਾਰੇ ਪੜਾਅ ਦੇਖੇ ਹੋਏ ਆ। ਉਹ ਤੁਸੀਂ ਦੇਖਿਆ ਵੀ ਕਈ ਵਾਰੀ ਮਤਲਬ 26 ਲੋਕ ਨੇ ਇੱਕ ਕਮੇਟੀ ਦੇ ਵਿੱਚ, 26 ਦੇ ਵਿੱਚੋਂ 25 ਇੱਕ ਗੱਲ ਤੇ ਸਹਿਮਤ ਆ, ਇੱਕ ਬੰਦਾ ਕਹਿੰਦਾ ਨਹੀਂ ਮੈਂ ਤੁਹਾਡਾ ਸਹਿਮਤ ਨਹੀਂ, ਉਹ ਮੀਟਿੰਗ 'ਚੋਂ ਗੱਲ ਰੱਖ ਦਿੰਦਾ ਹੈ, ਪਰ ਜਿਹੜਾ 25 ਦਾ ਫੈਸਲਾ ਆ ਉਹ ਬਾਅਦ 'ਚ ਉਹਨੂੰ ਲਾਗੂ ਕਰਦਾ ਆਪ ਅਸਹਿਮਤ ਹੁੰਦਿਆਂ ਵੀ। ਸੋ ਇਸ ਕਰਕੇ ਜਿਹੜੀ ਇੱਕ ਭਾਵਨਾ, ਜਿਹੜੇ ਕੋਈ ਚੈਨਲ ਜਿਹੜੇ ਆ ਕਈ ਵਾਰੀ ਏਦਾਂ ਦੀ ਗੱਲ ਫਲੋਟ ਕਰ ਦਿੰਦੇ ਆ ਵੀ ਸ਼ਾਇਦ ਕਿਸਾਨ ਜਥੇਬੰਦੀਆਂ 'ਚ ਪਾੜ ਪੈ ਗਿਆ, ਏਦਾਂ ਦੀ ਕੋਈ ਗੱਲ ਨਹੀਂ। ਦੂਜੀ ਗੱਲ, ਜਿਹੜੇ ਨਵੇਂ ਫੈਸਲੇ ਨੇ ਉਹਦੇ 'ਚੋਂ ਕੁਝ ਫੈਸਲੇ ਤਾਂ ਪਰਸੋਂ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਹੀ ਪ੍ਰੈਸ ਕਾਨਫਰੰਸ ਕਰਕੇ ਕਿਸਾਨ ਆਗੂਆਂ ਨੇ ਦੱਸ ਦਿੱਤੇ ਸੀ ਵੀ ਅਸੀਂ ਅੱਗੇ ਕੀ ਕਰਨਾ ਜੀ। ਤੇ ਉਹਨਾਂ ਸਾਰੇ ਫੈਸਲਿਆਂ ਨੂੰ ਦੁਹਰਾਇਆ ਗਿਆ, ਪਰ ਇੱਕੋ ਫੈਸਲਾ ਥੋੜਾ ਜਿਹਾ ਉਹਦੇ 'ਚ ਤਬਦੀਲੀ ਕੀਤੀ ਗਈ ਹੈ। ਉਹ ਤਬਦੀਲੀ ਇਹ ਕੀਤੀ ਗਈ ਹੈ ਕਿ 6 ਜਨਵਰੀ ਦਾ ਟਰੈਕਟਰ ਮਾਰਚ ਰੱਖਿਆ ਗਿਆ ਸੀ ਜੀ, ਉਹ 6 ਦੀ ਥਾਂ ਤੇ 7 ਜਨਵਰੀ ਕਰ ਦਿੱਤਾ ਗਿਆ, ਯਾਨੀ ਇੱਕ ਦਿਨ ਅੱਗੇ ਪਾ ਦਿੱਤਾ ਗਿਆ। ਇਸ ਕਰਕੇ ਪਾਇਆ ਗਿਆ ਵੀ ਮੌਸਮ ਦੀ ਖਰਾਬੀ ਬੜੀ ਹੈ, ਮੌਸਮ ਦੀ ਮਾਰ ਪੈ ਰਹੀ ਹੈ, ਤੇ ਟਰੈਕਟਰ ਮਾਰਚ ਜਿਹੜਾ ਸਾਰੀ ਦਿੱਲੀ ਦੇ ਆਲੇ ਦੁਆਲੇ ਹੋਣਾ ਸੀ ਉਹਦੇ ਤੇ ਇਹਦਾ ਅਸਰ ਪੈ ਸਕਦਾ ਸੀ। ਪਰਸੋਂ ਤੋਂ ਯਾਨੀ 7 ਤਰੀਕ ਤੋਂ ਜਿਹੜਾ ਮੌਸਮ ਹੈ ਖੁਸ਼ਗਵਾਰ ਹੋ ਜਾਏਗਾ, ਧੁੱਪ ਨਿਕਲ ਆਏਗੀ, ਸੂਰਜ ਆ ਜਾਏਗਾ। ਕੱਲ ਰਾਤ ਤੱਕ ਜਿਹੜਾ ਲਗਾਤਾਰ ਕਲਾਊਡੀ ਜਿਹੜਾ ਮਾਹੌਲ ਰਹਿਣਾ ਆਲੇ ਦੁਆਲੇ ਦਿੱਲੀ ਦੇ ਬਾਰਡਰਾਂ ਦੇ ਉੱਤੇ, ਮੀਂਹ ਵੀ ਪੈਂਦਾ ਰਹੇਗਾ। ਅੱਜ ਵੀ ਚੌਥਾ ਦਿਨ ਸੀ, ਲਗਾਤਾਰ ਮੀਂਹ ਪੈਂਦਾ ਰਿਹਾ ਤੇ ਵਿੱਚ ਮੀਂਹ ਰੁਕਦਾ ਵੀ ਰਿਹਾ, ਫਿਰ ਮੀਂਹ ਪੈਂਦਾ ਰਿਹਾ, ਤੇ ਕੱਲ ਵੀ ਏਦਾਂ ਦਾ ਮਾਹੌਲ ਬਣਨ ਦੀ ਜਿਹੜੀ ਸੰਭਾਵਨਾ ਜਿਹੜੀ ਮੌਸਮ ਮਹਿਕਮੇ ਨੇ ਦੱਸੀ ਹੈ। ਇਸ ਕਰਕੇ ਇੱਕ ਦਿਨ ਅੱਗੇ ਪਾ ਕੇ 6 ਦੀ ਥਾਂ 7 ਜਨਵਰੀ ਦਾ ਟਰੈਕਟਰ ਮਾਰਚ ਕਰ ਦਿੱਤਾ ਗਿਆ। ਉਹ ਜਿਹੜਾ ਟਰੈਕਟਰ ਮਾਰਚ ਹੈ ਉਹ ਮੈਂ ਤੁਹਾਨੂੰ ਦੱਸਦਾ ਕਿ ਇਕੱਲਾ ਇੱਕ ਸੜਕ ਤੇ ਨਹੀਂ ਹੈ, ਉਹ ਦਿੱਲੀ ਦੀਆਂ 4 ਸੜਕਾਂ ਤੇ, ਮਤਲਬ ਜਿੱਥੇ ਅਸੀਂ ਇਸ ਵੇਲੇ ਕੁੰਡਲੀ ਬਿਲਕੁਲ ਉੱਥੇ ਖੜੇ ਹਾਂ ਅਸੀਂ, ਜਾਂ ਉਹਦੇ ਨੇੜੇ ਆ ਜਿੱਥੋਂ ਅਸੀਂ ਗੱਲ ਤੁਹਾਡੇ ਨਾਲ ਕਰ ਰਹੇ ਹਾਂ। ਜਿਹੜਾ KMP ਹਾਈਵੇ ਹੈ, KMP ਹਾਈਵੇ ਦਾ ਮਤਲਬ ਹੈ ਕੁੰਡਲੀ ਮਾਨੇਸਰ ਪਲਵਲ ਹਾਈਵੇ। ਇੱਕ ਵਾਰੀ ਅਸੀਂ ਪਲਵਲ ਸੀਗੇ, ਉੱਥੋਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ। ਅਸੀਂ ਉੱਥੇ ਬਿਲਕੁਲ ਉਹਦੇ ਉੱਤੇ ਹੀ ਆ ਇਸ ਵੇਲੇ, ਜਿੱਥੋਂ 7 ਤਰੀਕ ਨੂੰ ਟਰੈਕਟਰ ਮਾਰਚ ਨਿਕਲੇਗਾ, ਕੁੰਡਲੀ ਤੋਂ ਟਿਕਰੀ ਵੱਲ ਨੂੰ ਹੋ ਜਾਏਗਾ KMP ਹਾਈਵੇ ਤੇ ਉਧਰੋਂ ਉਸੇ ਵੇਲੇ 11 ਵਜੇ ਯਾਨੀ ਸਵੇਰੇ 11 ਵਜੇ 7 ਤਰੀਕ ਨੂੰ ਟਿਕਰੀ ਬਾਰਡਰ ਤੋਂ ਕੁੰਡਲੀ ਵੱਲ ਨੂੰ ਟਰੈਕਟਰ ਮਾਰਚ ਆਊਗਾ ਤੇ ਵਿਚਾਲੇ ਆ ਕੇ ਮਿਲਣਗੇ ਇਸ ਹਾਈਵੇ ਦੇ ਉੱਤੇ। ਤੇ ਜਿਹੜਾ ਦੂਜਾ ਪਾਸਾ ਹੈ ਗਾਜ਼ੀਪੁਰ ਬਾਰਡਰ, ਜਿੱਥੋਂ ਅਸੀਂ ਕੁਝ ਰਾਜਸਥਾਨ UP ਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਤੁਹਾਡਾ ਸਾਂਝੀ ਕੀਤੀ ਸੀ, ਉੱਥੋਂ ਟਰੈਕਟਰ ਮਾਰਚ ਚੱਲੇਗਾ ਪਲਵਲ ਵੱਲ ਨੂੰ ਚੱਲੇਗਾ। ਤੇ ਪਲਵਲ ਦਾ ਪਰਲਾ ਪਾਸਾ ਜਿਹੜਾ ਮਵਾਤ ਵਾਲਾ ਏਰੀਆ UP ਦਾ, ਉੱਥੋਂ ਵੀ ਪਲਵਲ ਵੱਲ ਨੂੰ ਚੱਲੇਗਾ, ਉਹ ਵੀ ਵਿਚਾਲੇ ਆ ਕੇ ਕਿਤੇ ਮਿਲਣਗੇ। ਸੋ ਇਸ ਤਰ੍ਹਾਂ ਸਾਰੀ ਦਿੱਲੀ ਜਿਹੜੀ ਆ 7 ਜਨਵਰੀ ਨੂੰ ਟਰੈਕਟਰ ਮਾਰਚ ਦੇ ਦੁਆਰਾ ਘੇਰ ਲਈ ਜਾਏਗੀ। ਤੇ ਇਹਨੂੰ ਤੁਸੀਂ 26 ਜਨਵਰੀ ਦੀ ਰਿਹਰਸਲ ਸਮਝੋ। ਜਿਹੜਾ 26 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਮਾਰਚ ਕਰਨਾ ਗਣਤੰਤਰ ਦਿਵਸ ਤੇ ਦਿੱਲੀ 'ਚ, ਉਹਦੀ ਇੱਕ ਰਿਹਰਸਲ ਦੇ ਤੌਰ ਤੇ ਕਿਸਾਨ ਜਥੇਬੰਦੀਆਂ ਨੂੰ ਲੈ ਰਹੀ ਹੈ। ਸੋ ਇੱਕ ਫੈਸਲਾ ਤਾਂ ਇਹ ਹੋਇਆ। ਅਗਲੇ ਫੈਸਲੇ ਹੋਏ ਆ ਉਹਦੇ 'ਚ 9 ਤਰੀਕ ਜਿਹੜੀ ਰੱਖੀ ਗਈ ਹੈ, ਸਾਰੇ ਦੇਸ਼ ਦੇ ਵਿੱਚ ਸਰ ਛੋਟੂ ਰਾਮ ਤੇ ਚੌਧਰੀ ਚਰਨ ਸਿੰਘ ਦੇ ਦਿਨ ਮਨਾਏ ਜਾਣਗੇ ਕਿਸਾਨ ਦਿਵਸ ਦੇ ਨਾਂ ਤੇ। ਯਾਨੀ ਜਿੱਥੇ ਬਾਰਡਰਾਂ ਤੇ ਕਿਸਾਨ ਬੈਠੇ ਆ, ਉਹ ਆਪਣੇ ਥਾਂ ਦੇ ਉੱਤੇ ਮੁਜ਼ਾਹਰੇ ਪ੍ਰਦਰਸ਼ਨ ਕਰਨਗੇ ਤੇ ਛੋਟੇ ਛੋਟੇ ਇਕੱਠ ਕਰਨਗੇ, ਮੁੱਖ ਸਟੇਜ ਤੋਂ ਭਾਸ਼ਣ ਵੀ ਹੋਣਗੇ,
ਉੱਥੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਸ ਦਿਨ ਇਹਨਾਂ ਦੋਨਾਂ ਆਗੂਆਂ ਨੂੰ ਯਾਦ ਕਰਦਿਆਂ ਹੋਇਆ ਸਰ ਛੋਟੂ ਰਾਮ ਤੇ ਚੌਧਰੀ ਚਰਨ ਸਿੰਘ ਨੂੰ ਕਿਸਾਨ ਦਿਵਸ ਦੇ ਤੌਰ ਤੇ ਉਹਨੂੰ ਮਨਾਉਂਦਾ ਹੈ ਉਸ ਦਿਨ ਨੂੰ। ਤੇ ਇਹ ਕੇਂਦਰ ਸਰਕਾਰ ਦੇ ਤਿੰਨਾਂ ਖੇਤੀ ਬਿੱਲਾਂ ਦੇ ਖਿਲਾਫ ਜਿਹੜੇ ਆ ਉਹ ਰੋਸ ਪ੍ਰਦਰਸ਼ਨ ਹੋਣਗੇ ਸਾਰੇ ਦੇਸ਼ ਦੇ ਜ਼ਿਲ੍ਹਾ ਹੈਡਕੁਆਟਰਾਂ ਤੇ। ਉਸ ਤੋਂ ਬਾਅਦ 13 ਤੇ 13 ਤਰੀਕ ਨੂੰ ਲੋਹੜੀ ਹੈ ਤੇ 14 ਜਨਵਰੀ ਨੂੰ ਮਾਘੀ ਹੈ, ਕਿਤੇ ਉਹਨੂੰ ਮਕਰ ਸੰਕ੍ਰਾਂਤੀ ਕਿਹਾ ਜਾਂਦਾ। ਜਿਹੜੀ ਦੇਸ਼ ਭਰ ਦੇ ਵਿੱਚ ਮਾਘੀ ਵੱਖਰੇ ਰੂਪ ਦੇ ਵਿੱਚ ਲੋਕ ਮਨਾਉਂਦੇ ਆ, ਅਸੀਂ ਪੰਜਾਬ ਵਾਲੇ ਮਾਘੀ ਮਨਾਉਂਦੇ ਆ। ਤੇ 13 ਦੀ ਲੋਹੜੀ ਹੈ, 13 ਦੀ ਲੋਹੜੀ ਤੇ 14 ਦੀ ਮਾਘੀ। ਉਦੋਂ ਜਿਹੜੀਆਂ ਧੂਣੀਆਂ ਵਾਲੀਆਂ ਜਾਣੀਆਂ ਜਾਂ ਜਿਹੜੀ ਲੋਹੜੀ ਬਾਲੀ ਜਾਣੀ ਹੈ ਇਹ ਦੇਸ਼ ਦੇ ਵਿੱਚ ਬਾਰਡਰਾਂ ਤੋਂ ਇਲਾਵਾ ਸਾਰੇ ਦੇਸ਼ ਦੇ ਵਿੱਚ ਜਿੱਥੇ ਕਿਤੇ ਵੀ ਇਹ ਲੋਹੜੀਆਂ ਬਾਲੀਆਂ ਜਾਣਗੀਆਂ, ਮਾਘੀ ਬਾਲੀ ਜਾਊਗੀ, ਉੱਥੇ ਉੱਥੇ ਜਿਹੜੇ ਤਿੰਨੇ ਖੇਤੀ ਕਾਨੂੰਨ ਹੈ ਉਹਨਾਂ ਦੇ ਖਰੜੇ ਜਿਹੜੇ ਆ ਉਹ ਉਹਦੇ ਚ ਸਾੜੇ ਜਾਣਗੇ, ਫੂਕੇ ਜਾਣਗੇ। ਯਾਨੀ ਇੱਕ ਸੰਕੇਤਕ ਤੌਰ ਦੇ ਉੱਤੇ ਕੇਂਦਰੀ ਜਿਹੜੇ ਖੇਤੀ ਕਾਨੂੰਨ ਹੈ ਉਹਨਾਂ ਨੂੰ ਭਸਮ ਕਰਨ ਦੀ ਇੱਕ ਰਸਮ ਜਿਹੜੀ ਅਦਾ ਕੀਤੀ ਜਾਏਗੀ। ਤੇ ਆਖਰੀ ਹੱਲਾ ਜਿਹੜਾ ਆ ਉਹ 26 ਜਨਵਰੀ ਦਾ ਜੀ। ਮਤਲਬ ਇਹ ਜਿਹੜਾ ਪਹਿਲੇ ਪ੍ਰੋਗਰਾਮ ਜਿਹੜੇ ਦਿੱਤੇ ਹੋਏ ਉਹ 26 ਜਨਵਰੀ ਤੋਂ ਬਾਅਦ ਵੀ ਕੋਈ ਅੰਦੋਲਨ ਰੁਕਣਾ ਨਹੀਂ ਹੈ, ਪਰ ਇਹਨਾਂ ਦਿਨਾਂ ਦਾ ਦੌਰਾਨ ਜਿਹੜਾ ਪ੍ਰੋਗਰਾਮ ਚਾਕ ਆਊਟ ਹੋਇਆ ਉਹਦੇ ਚ ਆਖਰੀ ਹੱਲਾ 26 ਜਨਵਰੀ ਦਾ। 26 ਜਨਵਰੀ ਤੋਂ ਬਾਅਦ ਨਵੇਂ ਪ੍ਰੋਗਰਾਮ ਚਾਕ ਆਊਟ ਹੋ ਜਾਣਗੇ ਜੋ 26 ਜਨਵਰੀ ਤੱਕ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ। 26 ਜਨਵਰੀ ਨੂੰ 20 ਲੱਖ ਕਿਸਾਨ 20 ਲੱਖ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਹੋਏਗਾ। ਕਿੰਨੇ ਲੱਖ ਟਰੈਕਟਰ ਟਰਾਲੀਆਂ ਹੋਣਗੀਆਂ ਦਾ ਅੰਦਾਜ਼ਾ ਕਰੋ। ਮਤਲਬ ਜੇ ਇੱਕ ਟਰੈਕਟਰ ਟਰਾਲੀ ਦੇ ਵਿੱਚ ਮਤਲਬ ਜੇ ਤੁਸੀਂ ਅੰਦਾਜ਼ਾ ਕਰੋ ਵੀ 10 ਲੋਕ ਹੋਣ, 10 ਲੋਕ ਹੋਣ ਤੇ ਇਹਦਾ ਮਤਲਬ ਹੈ ਵੀ 2 ਲੱਖ ਦੇ ਨੇੜੇ ਤੇੜੇ 10 ਦੂਣੀ 20 2 ਲੱਖ ਦੇ ਨੇੜੇ ਤੇੜੇ ਟਰੈਕਟਰ ਟਰਾਲੀਆਂ ਹੋਣਗੀਆਂ ਉਧਰ ਦਿੱਲੀ ਚ। 20 ਲੱਖ ਕਿਸਾਨ ਜਾਂ ਨੌਜਵਾਨ ਜਾਂ ਔਰਤਾਂ ਬੀਬੀਆਂ ਸਾਡੀਆਂ ਭੈਣਾਂ ਹੋਣਗੀਆਂ। ਇਹ ਪ੍ਰੋਗਰਾਮ ਹੁਣ ਤੱਕ ਦੇ ਚਾਕ ਆਊਟ ਹੋਏ ਆ ਜਿਹੜੇ ਕਿਸਾਨ ਆਗੂਆਂ ਨੇ ਦੱਸੇ। ਜੀ ਬਹੁਤ ਜੀ। ਇਹ ਪ੍ਰੋਗਰਾਮ ਸਾਂਝਾ ਪੰਜਾਬ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਸੁਸ਼ੀਲ ਦਸਾਂਝ ਹੋਣਾ ਦੇ ਨਾਲ, ਦਿੱਲੀ ਤੋਂ ਸਾਡੇ ਨਾਲ ਲਾਈਵ ਹਾਜ਼ਰ ਨੇ। ਤੁਸੀਂ ਕੋਈ ਵੀ ਗੱਲ ਕਰਨੀ ਹੈ 905 458 4444 905 458 4444 ਤੇ ਤੁਸੀਂ ਕਾਲ ਕਰਕੇ ਦਸਾਂਝ ਸਾਹਿਬ ਦੇ ਨਾਲ ਸਵਾਲ ਕਰ ਸਕਦੇ ਹੋ। ਅਸੀਂ ਹਰ ਰੋਜ਼ ਤੁਹਾਡੇ ਲਈ ਪ੍ਰੋਗਰਾਮ ਇਸੇ ਕਰਕੇ ਪੇਸ਼ ਕਰਦੇ ਹਾਂ ਕਿ ਤੁਹਾਡੀ ਜਾਣਕਾਰੀ ਜਿਹੜੀ ਹੈ ਤੁਹਾਡੇ ਕੰਨਾਂ ਤੱਕ, ਤੁਹਾਡੇ ਘਰ ਤੱਕ ਜਾਣਕਾਰੀ ਸਹੀ ਪਹੁੰਚ ਸਕੇ ਜੋ ਕੁਝ ਉੱਥੇ ਹੋ ਰਿਹਾ ਹੈ। ਕਈ ਵਾਰੀ ਦਸਾਂਝ ਸਾਹਿਬ ਮੈਂ ਸੋਚਦਾ ਹੁੰਦਾ ਕਿ ਜਿਸ ਤਰ੍ਹਾਂ ਵੱਖਰੀਆਂ ਵੱਖਰੀਆਂ ਜਦੋਂ ਆਪਾਂ ਸਬਜ਼ੀਆਂ ਦਾਲ ਸਬਜ਼ੀਆਂ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਮਸਾਲੇ ਪਾ ਕੇ ਸਬਜ਼ੀ ਬਣਾਈ ਜਾਂਦੀ ਆ। ਅਤੇ ਜਿਹੜਾ ਅਸੀਂ ਕੋਈ ਮੂਵੀ ਸਟਾਰ ਹੁੰਦਾ ਜਾਂ ਕੋਈ ਗਾਇਕ ਕਲਾਕਾਰ ਹੈ ਅਸੀਂ ਕਹਿੰਦੇ ਜੀ ਕਲਾਕਾਰ ਹੈ। ਅਤੇ ਜਿਹੜਾ ਮੀਡੀਆ ਆ ਉਹ ਮੈਂ ਦੇਖਦਾ ਵੀ ਕਈ ਵਾਰੀ ਖਬਰ ਕੁਛ ਵੀ ਨਹੀਂ ਹੁੰਦੀ, ਉਹ ਇੱਦਾਂ ਤੜਕਾ ਲਾਉਂਦੇ ਨੇ ਉਹਨੂੰ ਜਿਉਂ ਘੁਮਾ ਕੇ ਮੂਵੀ ਦਿਖਾ ਕੇ ਜੀ ਆਹ ਹੋ ਗਿਆ ਆਹ ਹੋ ਗਿਆ ਇੱਦਾਂ ਹੋ ਗਿਆ। ਜੋ ਤੁਸੀਂ ਦੇਖਦੇ ਹੋ ਖਬਰ ਦੇ ਵਿੱਚ ਕੁਛ ਵੀ ਨਹੀਂ ਹੁੰਦਾ। ਉਹ ਖਬਰ ਤੁਸੀਂ ਵੀ ਦੱਸ ਚੁੱਕੇ ਹੋ, ਹੋਰ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਖਬਰ ਉਹ ਪਹਿਲਾਂ ਹੀ 12 ਘੰਟੇ ਆ ਚੁੱਕੀ ਹੁੰਦੀ ਹੈ। ਉਹ 2-2 ਦਿਨ ਬਾਅਦ ਉਹ ਖਬਰ ਨੂੰ ਘੁਮਾ ਕੇ ਇੱਦਾਂ ਤੜਕਾ ਲਾਉਂਦੇ ਜਿੱਦਾਂ ਸਬਜ਼ੀ ਬਣਾਈ ਦੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਇਹਦੇ ਚ ਨਵੀਂ ਗੱਲ ਹੋਰ ਜੋੜਦਾ ਥੋੜੀ ਜਿਹੀ, ਪਰ ਜਿਹੜਾ ਤੁਸੀਂ ਮਸਾਲੇ ਵਾਲੀ ਗੱਲ ਕੀਤੀ ਹੈ ਇਹ ਲੋਕ ਜਿਹੜੇ ਹੈ ਅਸਲ ਚ TRP ਆਪਣੀ ਲਈ ਇਹ ਸਾਰਾ ਕੁਝ ਕਰਦੇ ਆ। ਪਹਿਲਾਂ ਤਾਂ ਜਿਹੜਾ ਸਾਡਾ ਅਖੌਤੀ ਕਿਸਮ ਦਾ ਨੈਸ਼ਨਲ ਮੀਡੀਆ ਉਹ ਇਹ ਕੁਕਰਮ ਕਰਦਾ ਆਇਆ ਸ਼ੁਰੂ ਤੋਂ ਹੀ ਵੀ ਗੱਲ ਕੁਝ ਵੀ ਨਹੀਂ ਹੁੰਦੀ। ਉਸ ਗੱਲ ਨੂੰ ਇੰਨੇ ਸਰੀਕਿਆਂ ਦੇ ਨਾਲ ਬਾਰ-ਬਾਰ ਇੱਕੋ ਗੱਲ ਬ੍ਰੇਕਿੰਗ ਨਿਊਜ਼ ਕਰਕੇ ਇਹ ਗੱਲ ਕੁਝ ਵੀ ਨਹੀਂ ਹੁੰਦੀ। ਮਤਲਬ ਪਤਾ ਨਹੀਂ ਇਹ TRP ਦਾ ਕੀ ਚੱਕਰ ਪੈ ਗਿਆ। ਕਹਿਲ ਕੇ ਬੋਲਣਾ, ਉੱਚੀ ਬੋਲਣਾ ਤੇ ਫਿਰ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਨੀਆਂ, ਇਹ ਸਾਡੇ ਇੱਥੇ ਜਿਹੜਾ ਮੀਡੀਆ ਦਾ ਟ੍ਰੈਂਡ ਬਣ ਗਿਆ। ਪਹਿਲਾਂ ਤਾਂ ਇਹ ਸਾਡਾ ਨੈਸ਼ਨਲ ਮੀਡੀਆ ਸੋਕਾਰ ਜਿਹੜਾ ਮੈਂ ਕਹਿ ਰਿਹਾ ਉਹ ਕਰ ਰਿਹਾ ਸੀ, ਔਰ ਜਿਹੜਾ ਅਲਟਰਨੇਟ ਮੀਡੀਆ ਵੀ ਇੱਥੇ ਸਾਡੇ ਡਿਵੈਲਪ ਹੋਇਆ ਜਿਹਦੇ ਚ ਸਾਂਝਾ ਪੰਜਾਬ ਵੀ ਹੈ ਤੇ ਜਿਹਦੇ ਚ ਬਾਕੀ ਕੁਝ ਲੋਕ ਚੈਨਲ ਵੀ ਆ, ਕੁਝ ਨਵੇਂ ਚੈਨਲ ਵੀ ਆ ਗਏ। ਉਹਨਾਂ ਵੱਲੋਂ ਪਹਿਲੇ ਕੁਝ ਦਿਨ ਤਾਂ ਜਿਹੜਾ ਕਿਸਾਨ ਅੰਦੋਲਨ ਦੇ ਨਾਲ ਬਹੁਤ ਸਿਰਤਾ ਨਾਲ ਕੰਮ ਕੀਤਾ ਗਿਆ। ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਪਰ 2-3 ਚੈਨਲ ਏਦਾਂ ਦੇ ਆ ਜਿਹੜੇ ਆਪਣੀ TRP ਬਣਾਉਣ ਵਾਸਤੇ ਜਾਂ ਆਪਣੇ ਆਪ ਨੂੰ ਸਥਾਪਿਤ ਕਰਨ ਵਾਸਤੇ ਉਹ ਫਿਰ ਏਦਾਂ ਦੇ ਮਸਾਲੇ ਜਿਹੜੇ ਆ ਨਾਲ ਲਾਉਂਦੇ ਆ। ਅੱਛਾ, ਉਹ ਮਸਾਲੇ ਜਿਹੜੇ ਆ ਠੀਕ ਆ, ਤੁਸੀਂ ਕਿਸੇ ਸਬਜ਼ੀ ਨੂੰ ਮਸਾਲੇਦਾਰ ਬਣਾਉਣਾ ਹੈ, ਸਵਾਦ ਵੀ ਬਣਾਉਣਾ, ਤੁਸੀਂ ਕਰ ਲਓ। ਪਰ ਤੁਹਾਨੂੰ ਪਤਾ ਜਦੋਂ ਤੁਸੀਂ ਦਾਲ ਦਾ ਜ਼ਿਕਰ ਕਰਦੇ ਹੋ ਉਹਦੇ ਚ ਮਸਾਲੇ ਆਪਣੀ ਥਾਂ ਦੇ ਉੱਤੇ ਆ। ਦਾਲ ਦੇ ਵਿੱਚ ਕਈ ਵਾਰੀ ਕੋਕੜੂ ਵੀ ਆ ਜਾਂਦੇ, ਕੁਝ ਕੋਕੜੂ ਕਿਸਮ ਦੇ ਲੋਕ ਵੀ ਹੈਗੇ। ਕੋਕੜੂ ਜਿਹੜੇ ਆ ਉਹ ਆਪਣੀ TRP ਬਣਾਉਣ ਲਈ ਜਾਂ ਆਪਣੇ ਆਪ ਨੂੰ ਸਥਾਪਿਤ ਕਰਨ ਵਾਸਤੇ ਕਈ ਵਾਰੀ ਏਦਾਂ ਦੇ ਲੋਕਾਂ ਨੂੰ ਅੱਗੇ ਲੈ ਕੇ ਆਉਂਦੇ ਆ। ਮੂੰਹ ਚ ਮਾਈਕ ਤੁੰਨ ਕੇ
ਜਿਹੜੀ ਗੱਲ ਉਹ ਨਹੀਂ ਵੀ ਕਹਿਣਾ ਚਾਹੁੰਦੇ ਉਹ ਕਹਾਉਣਾ ਚਾਹੁੰਦੇ ਆ ਤੇ ਉਹ ਕੋਈ ਅੰਦੋਲਨ ਦੀ ਹਮਾਇਤ ਨਹੀਂ ਕਰ ਰਿਹਾ। ਅਸੀਂ ਤੁਹਾਨੂੰ ਮੈਂ ਦੱਸਾਂ, ਮੈਂ ਹੁਣ ਸ਼ੁਰੂ ਚ ਵੀ ਕਿਹਾ, ਅਸੀਂ ਆਪਣੇ ਦਰਸ਼ਕ ਜਿਹੜੇ ਹੈ ਜਾਂ ਸਾਡੇ ਰੇਡੀਓ ਦੇ ਸਾਂਝਾ ਪੰਜਾਬ ਦੇ ਜਿਹੜੇ ਸਰੋਤੇ ਹੈ ਉਹ ਸਾਨੂੰ 15 ਸਾਲ ਤੋਂ ਜਾਣਦੇ ਹੈ ਜੀ। ਪਹਿਲੀ ਗੱਲ ਤਾਂ ਅਸੀਂ ਕੋਈ ਤੱਥ ਤੋਂ ਬਿਨਾਂ ਗੱਲ ਨਹੀਂ ਕੀਤੀ, ਚੀਕ ਕੇ ਅਸੀਂ ਗੱਲਾਂ ਨਹੀਂ ਕਰਦੇ, ਅਸੀਂ ਰਿਐਲਿਟੀ ਜਿਹੜੀ ਆ ਉਹ ਪੇਸ਼ ਕਰਦੇ ਆ ਤੇ ਉਹਦੇ ਚ ਜਿਹੜਾ ਸਾਡੀ ਸਮਝਦਾਰੀ ਉਹਦੇ ਮੁਤਾਬਕ ਟਿੱਪਣੀ ਕਰਦੇ ਆ। ਅਸੀਂ ਕਦੇ ਵੀ ਕੋਈ ਏਦਾਂ ਦੀ ਗੱਲ ਨਹੀਂ ਕੀਤੀ ਬਈ ਅਸੀਂ ਸਭ ਤੋਂ ਬੈਸਟ ਹੈ ਜੀ। ਇਹ ਜਿਹੜੇ ਕੋਕੜੂ ਕਿਸਮ ਦੇ ਲੋਕ ਹੈ ਨਾ, ਇਹ ਕੀ ਕਰਦੇ ਆ, ਪਹਿਲਾਂ ਤਾਂ ਇਹ ਸਿੱਧ ਕਰਦੇ ਆ ਵੀ ਇਹ ਜੋ ਤੁਸੀਂ ਦੇਖ ਰਹੇ ਹੋ ਨਾ, ਇਹ ਬਸ ਇੱਥੇ ਹੀ ਦੇਖ ਰਹੇ ਹੋ, ਲਾਈਵ ਤਸਵੀਰਾਂ ਤੁਹਾਨੂੰ ਕਿਸੇ ਨੇ ਨਹੀਂ ਦਿਖਾਉਣੀਆਂ, ਅਸੀਂ ਦਿਖਾ ਰਹੇ ਆ। ਫਿਰ ਉਹ ਕੁਝ ਲੋਕਾਂ ਨੂੰ ਹੀਰੋ ਬਣਾਉਂਦੇ ਆ, ਉਹਨਾਂ ਨੂੰ ਬਾਰ-ਬਾਰ ਲੈ ਕੇ ਆਉਂਦੇ ਆ। ਜਿਹੜੇ ਏਦਾਂ ਦੀ ਐਜੂਕੇਸ਼ਨ ਜਿਹੜੀ ਹੈ, ਉਸ ਐਜੂਕੇਸ਼ਨ ਦੇ ਵਿੱਚ ਡੈਂਟ ਪਾਉਣਾ ਚਾਹੁੰਦੇ ਆ, ਉਹ ਸਰਕਾਰੀ ਏਜੰਸੀਆਂ ਦੇ ਬੰਦੇ ਹੁੰਦੇ ਆ, ਉਹ ਸ਼ਰਾਰਤੀ ਅੰਸਰ ਵੀ ਹੁੰਦੇ ਆ, ਉਹ ਲੋਕ ਵੀ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਏਦਾਂ ਦੇ ਅੰਦੋਲਨਾਂ ਦੀ ਘਨੇੜੀ ਤੇ ਚੜ੍ਹ ਕੇ ਸਥਾਪਿਤ ਕਰਨਾ ਚਾਹੁੰਦੇ ਆ, ਕਿਸੇ ਥਾਂ ਤੋਂ ਟਿਕਟ ਲੈਣਾ ਚਾਹੁੰਦੇ ਆ, ਕੋਈ ਐਮਐਲਏ ਬਣਨਾ ਚਾਹੁੰਦਾ ਹੈ ਜਾਂ ਕੋਈ ਖੇਤਰੀ ਪਾਰਟੀ ਦਾ ਖੁਆਬ ਦੇਖ ਰਿਹਾ, ਉਹ ਏਦਾਂ ਦੇ ਲੋਕ ਹੁੰਦੇ ਆ। ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਰਨਾ ਤੇ ਜਿਹੜੀ ਲੜਾਈ ਇਸ ਵੇਲੇ ਜਿੱਤ ਵੱਲ ਵੱਧ ਰਹੀ ਹੈ, ਜਿਹੜੀ ਲੜਾਈ ਲੜਨ ਵਾਲੇ ਲੋਕ ਆ, ਅਸਲੀ ਹੀਰੋ ਆ ਜਿਹੜੇ, ਉਹਨਾਂ ਦਾ ਨਾਂ ਤੱਕ ਨਹੀਂ ਲੈਂਦੇ। ਇਸ ਕਰਕੇ ਏਦਾਂ ਦੇ ਕੋਕੜੂਆਂ ਦੀ ਪਛਾਣ ਕਰਨੀ ਬੜੀ ਜ਼ਰੂਰੀ ਹੈ। ਸਾਂਝਾ ਪੰਜਾਬ ਨੂੰ ਨਾ ਕੋਕੜੂਆਂ ਦੀ ਪੂਰੀ ਪਛਾਣ ਹੈ। ਅਸੀਂ ਨਾਂ ਕੇ ਹਾਲੇ ਕਿਸੇ ਨੂੰ ਕੁਝ ਨਹੀਂ ਕਹਿਣਾ, ਕਿਉਂਕਿ ਅਸੀਂ ਨਾਂ ਲੈਣ ਦੇ ਪੱਖ 'ਚ ਨਹੀਂ ਵੀ ਅਸੀਂ ਕੋਈ ਨਵਾਂ ਵਿਵਾਦ ਖੜਾ ਕਰੀਏ। ਜਿਸ ਕਿਸਮ ਦਾ ਅੰਦੋਲਨ ਚੱਲ ਰਿਹਾ ਉਹ 'ਚ ਵਿਵਾਦ ਖੜੇ ਕਰਨ ਦੀ ਲੋੜ ਨਹੀਂ ਹੈ। ਛੋਟੇ ਮੋਟੇ ਜਿਹੇ ਵਿਵਾਦ ਹੈ ਉਹਨਾਂ ਤੇ ਮਿੱਟੀ ਪਾਉਣ ਦੀ ਲੋੜ ਹੈ। ਅਸੀਂ ਜਿਹੜੀ ਸਾਡੀ ਡਾਇਰੈਕਸ਼ਨ ਹੈ ਇਸ ਅੰਦੋਲਨ ਦੀ, ਉਹਨੂੰ ਅੱਗੇ ਲੈ ਕੇ ਚੱਲੀਏ। ਅਸੀਂ ਕਿਹਾ ਵੀ ਅਸੀਂ ਸਾਂਝਾ ਪੰਜਾਬ ਨੂੰ ਸਥਾਪਿਤ ਕਰਨ ਦੇ ਨਾਂ ਦੇ ਉੱਤੇ ਇਸ ਅੰਦੋਲਨ ਦੇ ਨਾਲ ਦਗਾ ਨਹੀਂ ਕਮਾ ਸਕਦੇ। ਅਸੀਂ ਇਸ ਅੰਦੋਲਨ ਦਾ ਹਿੱਸਾ ਆ, ਪੱਤਰਕਾਰੀ ਆਪਣੀ ਥਾਂ ਤੇ ਆ, ਅਸੀਂ ਇਸ ਅੰਦੋਲਨ ਦਾ ਪਾਰਟ ਹੈ ਤੇ ਅਸੀਂ ਖੁਦ ਸਮਝਦੇ ਹਾਂ ਕਿ ਇਹ ਅੰਦੋਲਨ ਸਾਡਾ ਹੀ ਅੰਦੋਲਨ ਹੈ। ਇਸ ਕਰਕੇ ਅਸੀਂ ਇਸ ਅੰਦੋਲਨ ਨੂੰ ਪੋਜ਼ਿਟਿਵਲੀ ਹੀ ਪੇਸ਼ ਕਰਨਾ ਆ, ਭਾਵੇਂ ਗਲਤੀਆਂ ਫਲਤੀਆਂ ਹਰ ਥਾਂ ਤੇ ਹੁੰਦੀਆਂ, ਉਹ ਆਪਣੇ ਘਰ 'ਚ ਬੈਠ ਕੇ ਗਲਤੀਆਂ ਦੂਰ ਕਰ ਲਾਂਗੇ। ਜਨਤਕ ਤੌਰ ਦੇ ਉੱਤੇ ਪਬਲਿਕਲੀ ਅਸੀਂ ਉਹਨਾਂ ਗਲਤੀਆਂ ਦਾ ਪ੍ਰਚਾਰ ਕਰੀਏ, ਉਹਨਾਂ ਨੂੰ ਹੋਰ ਵਧਾਈਏ, ਇਹਦਾ ਕੋਈ ਮਤਲਬ ਨਹੀਂ ਹੈ ਜੀ। ਕਿਸਾਨ ਸਾਹਿਬ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ ਆ। ਇਸੇ ਤਰ੍ਹਾਂ ਜੁੜੇ ਰਹਿਣਾ ਤੁਸੀਂ ਸਾਂਝਾ ਪੰਜਾਬ ਦੇ ਨਾਲ। ਸਾਂਝਾ ਪੰਜਾਬ ਦੇ ਉੱਤੇ ਅਸੀਂ ਕੁਝ ਝਲਕੀਆਂ, ਕੁਝ ਇੰਟਰਵਿਊ ਜੋ ਸ਼ਹੀਦ ਕਿਸਾਨ ਸਾਹਿਬ ਨੇ ਕੀਤੀਆਂ ਹੋਈਆਂ ਨੇ, ਉਹ ਤੁਹਾਡੇ ਅਸੀਂ ਪੇਸ਼ ਕਰਦੇ ਹਾਂ ਕਿਸਾਨ ਅੰਦੋਲਨ ਦੀਆਂ। ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਤੁਸੀਂ ਕੋਈ ਵੀ ਗੱਲ ਕਰਨੀ ਚਾਹੁੰਦੇ ਹੋ, ਤੁਹਾਡੇ ਮਨ 'ਚ ਕੋਈ ਸਵਾਲ ਹੈ, ਤੁਸੀਂ ਸ਼ਹੀਦ ਕਿਸਾਨ ਸਾਹਿਬ ਨੂੰ ਸਵਾਲ ਕਰਨਾ 905 458 4444 905 458 4444। ਇੱਕ ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਅਸੀਂ ਹੁਣੇ ਗਏ ਤੇ ਹੁਣੇ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਂਝਾ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੀ ਸ਼ਕਤਾਂ ਦਾ ਮੈਂ ਜੰਗਵੀਰ ਸਵਾਗਤ ਕਰਦਾ ਹਾਂ। ਜਿੱਥੇ ਕਿ ਤੁਸੀਂ ਦੇਖਿਆ ਕਿਸਾਨੀ ਸੰਘਰਸ਼ ਬਹੁਤ ਤਿੱਖਾ ਚੱਲ ਰਿਹਾ ਇਸ ਟਾਈਮ। ਹਰ ਵਰਗ ਦਾ ਹਰ ਬੰਦਾ ਕੋਈ ਵੀ ਕਿਸੇ ਵੀ ਧਰਮ ਤੋਂ ਰਿਲੇਟਿਡ ਹੈ, ਉਹ ਇੱਥੇ ਪਹੁੰਚ ਕੇ ਆਪਣੀ ਹੀ ਸਮੂਲੀਅਤ ਕਰ ਰਿਹਾ ਹੈ ਔਰ ਕਿਸਾਨੀ ਧਰਮ 'ਤੇ ਆਪਣਾ ਯੋਗਦਾਨ ਪਾ ਰਿਹਾ ਹੈ। ਉਸੇ ਤਰ੍ਹਾਂ ਹੀ ਸਾਡੇ ਨਾਲ ਕੁਝ ਵੀ ਮੌਜੂਦ ਨੇ ਮਹਾਤਮਾ ਸੰਤ ਸਾਧੂ ਨੇ, ਔਰ ਪੁੱਛਾਂਗੇ ਇਹਨਾਂ ਨੂੰ ਕਿਸ ਸਮਾਜ ਤੋਂ ਇਹ ਆਏ ਨੇ ਔਰ ਕਿਸ ਤਰ੍ਹਾਂ ਆਪਣਾ ਯੋਗਦਾਨ ਇਸ ਕਿਸਾਨੀ ਸੰਘਰਸ਼ ਵਿੱਚ ਪਾ ਰਹੇ ਨੇ। ਆਪਾਂ ਸਵਾਗਤ ਕਰਦੇ ਤੁਹਾਡਾ ਸਾਂਝਾ ਪੰਜਾਬ टीवी देख रहे सारी संगता जी। सत श्री अकाल जी। सत श्री अकाल। बहुत भिक्षु सुमित रत्न मेरा नाम है। हम लोग लखनऊ उत्तर प्रदेश से आए हैं और किसानों के आंदोलन के समर्थन में आए हैं और हम लोगों ने भी अपना तंबू लगा लिया है। जब तक हम यहाँ यहीं बैठे रहेंगे गाजीपुर बॉर्डर और इस बॉर्डर पर, जब तक ये किसान बिल सरकार वापस नहीं ले लेती। ये हम लोगों ने मन बनाया हुआ है। ये आप लोग यहाँ पर पहुँचे हो किसानों के संघर्ष में, ये कहा जा रहा है कि ये बस किसानों का संघर्ष है और एक इसी में किसानों पंजाब के किसान या हरियाणा के कुछ लोग यहाँ पर मौजूद हैं। जैसे कि अब आप लोग यहाँ पहुँचे हो, आप किस तरह योगदान पा रहे हो इस किसानी संघर्ष में? ये देश भारत कृषि प्रधान देश है। यहाँ हर आदमी किसान है। किसी का अलग अलग धर्म हो सकता है, किसी की जाति मजहब अलग अलग हो सकती है, लेकिन हर आदमी यहाँ किसान है। मैं भी किसान हूँ, इसलिए मुझे किसानों का दर्द में आया हूँ। ये आपका एजेंडा क्या है कि आप किसानी संघर्ष में जब आप पहुँचे हो, आपने किस तरह आपने इस शमूलियत की है इस किसानी संघर्ष में? एक्चुअली इस आंदोलन को आरोप लगाया गया ये खालिस्तानियों का आंदोलन है, ये पाकिस्तानी यहाँ आ गए उनका आंदोलन है। हमें लगा हमारे किसान भाई हार जाएंगे, तो हमारी जिम्मेदारी थी, हम लोग मैदान में आ गए। इस सरकार को झुकना पड़ेगा। इस समय अमित शाह नरेंद्र मोदी को नींद नहीं आ रही है, ये लोग दवा खा के सो रहे हैं। उन्हें लग रहा कि पूरा देश मेरे खिलाफ खड़ा हो गया है। अडानी अंबानी को भी नींद नहीं आ रही है, उन्हें लग रहा है मेरी संपत्ति पे कब्जा ये कर लेंगे। जैसे कि कल मीटिंग हुई थी, इसमें उन्होंने 2 ऑर्डिनेंस जोन से उनके पास किए थे, पराली वाला और बिजली का, उन्होंने वापस ले लिए हैं। और भी और जो मेन बिल जो 3 बिल हैं उनके बारे में वो 4 तारीख को कह रहे हैं
अभी हम विचार करेंगे? देखिए, हम लोग धैर्यवान हैं, इसलिए वो लोग लंबा लंबा हमको समय दे रहे हैं। ये पराली और ये बिजली का नहीं चाहिए मुझे, वो तीनों बिल चाहिए। मेरी मंडियों के सामने मंडी बनाने का प्लान कैंसिल करें, लिमिट इन्होंने खत्म कर दी है स्टॉक की, वो हमारी बहाल करें, और एमएसपी की गारंटी की कानून ये बनाएं, और कॉन्ट्रैक्ट फार्मिंग पर रोक लगाएं। इसके अलावा हमें कोई स्वीकार नहीं है। हम पढ़े लिखे लोग हैं, हमने कृषि बिल पढ़ा हुआ है। ये किसानों का आंदोलन नहीं, हरियाणा पंजाब के लोगों का नहीं है, ये पूरे देश की समस्या है। हरियाणा पंजाब ही नहीं, महाराष्ट्र, तमिलनाडु, उड़ीसा, यूपी के सारे किसान आंदोलन कर रहे हैं। क्या आपको लगता है जो किसानों का ये आंदोलन चल रहा है, जो बिल पास किए गए हैं, इसका असर अकेले किसानों पर नहीं पूरे वर्ग पर पड़ेगा? बिल्कुल पड़ेगा। अगर किसान जिंदा नहीं रहेगा, किसान मजदूर हो जाएगा, तो देखिए किसान तो जैसे तैसे अपने खाने के लिए कर लेगा, लेकिन जिसके पास जमीन नहीं, वो आदमी 200 रुपए किलो गेहूं खरीदेगा, 500 रुपए किलो टमाटर लेगा और 800 रुपए किलो सरसों का तेल खरीदेगा। ये अडानी अंबानी बेचेंगे। ये जनता को हम समझा रहे हैं कि किसानों की समस्या नहीं है, ये देश की आज़ादी की समस्या है। ईस्ट इंडिया कंपनी आई थी, देश को लूट के चली गई, उसी तरह से अडानी अंबानी कंपनी है, ये मोदी बिचौलिया है, इनको देश बेच रहा है। इस आदमी ने छोड़ा क्या है? ट्रेन बेच दी, हवाई पट्टी बेच दी है, अब किसान भी बेचना चाह रहा है। आपने देखा कि पहले तो हम लोगों ने सभी ने वोटें डालकर मोदी को इस देश का प्रधानमंत्री बनाया है। अब आप ऐसे वो कानून ला रहा है जिसको हम काले कानून को बोलते हैं। मुगलों का यहाँ पर राज रहा है, फिर अंग्रेजों का भी राज रहा है, उसके बाद अब ये राज कर रहे हैं। ये कौन लोग हैं जो यहाँ पर राज कर रहे हैं? नरेंद्र मोदी ऐसी पाठशाला से आते हैं जिस पाठशाला ने जिंदगी भर गद्दारी की है। वो जिस पाठशाला से आते हैं उस पाठशाला के लोग गद्दार रहे हैं, अंग्रेजों के साथ मिले रहे, मुगलों के साथ मिले रहे, और आज भी वो उद्योगपतियों के साथ मिलकर के आम जनमानस का गला घोंट रहे हैं। ये हम समझ गए हैं, बर्दाश्त नहीं होगा, इनको झुकना पड़ेगा, सरकार ये किसानों का बिल वापस करना पड़ेगा। धन्यवाद। इसी तरह आप ਤੁਸੀਂ देख रहे हो कि किस तरह अपने झंडे लैके और जैन धर्म तो रिलेटेड ने जिन्होंने इतने आगमन बहुत धर्म से रिलेटेड है जो यहाँ पर पहुंचे और पूरे अपना फुल सहूलियत कर रहे हैं और पूरा सहयोग दे रहे हैं कि और पूरा कह रहे हैं कि ਆਪਾਂ ਜਾਗਰੂਕ ਆਪਾਂ ਕਿਸਾਨਾਂ ਦੇ ਨਾਲ ਖੜੇ ਹੋਏ ਆ। ਇਹ ਨਹੀਂ ਕਿ ਮੋਦੀ ਜੇ ਸੋਚ ਰਿਹਾ ਹੈ ਕਿ ਅਕੇਲਾ ਬਸ ਕਿਸਾਨ ਹੀ ਇੱਥੇ ਸੜਕਾਂ ਤੇ ਆ ਕੇ ਬੈਠਾ ਹੋਇਆ ਹੈ ਔਰ ਆਪਾਂ ਨਾਲ ਆ ਔਰ ਹਮੇਸ਼ਾ ਨਾਲ ਹੀ ਰਹਾਂਗੇ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋ ਜਾਂਦੇ। ਇਸੇ ਤਰ੍ਹਾਂ ਤੁਸੀਂ ਸਾਂਝਾ ਪੰਜਾਬ ਟੀਵੀ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ। ਸਾਂਝਾ ਪੰਜਾਬ ਚੈਨਲ ਦੇਖ ਰਹੇ ਸਾਰੇ ਹੀ ਦੇਸ਼ ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦਾ। ਦਰਸ਼ਕੋ, ਆਪ ਜੀ ਨੂੰ ਪਤਾ ਕਿ ਲਗਾਤਾਰ ਕੁੰਡਲੀ ਬਾਦਲ ਤੁਹਾਨੂੰ ਕਵਰੇਜ ਦੇ ਰਿਹਾ ਇਸ ਕਿਸਾਨੀ ਮੋਰਚੇ ਦੇ ਵਿੱਚ ਡਟੇ ਹੋਏ ਆ। ਤੁਸੀਂ ਦੇਖੋ ਕਿ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਹਰ ਕੋਈ ਆਪਣੀ ਜਿਹੜੀ ਸਮੂਲੀਅਤ ਉਹ ਲਵਾ ਰਿਹਾ, ਪਰਿਵਾਰਾਂ ਸਮੇਤ ਜਿਹੜੇ ਕਿ ਨੌਜਵਾਨ ਮਾਤਾਵਾਂ, ਬਜ਼ੁਰਗ, ਬੱਚੇ ਜਿਹੜੇ ਪਹੁੰਚ ਰਹੇ ਨੇ ਤੇ ਸਾਡੇ ਨਾਲ ਇੱਕ ਫੈਮਿਲੀ ਪੂਰੀ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਪ੍ਰੋਗਰਾਮ ਸਾਂਝਾ ਪੰਜਾਬ ਦੇ ਵਿੱਚ। ਅਸੀਂ ਗੱਲਬਾਤ ਕਰ ਰਹੇ ਹਾਂ ਸੁਸ਼ੀਲ ਦਸਾਂਝ ਸਾਹਿਬ ਦੇ ਨਾਲ, ਦਿੱਲੀ ਤੋਂ ਸਾਡੇ ਨਾਲ ਲਾਈਵ ਹਾਜ਼ਰ ਨੇ। ਤੁਸੀਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ 905 458 4444 905458 4444 905458 4444 ਤੇ ਤੁਸੀਂ ਕਾਲ ਕਰ ਸਕਦੇ ਹੋ। ਕਿਤੇ ਬਾਹਰ ਏਰੀਆ 'ਚ ਕਰਦੇ ਹੋ ਤੁਹਾਨੂੰ ਇੱਕ ਲਾਉਣਾ ਪਏਗਾ, ਪਹਿਲਾਂ ਇੱਕ ਲਾ ਕੇ ਸਾਨੂੰ ਤੁਸੀਂ ਸਟੂਡੀਓ ਵਿੱਚ ਗੱਲਬਾਤ ਕਰ ਸਕਦੇ ਹੋ। 905 458 4444। ਹਮੇਸ਼ਾ ਦੀ ਤਰ੍ਹਾਂ ਸਾਨੂੰ ਸਹਿਯੋਗ ਦੇ ਰਹੇ ਸਵੀਟ ਮਤ ਸੁਖਰਾਜ ਕੰਗ, ਇਸ ਨਾਲ ਟੀਮ ਦਸਾਂਝ, ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਟ ਜਸਬੀਰ ਸਿੰਘ ਹੁੰਦਲ, ਗਿਲ ਸਵੀਟ ਐਂਡ ਸਮੋਸਾ ਫੈਕਟਰੀ ਅੰਬਰ ਟੈਕਨੋਲੋਜੀ ਤੋਂ ਦਾਰਾ ਨਾਗਰਾ, ਪੀਜ਼ਾ ਡੀਪੂ, ਸਕਾਈ ਇਮੀਗ੍ਰੇਸ਼ਨ, ਸਟਾਰਲੇਨ ਪੇਂਟਿੰਗ, ਇਸ ਨਾਲ ਬ੍ਰਾਂਪਟਨ ਡਾਕਟਰ ਕਲੀਨਿਕ, ਨਿਊ ਟਾਇਰ ਸੈਂਟਰ ਅਤੇ ਹਾਰਬੀ ਆਟੋ ਦੇ ਸਹਿਯੋਗ ਦੇ ਨਾਲ ਤੁਸੀਂ ਅੱਜ ਦਾ ਪ੍ਰੋਗਰਾਮ ਦੇਖ ਰਹੇ ਹੋ, ਸੁਣ ਰਹੇ ਹੋ। ਦਸਾਂਝ ਸਾਹਿਬ, 26 ਜਨਵਰੀ ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਸੈਰਾਮੋਨੀ ਦੇ ਵਿੱਚ ਆ ਕੇ ਭਾਗ ਲੈਣਾ ਸੀ। ਹੁਣ ਜਾਂ ਤਾਂ ਕਿਸਾਨ ਜਥੇਬੰਦੀਆਂ ਨੇ ਕਹਿ ਲਈਏ ਆਪਾਂ ਵੀ ਬਹੁਤ ਸਾਰੀਆਂ ਜਿਹੜੀਆਂ ਈਮੇਲਾਂ ਕੀਤੀਆਂ ਇੰਗਲੈਂਡ ਦੀ ਪਾਰਲੀਮੈਂਟ ਨੂੰ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਇੱਥੇ ਨਹੀਂ ਆਉਣਾ ਚਾਹੀਦਾ, ਜਾਂ ਕੋਈ ਹੋਰ ਕਾਰਨ ਹੋ ਸਕਦਾ, ਪਰ ਇੰਗਲੈਂਡ ਦੇ ਪ੍ਰਧਾਨ ਮੰਤਰੀ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਸੈਰੇਮੋਨੀ ਦੇ ਉੱਤੇ ਨਹੀਂ ਆ ਰਹੇ। ਇਹ ਪਹਿਲੀ ਵਾਰ ਹੋਇਆ ਬੌਬ ਸਾਹਿਬ ਜੀ ਕਿ ਕਿਸੇ ਨੂੰ ਤੁਸੀਂ ਚੀਫ ਗੈਸਟ ਕਾਲ ਕੀਤਾ ਹੋਵੇ ਤੇ ਅਗਲੇ ਨੇ ਹਾਂ ਕਰਤੀ ਹੋਵੇ ਤੇ ਫਿਰ ਟਾਈਮਲੀ ਉਹ ਅਗਲਾ ਜਵਾਬ ਦੇ ਦੇ ਜੀ। ਮਤਲਬ ਇਹ ਵੀ ਇਤਿਹਾਸ 'ਚ ਪਹਿਲੀ ਵਾਰੀ ਹੋਇਆ। ਆ ਪਿਛਲਾ ਇਤਿਹਾਸ ਸਾਰਾ ਬੋਲ ਲਓ ਵੀ ਜਦੋਂ ਕਿਸੇ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਹੋਵੇ, ਚੀਫ ਗੈਸਟ ਦੇ ਤੌਰ ਦੇ ਉੱਤੇ ਕਿਸੇ ਖਾਸ ਇਵੈਂਟ ਵਾਸਤੇ, ਇਵੈਂਟ ਵੀ ਇਸ ਕਿਸਮ ਦਾ ਜਿਹੜਾ ਸਾਡੇ ਗਣਤੰਤਰ ਦੇ ਨਾਲ ਸੰਬੰਧਿਤ ਹੋਵੇ,
ਉੱਥੋਂ ਕੋਈ ਬਿਲਕੁਲ ਟਾਈਮਲੀ ਜਵਾਬ ਦੇ ਦੇ ਵੀ ਨਹੀਂ ਮੈਂ ਆ ਨਹੀਂ ਸਕਦਾ। ਇਹ ਵੱਖਰੀ ਗੱਲ ਹੈ। ਜਿਹੜਾ ਫੋਨ ਕੀਤਾ ਬੋਰਿਸ ਜੌਨਸਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਉਹਦੇ ਚ ਉਹਨਾਂ ਨੇ ਕਿਹਾ ਕਿ ਮੈਂ ਆ ਨਹੀਂ ਸਕਦਾ ਕਿਉਂਕਿ ਇੰਗਲੈਂਡ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਆ ਗਿਆ ਤੇ ਸਾਡੇ ਲਈ ਦਿੱਕਤ ਬੜੀ ਹੈ, ਇਸ ਕਰਕੇ ਮੈਂ ਨਹੀਂ ਹੋਣਾ। ਇਹ ਗੱਲ ਤੁਸੀਂ ਸਵਾਲ ਦੇ ਸ਼ੁਰੂ ਚ ਕਹੀ ਹੈ, ਸਾਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਕਿਸਾਨਾਂ ਦਾ ਇੱਕ ਦਬਾਅ ਕੰਮ ਕਰ ਰਿਹਾ ਹੈ। ਧਰਮਜੀਤ ਸਿੰਘ ਢੇਸੀ ਜਿਹੜੇ ਉੱਥੇ ਕੈਬਨਿਟ ਮੰਤਰੀ ਵੀ ਨੇ, ਪੰਜਾਬੀ ਮੂਲ ਦੇ ਨੇ, ਤੇ ਕੁਝ ਹੋਰ ਭਾਰਤੀ ਮੂਲ ਦੇ ਜਿਹੜੇ MP ਨੇ 36 ਦੇ ਕਰੀਬ, ਉਹਨਾਂ ਸਾਰਿਆਂ ਨੂੰ ਬਕਾਇਦਾ ਅੱਜ ਤੋਂ 10-12 ਦਿਨ ਪਹਿਲਾਂ ਅਸੀਂ ਇਹ ਰਿਪੋਰਟ ਕਰ ਚੁੱਕੇ ਹਾਂ ਸਾਡੇ ਦਰਸ਼ਕਾਂ ਨੂੰ। ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਵੀ ਕਿਹਾ ਸੀ, ਬਕਾਇਦਾ ਲਿਖਤੀ ਤੌਰ ਦੇ ਉੱਤੇ ਈਮੇਲਸ ਕੀਤੀਆਂ, ਚਿੱਠੀਆਂ ਪਾਈਆਂ ਵੀ ਭਾਈ ਭਾਰਤ ਦੇ ਵਿੱਚ ਇੱਕ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਇਸ ਅੰਦੋਲਨ ਦੇ ਪ੍ਰਤੀ ਸਹਿਰਦ ਹੈ ਤੇ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀਆਂ ਨੇ ਭਾਰਤ ਦੀ ਸਰਕਾਰ ਨੂੰ ਇਹ ਨਸੀਹਤ ਦਿੱਤੀ ਹੈ ਕਿ ਕਿਸਾਨਾਂ ਦਾ ਮਸਲਾ ਹੱਲ ਕਰੋ। ਉਸ ਸਮੇਂ 'ਚ ਤੁਸੀਂ ਜੇ ਗਣਤੰਤਰ ਦਿਵਸ ਤੇ ਆਉਣਗੇ, ਤੁਹਾਡੇ ਪ੍ਰਧਾਨ ਮੰਤਰੀ ਹੋਣਗੇ, ਤਾਂ ਇਹਦੇ ਨਾਲ ਅਕਸ ਜਿਹੜਾ ਆ ਬੋਰਿਸ ਜੌਨਸਨ ਦਾ ਵੀ ਵਿਗੜੇਗਾ, ਬਰਤਾਨੀਆ ਦਾ ਵੀ ਵਿਗੜੇਗਾ, ਜਿਹੜਾ ਬਰਤਾਨੀਆ ਕਿਸੇ ਵੇਲੇ ਦੁਨੀਆ ਭਰ ਤੇ ਰਾਜ ਕਰਦਾ ਸੀ ਤੇ ਅੱਜ ਕੱਲ ਆਪਣੀ ਜਿਹੜੀ ਅਕਸ ਨੂੰ ਸੁਧਾਰਨ 'ਚ ਲੱਗਿਆ ਹੋਇਆ ਮਨੁੱਖੀ ਅਧਿਕਾਰਾਂ ਦਾ ਪਹਿਰੇਦਾਰ ਬਣ ਰਿਹਾ ਹੈ। ਵੀ ਮਨੁੱਖੀ ਅਧਿਕਾਰਾਂ ਤੇ ਐਡਾ ਵੱਡਾ ਘਾਣ ਹੋ ਰਿਹਾ ਹੈ। ਜੇ ਬੋਰਿਸ ਜੌਨਸਨ ਆਉਣਗੇ ਤੇ ਉਹਨਾਂ ਦੇ ਖਿਲਾਫ ਇਹ ਗੱਲ ਜਾਏਗੀ ਤੇ ਕਿਸਾਨਾਂ ਨੇ ਵੀ ਉੱਥੇ 26 ਜਨਵਰੀ ਨੂੰ ਮੁਜ਼ਾਹਰੇ ਕਰਨੇ ਆ ਤੇ ਤੁਹਾਡੇ ਪ੍ਰਧਾਨ ਮੰਤਰੀ ਦਾ ਘਰਾਓ ਵੀ ਹੋ ਸਕਦਾ ਹੈ ਜਿੱਦਾਂ ਨਰਿੰਦਰ ਮੋਦੀ ਦਾ। ਤੇ ਇਹ ਗੱਲ ਮੈਨੂੰ ਲੱਗਦਾ ਹੈ ਵੀ ਭਾਵੇਂ ਬਹਾਨਾ ਉਹਨਾਂ ਨੇ ਕਰੋਨਾ ਦਾ ਬਣਾਇਆ, ਪਰ ਇਹ ਗੱਲ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਸੰਸਦ ਮੈਂਬਰ ਹੈ ਉਹਨਾਂ ਨੇ ਬੋਰਿਸ ਜੌਨਸਨ ਦੇ ਕੰਨਾਂ 'ਚ ਪਾ ਦਿੱਤੀ ਹੈ ਤੇ ਉਹਨਾਂ ਨੂੰ ਵੀ ਲੱਗਾ ਹੈ ਕਿ ਅਸੀਂ ਇੱਥੇ ਕਿਉਂ ਆ ਕੇ ਫਸਣਾ, ਵੀ ਕੱਲ ਨੂੰ ਦੁਨੀਆ ਭਰ ਦੇ ਵਿੱਚ ਥੂ-ਥੂ ਹੋਊਗੀ ਤੇ ਉਹ ਕਰੋਨਾ ਦਾ ਬਹਾਨਾ ਬਣਾ ਕੇ ਨਾ ਕਰ ਗਏ ਵੀ ਮੈਨੂੰ ਮਾਫ ਕਰੋ ਜੀ, ਮੈਂ ਤੁਹਾਡੇ ਇਸ ਗਣਤੰਤਰ ਦਿਵਸ ਦੇ ਚੀਫ ਗੈਸਟ ਦੇ ਤੌਰ ਤੇ ਨਹੀਂ ਆਉਣਾ। ਸੋ ਮੈਨੂੰ ਲੱਗਦਾ ਹੈ ਕਿ ਇਹ ਭਾਰਤ ਸਰਕਾਰ ਵਾਸਤੇ, ਨਰਿੰਦਰ ਮੋਦੀ ਦੀ ਸਰਕਾਰ ਵਾਸਤੇ ਇੱਕ ਵੱਡਾ ਝਟਕਾ ਹੈ। ਇਸ ਕਰਕੇ ਝਟਕਾ ਹੈ, UN ਨੂੰ ਪਹਿਲਾਂ ਕਹਿ ਚੁੱਕਾ ਨਰਿੰਦਰ ਮੋਦੀ ਸਰਕਾਰ ਨੂੰ ਤੇ ਵੱਖ-ਵੱਖ ਮੁਲਕਾਂ ਦੇ ਜਿਹੜੇ ਮੁਖੀ ਆ ਉਹ ਪਹਿਲਾਂ ਕਹਿ ਚੁੱਕੇ ਨਰਿੰਦਰ ਮੋਦੀ ਸਰਕਾਰ ਨੂੰ ਵੀ ਤੁਸੀਂ ਕਿਸਾਨਾਂ ਨਾਲ ਜ਼ਿਆਦਤੀ ਕਰ ਰਹੇ ਹੋ, ਤੁਸੀਂ ਇਸ ਮਸਲੇ ਦਾ ਜਿਹੜਾ ਪੋਜ਼ਿਟਿਵਲੀ ਹੱਲ ਕਰੋ। ਹੁਣ ਬੋਰਿਸ ਜੌਨਸਨ ਦਾ ਨਾ ਆਉਣਾ ਇਹ ਭਾਰਤ ਸਰਕਾਰ ਵਾਸਤੇ ਵਿਪਤਾ ਖੜੀ ਕਰੇਗਾ। ਭਾਰਤ ਸਰਕਾਰ ਨੂੰ ਇਮੀਡੀਏਟ ਕੋਈ ਨਵਾਂ ਚੀਫ ਗੈਸਟ ਲੱਭਣਾ ਪਊਗਾ, ਨਹੀਂ ਤਾਂ ਬਿਨਾਂ ਚੀਫ ਗੈਸਟ ਤੋਂ ਆਪਣਾ ਗਣਤੰਤਰ ਦਿਵਸ ਮਨਾਉਣਾ ਪਊਗਾ। ਸੋ ਮੈਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਵਾਸਤੇ ਇੱਕ ਝਟਕਾ ਵੀ ਹੈ ਤੇ ਭਾਰਤ ਸਰਕਾਰ ਨੂੰ ਇੱਕ ਨਸੀਹਤ ਵੀ ਹੈ ਵੀ ਹਾਲੇ ਵੀ 26 ਜਨਵਰੀ ਤੋਂ ਪਹਿਲਾਂ ਭਾਰਤ ਸਰਕਾਰ ਕਿਸਾਨਾਂ ਦੀਆਂ ਪ੍ਰਮੁੱਖ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਪੋਜ਼ਿਟਿਵਲੀ ਤੇ ਹਾਂ ਪੱਖੀ ਰਵੱਈਏ ਦੇ ਨਾਲ ਮੰਨ ਲਵੇ, ਨਹੀਂ ਤਾਂ 26 ਜਨਵਰੀ ਤੋਂ ਬਾਅਦ ਹੋਰ ਕੀ ਹੋਏਗਾ ਇਹਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਜੀ। ਕਿਸਾਨ ਸਾਹਿਬ, ਪਿਛਲੇ 3-4 ਦਿਨ ਤੋਂ ਜ਼ਬਰਦਸਤ ਮੀਂਹ ਪੈ ਰਿਹਾ ਦਿੱਲੀ ਦੇ ਵਿੱਚ, ਠੰਡ ਵੀ ਬਹੁਤ ਹੈ, ਪਰ ਫਿਰ ਵੀ ਕਿਸਾਨ ਦੇਖੋ ਡਟੇ ਹੋਏ ਨੇ। ਇੱਕ ਚੰਗੀ ਖਬਰ ਇਹਦੇ ਵਿੱਚ ਇਹ ਆਈ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੁਣੀ ਬਹੁਤ ਸਾਰੀਆਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਰਹਿਣ ਬਸੇਰਾ ਬੱਸਾਂ ਬਣਾਈਆਂ, ਸੀਟਾਂ ਵਗੈਰਾ ਕੱਢ ਕੇ ਕਿ ਇਹਨਾਂ ਬੱਸਾਂ ਦੇ ਵਿੱਚ ਕਿਸਾਨਾਂ ਨੇ ਆ ਕੇ ਸੌਣਾ ਹੈ ਤੇ ਸੌ ਸਕਦੇ ਨੇ। ਦੇਖੋ ਇਹ ਤਾਂ ਲਾਜ਼ਮੀ ਤੌਰ ਤੇ ਸ਼ਲਾਘਾਯੋਗ ਕੰਮ ਹੈ, ਮੈਂ ਉਹ ਦੇਖ ਕੇ ਵੀ ਆਇਆ ਸਾਰਾ ਕੁਝ। 25 ਦੇ ਕਰੀਬ ਬੱਸਾਂ ਜਿਹੜੀਆਂ ਉਹਨਾਂ ਨੇ ਰਹਿਣ ਬਸੇਰੇ ਦਾ ਉਹਨੂੰ ਰੂਪ ਦੇ ਦਿੱਤਾ ਹੈ ਜੀ, ਕਿਉਂਕਿ ਜਿੱਦਾਂ ਮੀਂਹ ਪਿਆ ਤੇ ਸੰਭਾਵਨਾ ਕੱਲ ਵੀ ਮੀਂਹ ਪੈਣ ਦੀ ਹੈ ਔਰ ਉਹਦੇ 5-4 ਦਿਨਾਂ ਤੱਕ ਤਾਂ ਫਿਰ ਉਹ ਸਾਰਾ ਸੂਰਜ ਆ ਜਾਏਗਾ, ਧੁੱਪ ਨਿਖਰੇਗੀ, ਸਾਰਾ ਕੁਝ ਆ, ਪਰ ਫਿਰ ਵੀ ਮੌਸਮ ਕਿਸੇ ਵੇਲੇ ਵੀ ਬਦਲ ਸਕਦਾ ਹੈ। ਇਸ ਕਰਕੇ ਜ਼ਮੀਨ ਤੇ ਜਿਹੜੇ ਟੈਂਟ ਲੱਗੇ ਹੋਏ ਉਹਨਾਂ 'ਚ ਪਾਣੀ ਆ ਵੜਿਆ ਤੇ ਇਦਾਂ ਦੇ ਪ੍ਰਬੰਧਾਂ ਦੀ ਜ਼ਰੂਰਤ ਹੈ। ਸੋ ਸ਼੍ਰੋਮਣੀ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ, ਉਹਨਾਂ ਵੱਲੋਂ ਪਹਿਲਾਂ ਵੀ ਬੜੀ ਮਦਦ ਕੀਤੀ ਜਾ ਰਹੀ ਹੈ, ਹੁਣ ਵੀ ਇਹ ਮਦਦ ਕੀਤੀ ਗਈ ਹੈ, ਇਹਨੂੰ ਐਪਰੀਸ਼ੀਏਟ ਕਰ ਰਹੇ ਨੇ ਲੋਕ। ਪੋਲੀਟਿਕਸ ਆਪਣੀ ਥਾਂ ਦੇ ਉੱਤੇ ਹੈ, ਜਦੋਂ ਕਿ ਅੰਦੋਲਨ ਚੱਲ ਰਿਹਾ ਉਹਦੇ 'ਚ ਕੌਣ ਕਿੰਨੀ ਮਦਦ ਕਰ ਰਿਹਾ ਇਹਦੀ ਵੀ ਇੱਕ ਕਿਤੇ ਨਾ ਕਿਤੇ ਭੂਮਿਕਾ ਹੁੰਦੀ ਹੈ। ਮੈਂ ਨਾਲ ਜੋੜ ਕੇ ਇੱਕ ਗੱਲ ਦੱਸਣੀ ਚਾਹੁੰਦਾ ਜਿਹੜੀ ਅੱਜ ਮੇਰੇ ਦਿਲ ਨੂੰ ਬੜੀ ਛੂਹੀ ਜੀ। ਉਹ ਵੱਖਰੀ ਗੱਲ ਹੈ ਕਿ ਹਰਿਆਣੇ ਦਾ ਜਿਹੜਾ ਵਪਾਰੀ ਆ, ਹਰਿਆਣੇ ਦਾ ਜਿਹੜਾ ਦੁਕਾਨਦਾਰ ਆ, ਜਾਂ ਜਿਹੜਾ ਨਾਲ ਜਿਹੜਾ ਹਾਈਵੇ ਆ ਉਹਦੇ ਨਾਲ ਜਿਹੜੇ ਹਰਿਆਣਵੀ ਬੈਠੇ ਉਹਨਾਂ ਨੇ ਆਪਣੇ ਘਰ ਖੋਲਤੇ, ਆਪਣੀਆਂ ਫੈਕਟਰੀਆਂ ਖੋਲਤੀਆਂ, ਸਾਰਾ ਕੁਝ ਖੋਲਤਾ
ਅੱਜ ਅਸੀਂ ਜਿਹੜਾ ਦੇਖਿਆ KFC ਦੇ ਲਾਗੇ, ਜਿਹੜਾ KFC ਦੀ ਬੜੀ ਵੱਡੀ ਬਿਲਡਿੰਗ ਹੈ ਇੱਥੇ, ਉਹਦੇ ਲਾਗੇ ਇੱਕ ਆਪਣਾ ਸ਼ੋਰੂਮ ਹੈ, ਬੂਟਾਂ ਦੀ ਕਹਿ ਲਓ ਸ਼ੋਰੂਮ ਹੈ ਬੂਟਾਂ ਦਾ। ਤੇ ਉੱਥੇ ਕਿਸਾਨ ਜਿਹੜੇ ਥੱਲੇ ਉਹਨਾਂ ਦੇ ਸਾਹਮਣੇ ਪੈਂਦੇ ਸੀਗੇ ਤੇ ਪਾਣੀ ਭਰ ਗਿਆ, ਜੋ ਲਗਭਗ 25-30 ਕਿਸਾਨ। ਮੈਂ ਹੈਰਾਨ ਹੋਇਆ ਕਿ ਉਹ ਬੰਦੇ ਨਾਲ ਮੈਂ ਗੱਲ ਕੀਤੀ ਆ, ਭਾਵੇਂ ਉਹ ਔਨ ਕੈਮਰਾ ਆਉਣ ਤੋਂ ਥੋੜਾ ਝਿਜਕ ਗਿਆ ਕਿ ਇੱਥੇ ਸਰਕਾਰ ਜਿਹੜੀ ਆ ਮਨੋਹਰ ਖੱਟੜ ਦੀ ਹੈ, ਕੱਲ ਨੂੰ ਉਹ ਸਰਕਾਰ ਇਹਨਾਂ ਲਈ ਟਰਬਲ ਪੈਦਾ ਕਰ ਸਕਦੀ ਹੈ, ਵਪਾਰੀ ਬੰਦੇ ਹੈ, ਉਹਨਾਂ ਦੇ ਆਪਣੇ ਹਿੱਤ ਵੀ ਹੈ। ਪਰ ਉਹਨੇ ਦੱਸਿਆ ਵੀ 2.5 ਲੱਖ ਰੁਪਏ ਦਾ ਰੋਜ਼ ਉਹਨਾਂ ਨੂੰ ਨੁਕਸਾਨ ਹੋ ਰਿਹਾ, 2.5 ਲੱਖ ਰੁਪਏ ਦਾ, ਕਿਉਂਕਿ ਉਹਨਾਂ ਦੇ ਵੱਡੇ ਸ਼ੋਰੂਮ ਹੈ ਤੇ 3-4 ਸ਼ੋਰੂਮ ਹੈ ਇਸ ਰੋਡ ਦੇ ਉੱਤੇ ਉਹਨਾਂ ਦੇ। 2.5 ਲੱਖ ਦਾ ਰੋਜ਼ ਨੁਕਸਾਨ ਹੋ ਰਿਹਾ, ਉਹਦੇ ਬਾਵਜੂਦ ਉਸ ਬੰਦੇ ਨੇ ਆਪਣੇ ਸ਼ੋਰੂਮ ਦੇ ਸਾਹਮਣੇ, ਜਿੱਦਾਂ ਤੁਸੀਂ ਕਹਿੰਦੇ ਰੈਣ ਬਸੇਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਏ ਆ ਬੱਸਾਂ 'ਚ, ਉਹਨੇ ਆਪਣੇ ਸ਼ੋਰੂਮ ਦੇ ਸਾਹਮਣੇ ਆਪ ਪੱਟੇ ਲਵਾ ਕੇ 3-3 ਫੁੱਟ ਉੱਚੇ ਉਹ 25 ਬੰਦਿਆਂ ਦਾ ਪ੍ਰਬੰਧ ਕਰਤਾ, ਨਾਲ ਰਜਾਈਆਂ ਗਧੀਲੇ ਚੜ੍ਹਦੇ। ਮੈਂ ਹੈਰਾਨ ਰਹਿ ਗਿਆ ਕਿ ਜਿਸ ਬੰਦੇ ਦਾ 2.5 ਲੱਖ ਦਾ ਰੋਜ਼ ਨੁਕਸਾਨ ਇਸ ਕਰਕੇ ਹੋ ਰਿਹਾ ਵੀ ਕਿਸਾਨ ਸੜਕਾਂ ਤੇ ਹੈ, ਦੁਕਾਨਾਂ ਉਹਨਾਂ ਦੀਆਂ ਬੰਦ ਹੈ, ਸ਼ੋਰੂਮ ਬੰਦ ਹੈ, ਉਹ ਬੰਦਾ 2.5 ਲੱਖ ਦਾ ਨੁਕਸਾਨ ਤਾਂ ਝੱਲ ਹੀ ਰਿਹਾ, ਨਾਲ ਉਹ ਕਿਸਾਨਾਂ ਲਈ ਇੰਨੀ ਹੈਲਪ ਕਰ ਰਿਹਾ, ਆਪਣਾ ਸਾਰਾ ਸ਼ੋਰੂਮ ਵੀ ਖੋਲਦਾ ਵੀ ਟਾਇਲਟ ਯੂਜ਼ ਕਰੋ, ਜੋ ਮਰਜ਼ੀ ਯੂਜ਼ ਕਰੋ। ਫਿਰ ਮੈਂ ਪੁੱਛਿਆ ਕਿਉਂ ਕਰ ਰਹੇ ਹੋ ਤੁਸੀਂ? ਕਹਿੰਦਾ ਜੀ ਇਹ ਕਹਿਣ ਦੀ ਗੱਲ ਹੈ ਵੀ ਇਹ ਕਿਸਾਨਾਂ ਦੀ ਲੜਾਈ ਹੈ, ਸਾਡੀ ਵੀ ਲੜਾਈ ਹੈ। ਜਦੋਂ ਵੱਡੇ ਮਾਲ ਖੁੱਲਣਗੇ ਤਾਂ ਸਾਡੇ ਸ਼ੋਰੂਮ ਕਿੱਥੇ ਜਾਣਗੇ? ਸਾਡੇ ਸ਼ੋਰੂਮ ਨੂੰ ਕਿਹਨੇ ਪੁੱਛਣਾ? ਅਸੀਂ ਵੀ ਬਰਬਾਦ ਹੋ ਰਹੇ ਨਾਲ ਹੀ। ਇਸ ਕਰਕੇ ਅਸੀਂ ਇਸ ਲੜਾਈ ਦਾ ਹਿੱਸਾ ਆ ਤੇ ਇਸ ਕਰਕੇ ਇਸ ਕਿਸਾਨ ਅੰਦੋਲਨ ਦੀ ਅਸੀਂ ਹਮਾਇਤ ਕਰਦੇ ਹਾਂ। ਸੋ ਇਸ ਸਿਖਰ ਤੇ, ਇਸ ਮੁਕਾਮ ਤੇ ਜੇ ਲੜਾਈ ਪਹੁੰਚ ਗਈ ਹੋਵੇ ਤੇ ਇਸ ਲੜਾਈ ਨੂੰ ਕਿਵੇਂ ਹਰਾਇਆ ਜਾ ਸਕਦਾ? ਇਹ ਲੜਾਈ ਲਾਜ਼ਮੀ ਤੌਰ ਤੇ ਜਿੱਤੀ ਜਾਏਗੀ ਜੀ। ਕਿਸਾਨ ਸਾਹਿਬ, ਕਈ ਵਾਰੀ ਇੱਥੇ ਖਬਰਾਂ ਪਹੁੰਚ ਜਾਂਦੀਆਂ ਕਿ ਜਿਹੜਾ ਹਰਿਆਣਾ ਮਦਦ ਕਿਸਾਨਾਂ ਦੀ ਸਰਕਾਰ ਦੇ ਕਹਿਣ ਤੇ ਕਰ ਰਿਹਾ, ਹਰਿਆਣੇ ਦੇ ਲੋਕ ਜਿਹੜੇ ਨੇ ਉਹ ਸਰਕਾਰ ਦੇ ਕਹਿਣ ਤੇ ਕਿਸਾਨਾਂ ਦੀ ਮਦਦ ਕਰ ਰਹੇ ਨੇ, ਉਹ ਕਿਸੇ ਟਾਈਮ ਵੀ ਕਿਸਾਨ ਅੰਦੋਲਨ ਦੀ ਆਪਣੀ ਸਪੋਰਟ ਜਿਹੜੀ ਹੈ ਉਹ ਵਾਪਸ ਲੈ ਸਕਦੇ ਨੇ। ਕਈ ਵਾਰੀ ਇੱਦਾਂ ਦੀਆਂ ਖਬਰਾਂ, ਅੱਜ ਕੱਲ੍ਹ ਸੋਸ਼ਲ ਮੀਡੀਆ ਬੜਾ ਕੁਛ ਹੋ ਗਿਆ, ਜਾਂ ਬਿਨਾਂ ਮਤਲਬ ਤੋਂ ਤੁਹਾਨੂੰ ਟੈਕਸਟ ਮੈਸੇਜ ਬਣਾ ਕੇ ਭੇਜਦੇ ਨੇ, ਇਹੋ ਜਿਹੀ ਕੋਈ ਖਬਰ ਲੱਗਦੀ ਤੁਹਾਨੂੰ? ਫਜ਼ੂਲ ਦੀ ਗੱਲ ਹੈ। ਦੇਖੋ ਇਹ ਤਾਂ ਜ਼ਰੂਰ ਹੈ ਕਿ ਜਿਹੜੇ ਹਰਿਆਣੇ ਦੇ ਵਿੱਚ ਕੋਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ RSS ਜਿਹੜਾ ਰਾਸ਼ਟਰੀ ਸਵੈਮ ਸੇਵਕ ਹੈ ਸੰਘ ਹੈ, ਉਹਦੀਆਂ ਬ੍ਰਾਂਚਿਸ ਵੀ ਬਹੁਤ ਹੈ ਹਰਿਆਣੇ ਦੇ ਵਿੱਚ, ਉਹ ਕੋਈ ਸ਼ਰਾਰਤ ਕਰਨ ਤਾਂ ਕਰ ਦੇਣ। ਪਰ ਜਿਹੜਾ ਹਰਿਆਣੇ ਦਾ ਕਾਮਨ ਮੈਨ ਹੈ, ਮੈਂ ਤਾਂ ਉਹ ਦੂਰ ਤੱਕ ਦੇਖਿਆ ਨਾ ਜੀ, ਪਹਿਲੇ ਦਿਨ ਤੋਂ ਅਸੀਂ ਇੱਥੇ ਆ, ਥੱਲੇ ਤੱਕ ਪਿੰਡਾਂ 'ਚ ਜਾ ਕੇ, ਜਿਹੜੇ ਹਰਿਆਣੇ ਦੇ ਪਿੰਡਾਂ 'ਚ ਜਾ ਕੇ ਵੀ ਅਸੀਂ ਲੋਕਾਂ ਦਾ ਸਧਾਰਨ ਜਿਹੜੇ ਮਾਸੂਮ ਲੋਕ ਨੇ, ਜਿਨ੍ਹਾਂ ਦਾ ਕਿਸੇ ਪੋਲਿਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ, ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਵੀ ਕਰਦੇ ਰਹੇ ਆ, ਮੈਂ ਤਾਂ ਉਹਨਾਂ ਦੀਆਂ ਗੱਲਾਂ ਸੁਣੀਆਂ, ਉਹ ਇੰਨੇ ਭੋਲੇ ਭਾਅ ਗੱਲਾਂ ਕਰਦੇ ਆ। ਮਤਲਬ ਕਿਸੇ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਪਰੋਸ ਕੇ ਜਾਂ ਇੱਕ ਖਾਸ ਤੌਰ ਦੇ ਉੱਤੇ ਪੋਲੀਟੀਕਲੀ ਯੂਜ਼ ਕਰਦੇ ਇਰਾਦੇ ਨਾਲ ਜਦੋਂ ਤੁਸੀਂ ਤਿਆਰ ਕਰਦੇ ਹੋ ਤੇ ਤੁਹਾਨੂੰ ਝੱਟ ਪਤਾ ਲੱਗ ਜਾਂਦਾ ਜਦ ਤੁਸੀਂ ਉਹਨਾਂ ਗੱਲ ਕਰਦੇ ਹੋ ਵੀ ਇਹ ਬੰਦਾ ਬੋਲ ਕਿੱਥੋਂ ਰਿਹਾ। ਭੋਲੇ ਭਾਲੇ ਲੋਕ, ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਦਾ ਮੈਂ ਹੁਣੇ ਜ਼ਿਕਰ ਕੀਤਾ, ਜਿਹੜੇ ਆਪਣਾ ਕਾਰੋਬਾਰ ਵੀ ਤਬਾਹ ਹੋ ਰਿਹਾ ਉਹਨਾਂ ਦਾ, ਉਹਦੇ ਬਾਵਜੂਦ ਵੀ ਉਹ ਕਹਿੰਦੇ ਇਹ ਤਬਾਹੀ ਟੈਂਪਰੇਰੀ ਹੈ, ਜੇ ਅੱਜ ਨਾ ਅਸੀਂ ਇਹਨਾਂ ਨਾਲ ਖੜੇ ਹੋਏ ਤਾਂ ਅਸੀਂ ਸਦਾ ਲਈ ਬਰਬਾਦ ਹੋ ਜਾਵਾਂਗੇ। ਸੋ ਇਹ ਜੋ ਸਾਡਾ ਨੁਕਸਾਨ ਹੈ ਟੈਂਪਰੇਰੀ ਹੈ, ਇਹ ਅਸੀਂ ਰਿਵਾਈਵ ਕਰ ਜਾਵਾਂਗੇ ਜੀ। ਇਹ ਜੇ ਸਧਾਰਨ ਤੋਂ ਸਧਾਰਨ ਬੰਦਾ ਵੀ ਜਿਹੜਾ ਹਰਿਆਣੇ ਦਾ ਆਇਆ ਉਹ ਇਸ ਅੰਦੋਲਨ ਦੇ ਨਾਲ, ਤੁਸੀਂ ਦੱਸੋ ਵੀ ਇੰਨੇ ਦਿਨ ਹੋ ਗਏ, ਮਤਲਬ 42 ਦਿਨ ਹੋ ਗਏ ਤੇ ਦਿੱਲੀ ਦੇ ਬਾਰਡਰ ਘੇਰੇ ਹੋਏ ਆ ਸਾਰੇ, ਉਹ ਹਾਈਵੇ ਦੇ ਉੱਤੇ 25-30 ਕਿਲੋਮੀਟਰ ਦੇ ਲਗਾਤਾਰ ਜਿਹੜੇ ਟਰੈਕਟਰ ਟਰਾਲੀਆਂ ਖੜੇ ਆ, ਤੇ ਹੁਣ ਤੱਕ ਤਾਂ ਲੋਕਲ ਲੋਕ ਬਗਾਵਤ ਕਰ ਦਿੰਦੇ, ਜਿਹੜੇ ਸਥਾਨਕ ਲੋਕ ਆ ਉਹ ਬਾਗੀ ਹੋ ਜਾਂਦੇ, ਉਹ ਝੁੰਡਾਂ ਦੇ ਝੁੰਡ ਆਉਂਦੇ, ਕਿਸਾਨਾਂ ਨਾਲ ਝਗੜੇ ਕਰਦੇ। ਉਹ ਤਾਂ ਲੋਕ ਇਹ ਕਹਿ ਰਹੇ ਆ ਵੀ ਸਾਡਾ ਜੀ ਕਰਦਾ ਤੁਸੀਂ ਇੱਥੇ ਰਹੋ, ਇੱਥੇ ਪੱਕੇ ਘਰ ਬਣਾ ਲਓ, ਸਾਡਾ ਤੁਹਾਨੂੰ ਬਿਨਾਂ ਜੀ ਨਹੀਂ ਲੱਗਣਾ। ਹੁਣ ਮਤਲਬ ਇੱਥੇ ਤੱਕ ਗੱਲ ਪਹੁੰਚੀ ਹੋਈ ਆ। ਇਹੀ ਤਾਂ ਸਭ ਤੋਂ ਵੱਡਾ ਡਰ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ, ਨਰਿੰਦਰ ਮੋਦੀ ਦੀ ਸਰਕਾਰ ਨੂੰ, ਵੀ ਹੋ ਕੀ ਗਿਆ? ਅਸੀਂ ਤਾਂ ਇਸ ਦੇਸ਼ ਨੂੰ ਤੋੜ ਕੇ, ਲੋਕਾਂ ਨੂੰ ਵੰਡ ਕੇ ਹਕੂਮਤ ਹਾਸਲ ਕੀਤੀ ਸੀ, ਇਹ ਲੋਕ ਤਾਂ ਇਕੱਠੇ ਹੋ ਗਏ। ਇਹ ਜਿਹੜਾ ਭਾਈਚਾਰਾ ਕਾਇਮ ਹੋਇਆ ਇਸ ਅੰਦੋਲਨ ਨੇ ਕੀਤਾ, ਇਸ ਸਮੁੱਚੇ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਈ ਇਹ ਹੈ ਵੀ ਇੱਕੋ ਪਰਾਤ ਦੇ ਵਿੱਚ ਮੁਸਲਮਾਨ, ਸਿੱਖ ਤੇ ਹਿੰਦੂ ਆਟਾ ਗੁੰਨ ਰਹੇ, ਵੱਡੀ ਪਰਾਤ, ਇਹੀ ਸਭ ਤੋਂ ਵੱਡੀ ਸਫਲਤਾ ਹੈ ਜੀ। ਕਿਸਾਨ ਸਾਹਿਬ, ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਉਹ ਅਸੀਂ ਹੁਣ ਬ੍ਰੇਕ ਦੇ ਵਿੱਚ ਪੇਸ਼ ਕਰਨ ਜਾ ਰਹੇ ਹਾਂ।
ਸ਼ਹੀਦ ਆਜਮ ਭਗਤ ਸਿੰਘ ਦੇ ਭਰਾ ਕੁਲਵੀਰ ਸਿੰਘ ਸੰਧੂ ਹੁਣਾਂ ਦੇ ਬੇਟੇ ਅਵੇ ਸੰਧੂ ਹੁਣਾਂ ਦੇ ਨਾਲ ਜਿਹੜੀ ਕਿ ਬਹੁਤ ਵਧੀਆ ਗੱਲਬਾਤ ਮੈਂ ਦੇਖੀ ਆ, ਉਹ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ। ਬਰੀਫਲੀ 1-2 ਲਫ਼ਜ਼ਾਂ ਵਿੱਚ ਤੁਸੀਂ ਉਹ ਗੱਲਬਾਤ ਸਾਂਝੀ ਕਰ ਦਿਓ ਥੋੜ੍ਹੀ ਜਿਹੀ, ਉਸ ਤੋਂ ਬਾਅਦ ਬ੍ਰੇਕ ਤੋਂ ਬਾਅਦ ਫਿਰ ਅਸੀਂ ਗੱਲਬਾਤ ਕਰਾਂਗੇ ਕਮਲ ਦਸਾਂਝ ਹੁਣਾਂ ਦੇ ਨਾਲ ਜੀ। ਮੈਂ ਬਸ ਅਵੇ ਸੰਧੂ ਨੂੰ ਤੁਸੀਂ ਸੁਣੋਗੇ, ਕੋਈ ਸਵਾਲ ਉਹਨਾਂ ਨੇ ਕੀਤੇ ਆ, ਤੁਸੀਂ ਉਹ ਸੁਣ ਲੈਣੇ ਆ। ਇਸ ਤੋਂ ਬਿਨਾਂ ਵੀ ਜਿਹੜਾ ਇੱਥੇ ਮੈਂ ਦੇਖ ਰਿਹਾ ਜੀ ਮਾਹੌਲ, ਕੱਲ ਅਸੀਂ ਸਾਰਾ ਦਿਨ ਕੁਝ ਚੀਜ਼ਾਂ ਜਿਹੜੀਆਂ ਨਵੀਆਂ ਵੀ ਰਿਕਾਰਡ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਨੂੰ ਭੇਜਾਂਗੇ। ਮਾਹੌਲ ਇਸ ਕਿਸਮ ਦਾ ਬਣ ਗਿਆ, ਮਤਲਬ ਇੱਕ ਕੈਂਪ ਲੱਗਾ ਹੋਇਆ ਇੱਥੇ ਵਰਕਿੰਗ ਪੀਪਲਸ ਚਾਰਟਰ ਦਾ ਜੀ। 200 ਦੇ ਕਰੀਬ ਜਥੇਬੰਦੀਆਂ ਦੇਸ਼ ਭਰ ਦੀਆਂ ਜਿਹੜੀਆਂ ਉਹਦੇ ਨਾਲ ਜਿਹੜੀਆਂ ਅਟੈਚ ਹੈ। ਕੋਈ ਉੱਥੇ ਪੂਨੇ ਤੋਂ ਆਇਆ ਹੋਇਆ, ਕੋਈ ਉੱਥੇ ਉੱਤਰ ਪ੍ਰਦੇਸ਼ ਤੋਂ ਆ, ਕੋਈ ਬਿਹਾਰ ਦਾ, ਕੋਈ ਰਾਜਸਥਾਨ ਤੋਂ, ਕੋਈ ਦਿੱਲੀ ਤੋਂ, ਇਕੱਠੇ ਬੈਠੇ ਆ। ਉਹ ਕੌਣ ਹੈ? ਉਹ ਹੈਗੇ ਮਜ਼ਦੂਰ, ਉਹ ਕਿਸਾਨ ਨਹੀਂ ਹੈਗੇ, ਉਹ ਮਜ਼ਦੂਰ ਹੈ। ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਲੜਾਈ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਦੀ ਵੀ ਹੈ। ਤੇ ਉਹ ਕਹਿੰਦੇ ਆ ਜੇ ਮਜ਼ਦੂਰ ਤੇ ਕਿਸਾਨ ਇਕੱਠੇ ਹੋ ਕੇ ਅੱਜ ਲੜਨਗੇ, ਜਿਹਦੀ ਸਭ ਤੋਂ ਵੱਧ ਜ਼ਰੂਰਤ ਹੈ, ਇਹ ਲੜਾਈ ਤਾਂ ਜਿੱਤੀ ਜਾਊਗੀ। ਹੁਣ ਇੱਥੇ ਜਿਹੜੀ ਇੱਕ ਦਿੱਕਤ ਆ ਰਹੀ ਹੈ, ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਵਿੱਚ ਜੀ ਬਹੁਤ ਸਾਰੇ ਮਜ਼ਦੂਰ ਇੱਥੇ ਹੈਗੇ ਆ, ਪਰ ਜਿਹੜਾ ਕਾਮਨ ਮਜ਼ਦੂਰ ਹੈ ਉਹ ਹਾਲੇ ਵੀ ਇਸ ਅੰਦੋਲਨ ਤੋਂ ਦੂਰ ਹੈ। ਉਹਨੂੰ ਲੱਗਦਾ ਹੈ, ਮਤਲਬ ਜੇ ਸਾਫ਼ ਲਫ਼ਜ਼ਾਂ 'ਚ ਗੱਲ ਕਰਨੀ ਹੋਵੇ ਤਾਂ ਜੱਟਾਂ ਦੀ ਲੜਾਈ ਹੈ, ਜੱਟਾਂ ਦੀ ਲੜਾਈ ਅਸੀਂ ਕੀ ਲੈਣਾ। ਇਹ ਕਿਉਂ ਹੋ ਰਿਹਾ? ਭਾਵੇਂ ਬਹੁਤ ਸਾਰੀਆਂ ਮਜ਼ਦੂਰ ਜਥੇਬੰਦੀਆਂ ਹੈਗੀਆਂ ਨਾਲ, ਪਰ ਕਾਮਨ ਮਜ਼ਦੂਰ ਹਾਲੇ ਨਹੀਂ ਇੱਥੇ ਆਇਆ, ਉਹ ਆਊਗਾ। ਹੁਣ ਸਪੈਸ਼ਲੀ ਅਪੀਲ ਕੀਤੀ ਹੈ ਕਿਸਾਨ ਜਥੇਬੰਦੀਆਂ ਨੇ ਵੀ, ਆਪਣੀ ਸਾਂਝੀ ਲੜਾਈ ਹੈ। ਉਹ ਕਾਰਨ ਇਹ ਹੈ ਕਿ ਮਜ਼ਦੂਰਾਂ ਨੇ ਜਿਹੜੀ ਜਿੰਨੀਆਂ ਲੜਾਈਆਂ ਲੜੀਆਂ ਉਹਦੇ 'ਚ ਕਿਸਾਨ ਕਦੇ ਉਹਦੇ ਨਾਲ ਗਿਆ ਨਹੀਂ, ਕਿਉਂਕਿ ਸਰਕਾਰਾਂ ਨੇ ਕਿਸਾਨਾਂ ਤੇ ਮਜ਼ਦੂਰਾਂ 'ਚ ਪਾੜ ਪਾ ਕੇ ਰੱਖਿਆ ਜੀ। ਕਿਸਾਨਾਂ ਨੂੰ ਕਿਹਾ ਕਿ ਇਹ ਮਜ਼ਦੂਰ ਸਭ ਤੋਂ ਜ਼ਿਆਦਾ ਦਿਹਾੜੀ ਮੰਗਦੇ ਆ, ਮਜ਼ਦੂਰਾਂ ਨੂੰ ਕਿਹਾ ਗਿਆ ਕਿ ਜਿਹੜੇ ਕਿਸਾਨ ਆ ਤੁਹਾਨੂੰ ਦਿਹਾੜੀ ਪੂਰੀ ਦਿੰਦੇ ਨਹੀਂ ਜੀ, ਉਹਨਾਂ 'ਚ ਫਰਕ ਪਾ ਕੇ ਰੱਖਿਆ ਗਿਆ। ਇਸ ਕਰਕੇ ਉਹ ਜੱਟ ਤੇ ਇੱਕ ਕਿਸਮ ਦੀ ਜਿਹੜਾ ਛੋਟੀ ਜਾਤ ਦਾ ਇੱਕ ਮਸਲਾ ਖੜਾ ਕਰਕੇ ਪਿੰਡਾਂ ਦੇ ਵਿੱਚ ਬਕਾਇਦਾ ਬਾਈਕਾਟ ਤੱਕ ਵੀ ਹੋਏ ਖੇਤ ਮਜ਼ਦੂਰਾਂ ਦੇ ਦਲਤਾਂ ਦੇ। ਯਾਨੀ ਇਸ ਤਰ੍ਹਾਂ ਮਤਲਬ ਜੱਟ ਤੇ ਖੇਤ ਮਜ਼ਦੂਰ ਦਾ ਜਾਂ ਆਮ ਜਿਹੜਾ ਮਜ਼ਦੂਰ ਹੈ ਉਹਦੀ ਜਾਤ ਨੂੰ ਲੈ ਕੇ ਇਸ ਤਰ੍ਹਾਂ ਦੇ ਮਸਲੇ ਪੈਦਾ ਕੀਤੇ ਗਏ। ਇਹ ਸਰਕਾਰਾਂ ਕਰਦੀਆਂ, ਉਹਦੇ ਤੋਂ ਸਾਰੀਆਂ ਚੀਜ਼ਾਂ ਬਾਹਰ ਆ ਰਹੀਆਂ। ਤੇ ਸੰਤਰਾਮ ਉਦਾਸੀ ਦਾ ਮੈਨੂੰ ਗੀਤ ਯਾਦ ਆਉਂਦਾ, ਜਦੋਂ ਉਹਨੇ ਲਿਖਿਆ ਸੀ ਗੱਲ ਲੱਗ ਕੇ ਸ਼ੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ। ਅੱਜ ਤੂੜੀ ਵਿੱਚੋਂ ਨਸੀਬ ਫਰੋਲਣ ਦਾ ਮੌਕਾ ਆ ਗਿਆ। ਜੱਟ ਤੇ ਸ਼ੀਰੀ ਯਾਨੀ ਕਿਸਾਨ ਤੇ ਮਜ਼ਦੂਰ ਅੱਜ ਇਕੱਠੇ ਹੋ ਰਹੇ ਆ। ਤੇ ਜੇ ਮੁਕੰਮਲ ਏਕਤਾ ਹੋ ਗਈ, ਮਤਲਬ ਸਾਰੇ ਮਜ਼ਦੂਰ ਜਿੰਨੇ ਅੱਜ ਕਿਸਾਨ ਹੈ, ਇੱਥੇ ਇੰਨੇ ਮਜ਼ਦੂਰ ਵੀ ਆ ਗਏ, ਇਸ ਸਰਕਾਰ ਨੂੰ ਭੱਜਣ ਦਾ ਰਾਹ ਨਹੀਂ ਲੱਭਣਾ। ਤੁਸੀਂ ਬ੍ਰੇਕ ਲਾਓ ਤੇ ਲਾਓ ਅਵੇ ਸਿੰਘ ਸੰਧੂ ਨਾਲ ਗੱਲਬਾਤ, ਉਸ ਤੋਂ ਬਾਅਦ ਕਮਲ ਦਸਾਂਝ ਵਾਲੀ ਗੱਲ ਕਰਨਗੇ। ਦਸਾਂਝ ਸਾਹਿਬ, ਨਾਰਾ ਵੀ ਤਾਂ ਇਹੀ ਆ ਨਾ, ਜਿਹੜਾ ਨਾਰਾ ਲਾਉਂਦੇ ਆ ਸਾਰੇ ਕਿਸਾਨ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਹਿੰਦੇ ਆ। ਇਸ ਤੋਂ ਬਿਨਾਂ ਚਾਰਾ ਹੀ ਕੋਈ ਨਹੀਂ। ਇਕੱਲਾ ਕੁਝ ਹੋ ਹੀ ਨਹੀਂ ਸਕਦਾ। ਸਮੁੱਚੇ ਸਮਾਜ ਦੇ ਦੱਬੇ ਕੁਚਲੇ ਵਰਗਾਂ ਨੂੰ ਇੱਕ ਕਰਨ ਦਾ ਸਮਾਂ ਜਿਹੜਾ ਅੱਜ ਮਿਲਿਆ ਹੈ, ਇਹ ਬਹੁਤ ਹਿਸਟੋਰੀਕਲ ਹੈ, ਇਤਿਹਾਸਕ ਹੈ। ਤੇ ਇਸ ਸਮੇਂ ਨੂੰ ਅਵੇਲ ਕਰਨਾ, ਇਸ ਸਮੇਂ ਦੇ ਮੁਤਾਬਕ ਜੂਝਣਾ, ਮਰਨਾ, ਜੇ ਇਹ ਸਾਰੇ ਵਰਗ ਸਮਝਦਾਰੀ ਨਾਲ ਇਹ ਸਾਰੀ ਚੀਜ਼ ਨੂੰ ਅਵੇਲ ਕਰਨਗੇ ਤਾਂ ਜਿੱਤ ਤਾਂ ਵੱਟ ਤੇ ਪਈ ਹੈ। ਜਿੱਦਾਂ ਆਮ ਤੌਰ ਤੇ ਆਪਾਂ ਵੱਟ ਦੀ ਗੱਲ ਕਰਦੇ ਆ, ਇਹ ਵੱਟ ਤੇ ਪਈ ਜਿੱਤ ਹੈ ਜੇ ਸੱਚਮੁੱਚ ਸੁੱਚੇ ਵਰਗ ਜਿਹੜੇ ਆ ਆਪਣੇ ਛੋਟੇ ਮੋਟੇ ਮਤਭੇਦ ਜਿਹੜੇ ਆ ਉਹਨਾਂ ਨੂੰ ਪਾਸੇ ਰੱਖ ਕੇ ਇਸ ਲੜਾਈ ਸ਼ਾਮਲ ਹੋਣਗੇ ਜੀ। ਥੈਂਕ ਯੂ ਦਸਾਂਝ ਸਾਹਿਬ। ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਕਮਲ ਦਸਾਂਝ ਹੋਣਾ ਦੇ ਨਾਲ। ਹੁਣ ਅਸੀਂ ਪੇਸ਼ ਕਰਨ ਜਾ ਰਹੇ ਤੁਹਾਡੇ ਇੰਟਰਵਿਊ ਸ਼ਹੀਦ ਦਸਾਂਝ ਹੋਣੀ, ਸ਼ਹੀਦ ਆਜਮ ਭਗਤ ਸਿੰਘ ਦੇ ਭਤੀਜੇ ਅਵੇ ਸੰਧੂ ਹੋਣਾ ਦੇ ਨਾਲ ਕੀਤੀ ਹੋਈ ਗੱਲਬਾਤ ਦੇਖਦੇ ਹਾਂ। ਇਸ ਤੋਂ ਬਾਅਦ ਵਾਪਸ ਆਉਂਦੇ, ਇਸੇ ਤਰ੍ਹਾਂ ਜੁੜੇ ਰਹਿਣਾ ਸਾਂਝਾ ਪੰਜਾਬ ਦੇ ਨਾਲ। ਸੁਸ਼ੀਲ ਦਸਾਂਝ ਕੁੰਡਲੀ ਸਿੰਘੂ ਬਾਰਡਰ ਤੋਂ ਸਾਡੇ ਨਾਲ ਇਸ ਵੇਲੇ ਅਭੈ ਸੰਧੂ ਨੇ। ਕਿਸੇ ਜਾਣਕਾਰੀ ਦੇ ਮੁਤਾਜ ਨਹੀਂ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਭਤੀਜੇ ਨੇ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਤੋਂ ਛੋਟੇ ਭਰਾ ਕੁਲਵੀਰ ਸਿੰਘ, ਉਹਨਾਂ ਦੇ ਬੇਟੇ ਅਭੈ ਸੰਧੂ। ਤੇ ਇਹ ਲਗਾਤਾਰ ਇਸ ਬਾਰਡਰ ਤੇ ਵੀ ਆਏ ਨੇ, ਅੱਜ ਤੀਜੀ ਵਾਰ ਆਏ ਨੇ ਤੇ ਕੱਲ੍ਹ ਨੂੰ ਇਹਨਾਂ ਨੇ ਟਿਕਰੀ ਬਾਰਡਰ ਜਾਣਾ। ਸੰਧੂ ਸਾਹਿਬ, ਬਹੁਤ ਤੁਹਾਡਾ ਸਵਾਗਤ ਹੈ। ਭਗਤ ਸਿੰਘ ਹੋਰਾਂ ਦਾ ਬੈਚ ਮੈਂ ਤੁਹਾਡੇ ਇੱਥੇ ਦੇਖ ਰਿਹਾ, ਇਨਕਲਾਬ ਜ਼ਿੰਦਾਬਾਦ। ਸੋ ਭਗਤ ਸਿੰਘ ਹੋਰਾਂ ਦੀ ਜਿਹੜੀ ਇੱਕ ਚਿਣਗ ਸੀ ਜਾਂ ਜਿਹੜੀ ਇੱਕ ਲੜਾਈ ਸੀ, ਉਸ ਲੜਾਈ ਨੂੰ ਅੱਜ ਇੱਥੇ ਅੱਗੇ ਵਧਦਿਆਂ ਦੇਖਦਿਆਂ ਤੁਸੀਂ ਕੀ ਫੀਲ ਕਰ ਰਹੇ ਹੋ? ਦੇਖੋ, ਜਿਸ ਲੜਾਈ ਕਰਕੇ ਉਹ ਆਪਣੀਆਂ ਕੁਰਬਾਨੀਆਂ ਦੇ ਕੇ ਗਏ ਸ਼ਹੀਦਾਂ ਦੇ ਨਾਲ ਸਾਰਿਆਂ ਦੀ, ਉਹ ਉਹਨਾਂ ਦੇ ਸੁਪਨੇ ਤੇ ਪੂਰੇ ਨਹੀਂ ਹੋਏ। ਉਹਨਾਂ ਦੀ ਸੋਚ ਸੀ, ਜੋ ਉਹਨਾਂ ਦੀ ਖੁਆਇਸ਼ ਸੀ ਵੀ ਜਿਹੜਾ
ਇੱਕ ਗਰੀਬ ਔਰ ਅਮੀਰ ਦਾ ਪਾੜਾ ਜਿਹੜਾ ਉਹ ਘੱਟ ਹੋਵੇ, ਉਹ ਸਗੋਂ ਵਧਿਆ ਪਿਛਲੇ 70-72 ਸਾਲਾਂ 'ਚ ਵਧਿਆ। ਅੱਜ ਕਿਸਾਨੀ ਸੜਕਾਂ ਤੇ ਹੈ ਔਰ ਖ਼ਾਸ ਤੌਰ ਤੇ ਅਸੀਂ ਪਿਛਲੀ ਗੱਲ ਯਾਦ ਕਰੀਏ ਤੇ ਸਰਦਾਰ ਅਜੀਤ ਸਿੰਘ ਜੀ ਜਿਹੜੇ ਸਾਡੇ ਦਾਦਾ ਚਾਚਾ ਜੀ ਸੀਗੇ, ਉਹਨਾਂ ਨੇ ਪਗੜੀ ਸੰਭਾਲ ਜੱਟਾ ਮੁਹਿੰਮ ਚਲਾਈ। ਉਦੋਂ ਵੀ 3 ਕਾਨੂੰਨ ਬਣੇ। ਉਹ 3 ਕਾਨੂੰਨਾਂ ਵਾਸਤੇ ਜਿਹੜੇ ਜ਼ਿਮੀਂਦਾਰਾਂ ਦੇ ਅਗੇਂਸਟ ਸੀਗੇ, ਉਹਨਾਂ ਦੀ ਜ਼ਮੀਨਾਂ ਖੋਹਣ ਵਾਸਤੇ ਬਣਾਏ ਗਏ ਸੀ। ਉਹੀ ਕੁਝ ਹੋਣਾ ਹੈ। ਇਹ 1907 ਦੀ ਗੱਲ ਕਰ ਰਹੇ ਨੇ। 1907 ਚ ਪਗੜੀ ਸੰਭਾਲ ਜੱਟਾ ਜਿਹੜੀ ਲਹਿਰ ਚੱਲੀ, ਚਾਚਾ ਅਜੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ, ਅਰਜਨ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ, ਉਹਦਾ ਜ਼ਿਕਰ ਕਰ ਰਹੇ ਨੇ। ਸੰਧੂ ਸਾਹਿਬ, ਤੁਸੀਂ ਉਹ ਲੜਾਈ ਤੇ ਇਹ ਲੜਾਈ 'ਚ ਕੀ ਫਰਕ ਫੀਲ ਕਰ ਰਹੇ ਹੋ? ਦੇਖੋ, ਫਰਕ ਇੰਨਾ ਕਿ ਉਸ ਵੇਲੇ ਉਹ ਅੰਗਰੇਜ਼ਾਂ ਨੇ ਕਾਨੂੰਨ ਬਣਾਏ ਸੀਗੇ ਔਰ ਅਲਟੀਮੇਟਲੀ ਉਹ 9 ਮਹੀਨੇ ਦੀ ਜਦੋਜਹਿਦ ਤੋਂ ਬਾਅਦ ਉਹ ਕਾਨੂੰਨ ਵਾਪਸ ਹੋਏ। ਉਹਨਾਂ ਨੂੰ ਸਰਦਾਰ ਅਜੀਤ ਸਿੰਘ ਨੂੰ, ਲਾਲਾ ਲਾਜਪਤ ਰਾਏ ਨੂੰ ਮਾਂਡਲੇ ਜੇਲ੍ਹ 'ਚ ਭੇਜਿਆ ਗਿਆ। ਉਸ ਤੋਂ ਇਹ ਮੁਹਿੰਮ ਉਸ ਵੇਲੇ ਜ਼ਿਆਦਾ ਤੇਜ਼ ਹੋ ਗਈ ਤੇ ਅਲਟੀਮੇਟਲੀ ਮਤਲਬ ਇਹ ਸਤੰਬਰ ਦੇ ਮਹੀਨੇ 'ਚ ਉਹ ਜਿਹੜੀ ਮੁਹਿੰਮ ਜਿਹੜੀ ਹੈ ਕਾਮਯਾਬ ਹੋਈ ਔਰ ਪਹਿਲੀ ਵਾਰੀ ਅੰਗਰੇਜ਼ ਸਰਕਾਰ ਨੇ ਆਪਣੇ ਬਣਾਏ ਕਾਨੂੰਨ ਜਿਹੜੇ ਉਹ ਵਾਪਸ ਲੈਣੇ ਪਏ। ਔਰ ਅੱਜ ਵੀ ਕੋਈ ਬਹੁਤੀ ਗੱਲ ਇਹੋ ਜਿਹੀ ਨਹੀਂ ਹੈ ਕਿ ਇਹ ਵਾਪਸ ਨਹੀਂ ਹੋ ਸਕਦੇ। ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਕਿੰਨੀ ਕੁ ਇਹਨਾਂ ਦੀ ਸਾਂਝ ਹੈ, ਕਿੰਨੀ ਕੁ ਇਹਨਾਂ ਦੀ ਕਮਿਟਮੈਂਟਸ ਨੇ ਸਰਕਾਰ ਦੀਆਂ, ਜਿਸ ਕਰਕੇ ਇਹਨੂੰ ਅੱਗੇ ਵਧਾਈ ਜਾ ਰਹੇ ਨੇ। ਅਲਟੀਮੇਟਲੀ ਇਹ ਵਾਪਸ ਲੈਣੇ ਪੈਣੇ ਆ। ਕਿੰਨੀ ਦੇਰ ਬਾਅਦ ਕਰਦੇ ਨੇ? ਜਿਹੜੀਆਂ ਗੱਲਾਂ ਅੱਜ ਹੋ ਰਹੀਆਂ ਨੇ, ਇਹ ਅਗਰ 2 ਮਹੀਨੇ 3 ਮਹੀਨੇ ਪਹਿਲੇ ਹੋ ਜਾਂਦੀਆਂ ਤੇ ਸ਼ਾਇਦ ਇੱਥੋਂ ਤੱਕ ਲੋਕਾਂ ਨੂੰ ਆਉਣਾ ਹੀ ਨਾ ਪੈਂਦਾ। ਜੀ, ਤੁਸੀਂ ਹੁਣ ਜਦੋਂ ਆ ਰਹੇ ਹੋ, ਘੁੰਮ ਰਹੇ ਹੋ, ਦੇਖ ਰਹੇ ਹੋ ਸਾਰਾ ਕੁਝ, ਜਿਸ ਤਰ੍ਹਾਂ ਦਾ ਲੋਕਾਂ 'ਚ ਉਭਾਰ ਹੈ, ਲੜਾਈ ਭਾਵੇਂ ਕਿਸਾਨੀ ਦੀ ਹੈ, ਪਰ ਜਿਵੇਂ ਆਮ ਲੋਕ ਇਹਦੇ 'ਚ ਸ਼ਾਮਲ ਹੋ ਰਹੇ ਹੈ, ਤੁਹਾਨੂੰ ਨਹੀਂ ਲੱਗਦਾ ਕਿ ਇਹ ਲੜਾਈ ਕੇਵਲ ਕਿਸਾਨੀ ਦੀ ਨਾ ਰਹਿ ਕੇ ਹਰ ਆਮ ਬੰਦੇ ਦੀ ਹੋ ਗਈ, ਹਰ ਆਮ ਭਾਰਤੀ ਦੀ ਹੋ ਗਈ? ਦੇਖੋ, ਇਹ ਜਿਹੜਾ ਕਿਸਾਨੀ ਤੇ ਸਾਰਾ ਹਿੰਦੁਸਤਾਨ ਦਾ ਇੱਕ ਕਾਰੋਬਾਰ ਹੈ। ਹਰ ਆਦਮੀ ਨੇ ਰੋਟੀ ਖਾਣੀ ਹੈ ਔਰ ਇਹ ਅਲਟੀਮੇਟਲੀ ਇਫੈਕਟ ਜਿਹੜਾ ਹਰ ਬੰਦੇ ਨੂੰ ਪੈਣਾ ਹੈ। ਅੱਜ ਹੁਣੇ ਤੋਂ ਜਿਹੜਾ ਸ਼ੁਰੂ ਹੋ ਗਿਆ, 1800-1900 ਰੁਪਇਆ ਲੈ ਕੇ 5000 ਰੁਪਏ ਨੂੰ ਵੇਚ ਰਹੇ ਨੇ, 50 ਰੁਪਏ ਕਿਲੋ ਹੁਣੇ ਵਿਕਣੇ ਸ਼ੁਰੂ ਹੋ ਗਿਆ। ਤੇ ਆਉਣ ਵਾਲੇ ਟਾਈਮ 'ਚ ਜੇ ਇਹਨਾਂ ਕਿਤੇ ਮੋਨੋਪੋਲੀ ਹੋ ਗਈ ਤੇ ਇਹਦੇ 100-150 ਰੁਪਏ ਕਿਲੋ ਆਟਾ ਵਿਕੂਗਾ। ਤੁਸੀਂ ਦੱਸਿਆ ਕਿ ਅੰਗਰੇਜ਼ ਸਰਕਾਰ ਨੂੰ 9 ਮਹੀਨੇ ਬਾਅਦ ਵਾਪਸ ਲੈਣੇ ਪਏ ਸੀ ਕਾਨੂੰਨ। ਕੀ ਇਹ ਸਰਕਾਰ ਅੰਗਰੇਜ਼ ਸਰਕਾਰ ਤੋਂ ਵੀ ਜ਼ਿਆਦਾ ਜ਼ਾਲਮ ਤੇ ਨਿਰਦਈ ਹੈ? ਲੋਕ ਇੰਨੇ ਸਰਦੀ ਦੇ ਵਿੱਚ, ਬਾਰਿਸ਼ ਦੇ ਵਿੱਚ, ਬੜੀ ਮੁਸ਼ਕਲ ਦੇ ਵਿੱਚ ਇੱਥੇ ਆਪਣੀ ਲੜਾਈ ਲੜ ਰਹੇ ਆ ਤੇ ਸਰਕਾਰ ਸੁਣ ਨਹੀਂ ਰਹੀ। ਦੇਖੋ, ਸਰਕਾਰ ਨਾ ਬਿਲਕੁਲ ਸੁੰਨ ਹੋਈ ਬੈਠੀ ਹੈ। ਉਹਨਾਂ ਨੂੰ ਪਿਛਲੇ 6 ਸਾਲ 'ਚ ਕਿਸੇ ਨੇ ਰੋਕਿਆ ਹੀ ਨਹੀਂ। ਜੋ ਵੀ ਉਹ ਕੰਮ ਕਰੀ ਗਏ ਨੇ, ਜੋ ਸੰਵਿਧਾਨ 'ਚ ਸੰਸ਼ੋਧਨ ਕਰੀ ਗਏ ਨੇ, 370 ਕਹਿ ਲਓ, ਨੋਟਬੰਦੀ ਕਹਿ ਲਓ, GST ਕਹਿ ਲਓ, ਪੈਟਰੋਲ ਦੀ ਕੀਮਤ ਇੰਨੇ ਵਧਾਤੀ, ਇਹਦੇ ਪਿੱਛੇ ਵੀ ਇੱਕ ਉਹੀ ਸੋਚ ਹੈਗੀ ਹੈ ਕਿ ਅੱਜ ਇੰਟਰਨੈਸ਼ਨਲ ਰੇਟ ਜਿਹੜੇ ਘੱਟ ਨੇ ਤੇਲ ਦੇ ਔਰ ਇਹ ਵਧਾਈ ਜਾ ਰਹੇ ਨੇ ਇਸ ਵਾਸਤੇ ਕਿ ਅਡਾਨੀ ਅੰਬਾਨੀ ਨੂੰ ਫਾਇਦਾ ਹੋਵੇ। ਉਹਨਾਂ ਦਾ ਜਿਹੜੇ ਇੰਨੇ ਸਾਲ ਪੈਟਰੋਲ ਪੰਪ ਉਹਨਾਂ ਦੇ ਬੰਦ ਪਏ ਰਹੇ ਔਰ ਸਿਰਫ ਇਹ ਸਰਕਾਰ ਆਉਣ ਤੋਂ ਬਾਅਦ ਇਹਨਾਂ ਨੇ ਗੌਰਮੈਂਟ ਨੇ ਲੇਵੀ ਵਧਾਉਣੀ ਸ਼ੁਰੂ ਕਰਤੀ ਤਾਂ ਕਿ ਉਹਨਾਂ ਦੇ ਮੁਕਾਬਲੇ 'ਤੇ ਰੇਟ ਆ ਜਾਣ। ਔਰ ਜਿੰਨੇ ਵੱਡੇ ਕੰਟਰੈਕਟਰ ਸੀਗੇ, ਜੋ ਕੰਟਰੈਕਟ ਸੀਗੇ ਡੀਜ਼ਲ ਦੇ ਵੀ, ਮਤਲਬ ਈਵਨ ਰੇਲਵੇ ਦੇ ਜਿਹੜਾ ਡੀਜ਼ਲ ਨੂੰ ਸਪਲਾਈ ਸੀ ਉਹ ਵੀ ਅੱਜ ਰਿਲਾਇੰਸ ਕਰ ਰਿਹਾ ਹੈ। ਦੁਨੀਆ ਭਰ ਦੇ ਪੰਜਾਬੀ ਤੁਹਾਨੂੰ ਇਸ ਵੇਲੇ ਸੁਣ ਰਹੇ ਹੈ। ਤੁਸੀਂ ਆਖਰੀ ਗੱਲ ਕੀ ਕਹਿਣਾ ਚਾਹੁੰਦੇ ਹੋ? ਕੋਈ ਖਾਸ ਗੱਲ, ਕੋਈ ਸੁਨੇਹਾ ਭਗਤ ਸਿੰਘ ਹੋਰਾਂ ਦੇ ਹਵਾਲੇ ਨਾਲ? ਦੇਖੋ, ਇਹ ਲੜਾਈ ਜਿਹੜੀ ਹੈ ਇਹ ਲੰਬੀ ਹੋ ਸਕਦੀ ਹੈ, ਪਰ ਸਾਨੂੰ ਸਹਿਣ ਸ਼ਕਤੀ ਨਾਲ ਇੱਕ ਜੋਸ਼ ਨੂੰ ਕੰਟਰੋਲ ਕਰਕੇ ਲੜਨਾ ਚਾਹੀਦਾ ਹੈ ਔਰ ਲੜਾਈ ਅਲਟੀਮੇਟਲੀ ਜਿੱਤੀ ਜਾਏਗੀ। ਸਰਕਾਰਾਂ ਚਾਹੁੰਦੀਆਂ ਨੇ ਕਿ ਇਹ ਕਿਤੇ ਨਾ ਕਿਤੇ ਖਿਲਾਲ ਪਵੇ, ਕੋਈ ਲੜਾਈ ਝਗੜੇ ਹੋਣ ਤੇ ਜਿਸ ਕਰਕੇ ਜਿਹੜਾ ਅੰਦੋਲਨ ਜਿਹੜਾ ਉਹ ਫੇਲ ਹੋ ਜਾਏ। ਸਾਨੂੰ ਇਹ ਆਪਣੇ ਆਪ ਨੂੰ, ਨੌਜਵਾਨਾਂ ਨੂੰ ਖਾਸ ਤੌਰ 'ਤੇ ਕੰਟਰੋਲ ਰੱਖ ਕੇ ਇਸ ਮੁਹਿੰਮ ਨੂੰ ਅੱਗੇ ਵਧਾਉਣਾ ਚਾਹੀਦਾ। ਬਹੁਤ ਮਿਹਰਬਾਨੀ। ਅਵੈਧ ਸੰਧੂ ਸਾਡੇ ਨਾਲ ਸੀ, ਸ਼ਹੀਦ ਆਜ਼ਮ ਸਰ ਭਗਤ ਸਿੰਘ ਹੋਰਾਂ ਦੇ ਭਤੀਜੇ, ਸਰਦਾਰ ਕੁਲਵੀਰ ਸਿੰਘ ਹੋਰਾਂ ਦੇ ਬੇਟੇ। ਇਹਨਾਂ ਨੇ ਬੜੀਆਂ ਖੂਬਸੂਰਤ ਗੱਲਾਂ ਕਹੀਆਂ ਤੇ ਇਹ ਲਾਜ਼ਮੀ ਤੌਰ ਦੇ ਉੱਤੇ ਜਿਹੜੀ ਇਹਨਾਂ ਦੀ ਉਮੀਦ ਹੈ ਕਿ ਅੰਦੋਲਨ ਜਿੱਤਿਆ ਜਾਏਗਾ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਹੁਣੇ ਤੁਸੀਂ ਸ਼ਹੀਦ ਦੋਸਾਂਝ ਹੋਣਾ ਦੀ ਕੀਤੀ ਹੋਈ ਇੰਟਰਵਿਊ ਦੇਖੀ। ਭਗਤ ਸਿੰਘ ਹੋਣਾ ਦੇ, ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦੇ ਭਤੀਜੇ ਅਵੈਧ ਸੰਧੂ ਹੋਣਾ ਦੇ ਨਾਲ, ਜਿਹੜੀ ਕਿ ਉਹਨਾਂ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਤੇ ਕਿਸਾਨਾਂ ਦੇ ਵਿੱਚ ਕਿੰਨਾ ਜਜ਼ਬਾ ਹੈ। ਪਲੱਸ ਅਵੈਧ ਸਿੰਘ ਸੰਧੂ ਹੁਣੀ ਇਸ ਕਿਹੋ ਜਿਹੇ ਪਰਿਵਾਰ 'ਚੋਂ ਆਏ ਨੇ ਕਿ ਜਿਨ੍ਹਾਂ ਨੇ ਕਿ ਭਾਰਤ ਦੀ ਆਜ਼ਾਦੀ ਦੇ ਵਿੱਚ ਆਪਣਾ ਅਨਮੋਲ ਹਿੱਸਾ ਪਾਇਆ। ਭਾਰਤ ਦੀ ਆਜ਼ਾਦੀ ਜਿਹੜੀ ਹੈ ਉਹਦੇ ਵਿੱਚ ਤੁਸੀਂ ਜਾਓ ਤਾਂ 1919 ਦੇ ਵਿੱਚ ਜੋ ਜਲਿਆਂਵਾਲੇ ਬਾਗ ਦਾ ਸਾਕਾ ਵਾਪਰਿਆ, ਉਸ ਤੋਂ ਬਾਅਦ ਸ਼ਹੀਦ ਆਜ਼ਮ ਭਗਤ ਸਿੰਘ ਨੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਆਪਣਾ ਕਿੰਨਾ ਹਿੱਸਾ ਪਾਇਆ, ਉਸ ਦੀ ਗੱਲ ਕਰਨ ਦੀ ਲੋੜ ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਸੋ
ਕਿਸਾਨ ਅੰਦੋਲਨ ਇਸ ਟਾਈਮ ਪੂਰੇ ਜ਼ੋਰਾਂ ਸ਼ੋਰਾਂ ਤੇ ਹੈ। ਭਾਵੇਂ ਸਰਕਾਰ ਅਜੇ ਨਹੀਂ ਮੰਨ ਰਹੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੇ ਪ੍ਰੋਗਰਾਮ ਲਿਖੇ ਜਾਣਗੇ ਉਹ ਤੁਹਾਡੇ ਨਾਲ ਅਸੀਂ ਜਾਣਕਾਰੀ ਹਰ ਰੋਜ਼ ਸਾਂਝੀ ਕਰਦੇ ਰਹਾਂਗੇ। ਅਸੀਂ ਇੱਥੇ ਵਿਦੇਸ਼ਾਂ ਦੇ ਵਿੱਚ ਬੈਠੇ ਵੀ, ਅਸੀਂ ਬਾਹਰ ਬੈਠੇ ਹਾਂ, ਸਾਨੂੰ ਹਰ ਵੇਲੇ ਫਿਕਰ ਰਹਿੰਦਾ ਹੈ ਕਿ ਅਸੀਂ ਜਿਹੜੇ ਲੋਕ ਸੜਕਾਂ 'ਤੇ ਬੈਠੇ ਨੇ, ਇੰਨਾ ਮੀਂਹ ਪੈ ਰਿਹਾ, ਇੰਨੀ ਠੰਡ ਹੈ, ਪਰ ਉਹਨਾਂ ਦੇ ਹੌਸਲੇ ਜਿਹੜੇ ਨੇ ਫਿਰ ਵੀ ਬੁਲੰਦ ਨੇ। ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਮਲ ਦਸਾਂਝ ਹੋਣਾ ਦੇ ਨਾਲ। ਗੱਲਬਾਤ ਅਸੀਂ ਇੱਥੋਂ ਹੀ ਸ਼ੁਰੂ ਕਰਾਂਗੇ ਕਿ 3 ਦਿਨ ਹੋ ਗਏ ਲਗਾਤਾਰ ਮੀਂਹ ਪੈ ਰਿਹਾ, ਇਸ ਟਾਈਮ ਵੀ ਜ਼ਬਰਦਸਤ ਮੀਂਹ ਪੈ ਰਿਹਾ, ਪਰ ਕਿਸਾਨਾਂ ਦੇ ਹੌਸਲੇ ਜਿਹੜੇ ਉਹ ਅਜੇ ਵੀ ਉਸੇ ਤਰ੍ਹਾਂ ਬੁਲੰਦ ਨੇ। ਕਮਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਹੁਤ ਜੀ, ਤੇ ਸਾਂਝਾ ਪੰਜਾਬ ਦੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੋੜੀ ਜਿਹੀ ਗੱਲਬਾਤ ਜਿਹੜੀ ਮੈਂ ਕੀਤੀ ਹੈ ਕਿ ਤਿੰਨ ਦਿਨ ਤੋਂ ਵੱਧ ਸਮਾਂ ਹੋ ਗਿਆ ਕਿ ਜ਼ਬਰਦਸਤ ਮੀਂਹ ਪੈ ਰਿਹਾ। ਹੁਣ ਆਪਣੇ ਗੱਲਬਾਤ ਕਰਦੇ ਵਕਤ ਵੀ ਜ਼ਬਰਦਸਤ ਮੀਂਹ ਪੈ ਰਿਹਾ। ਮੀਂਹ ਦੇ ਦੌਰਾਨ ਅੰਦੋਲਨ ਦਾ ਕੀ ਮਾਹੌਲ ਹੈ? ਦੇਖੋ, ਮਾਹੌਲ ਏਦਾਂ ਦਾ ਕਿ ਜਿਵੇਂ ਇੰਨੀ ਜ਼ਿਆਦਾ ਠੰਡ ਹੋਈ ਹੈ ਤੇ ਮੀਂਹ ਇੰਨਾ ਜ਼ਬਰਦਸਤ ਪੈ ਰਿਹਾ, ਸਭ ਕੁਝ ਗਿੱਲਾ ਹੋ ਚੁੱਕਾ, ਚਿੱਕੜ ਹੀ ਚਿੱਕੜ ਹੋਇਆ ਹਰ ਥਾਂ ਤੇ। ਕਿਉਂਕਿ ਸਾਨੂੰ ਵੀ ਏਦਾਂ ਸਾਡੇ ਜਿਹੜੇ ਚਾਹਣ ਵਾਲੇ ਆ, ਸਾਡੇ ਰਿਸ਼ਤੇਦਾਰ ਆ, ਘਰਦਿਆਂ ਦੇ ਫੋਨ ਆ ਰਹੇ ਸੀ ਵੀ ਤੁਸੀਂ ਇੰਨੀ ਠੰਡ 'ਚ ਕਿਵੇਂ ਰਹਿ ਰਹੇ ਹੋ। ਤੇ ਸਾਨੂੰ ਲੱਗਿਆ ਕਿ ਨਹੀਂ, ਜਦ ਸਾਡੇ ਕਿਸਾਨ ਭਰਾ ਇੱਥੇ ਸੜਕਾਂ ਤੇ ਬੈਠੇ ਆ ਤੇ ਸਾਨੂੰ ਕੀ ਤਕਲੀਫ ਹੋਣ ਲੱਗੀ ਹੈ ਇੱਥੇ। ਤੇ ਅਸੀਂ ਇੱਥੇ ਜਿੰਨੇ ਵੀ ਲੋਕਾਂ ਨੂੰ ਮਿਲਦੇ ਗਏ, ਹਰ ਇੱਕ ਨੂੰ ਪੁੱਛਿਆ, ਵਿਚਾਰਿਆਂ ਦੇ ਉਹਨਾਂ ਦੇ ਸਾਰੇ ਬਾਲਣ ਗਿੱਲਾ ਹੋ ਚੁੱਕਾ, ਜਿਹੜੇ ਉਹਨਾਂ ਨੇ, ਕਿਉਂਕਿ ਦੇਖੋ ਵੱਡੇ ਪੱਧਰ ਤੇ ਜਦੋਂ ਖਾਣਾ ਬਣਾਉਣਾ ਹੁੰਦਾ ਉਹ ਖੁੱਲੇ 'ਚ ਹੀ ਬਣਾਉਣਾ ਪੈਂਦਾ, ਚੁੱਲ੍ਹੇ ਵਗੈਰਾ ਸਾਰੇ ਬਾਹਰ ਲਾਉਣੇ ਪੈਂਦੇ ਆ। ਸਾਰੇ ਚੁੱਲ੍ਹੇ ਉਹਨਾਂ ਦੇ ਗਿੱਲੇ ਹੋ ਗਏ। ਹੁਣ ਤਰਪਾਲ ਦੇ ਥੱਲੇ ਤਾਂ ਵੱਡੇ ਕੜਾਹੇ ਧਰੇ ਨਹੀਂ ਜਾ ਸਕਦੇ, ਤੇ ਪਰ ਫਿਰ ਵੀ ਉਹ ਕੋਈ ਨਾ ਕੋਈ ਉਹ ਇੰਤਜ਼ਾਮ ਉਵੇਂ ਕਰ ਰਹੇ ਨੇ। ਤੇ ਅਸੀਂ ਕੁਝ ਬੰਦਿਆਂ ਨੂੰ ਮਿਲੇ ਤੇ ਉਹ ਬੜੇ ਖੁਸ਼ ਹੋਏ, ਹਰਿਆਣੇ ਦੇ ਬੰਦੇ ਸੀ। ਉਹ ਕਹਿੰਦੇ ਇੰਨਾ ਰਾਤ ਜ਼ਬਰਦਸਤ ਮੀਂਹ ਪੈ ਰਿਹਾ ਸੀ, ਅਸੀਂ ਟੈਂਟ ਦੇ ਅੰਦਰ ਮਤਲਬ ਕੁੰਗੜ ਕੇ ਬੈਠੇ ਹੋਏ ਸੀ, ਸਮਝ ਨਹੀਂ ਸੀ ਆ ਰਹੀ ਤੇ ਭੁੱਖ ਲੱਗੀ ਸੀ, ਕੀ ਕਰੀਏ। ਤੇ ਥੋੜੀ ਦੇਰ ਬਾਅਦ ਸਾਡੇ ਟੈਂਟਾਂ ਦੇ ਬਾਹਰ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਵੀ ਜਿਹਨੇ ਵੀ ਨੇ ਖਾਣਾ ਨਹੀਂ ਖਾਧਾ ਖਾਣਾ ਲਓ। ਤੇ ਉਹ ਕਹਿੰਦੇ ਕਿਸਾਨ ਭਰਾ ਉੱਠ ਕੇ ਆਪ ਸਾਰੇ ਲੋਕਾਂ ਨੂੰ ਟੈਂਟਾਂ 'ਚ ਜਾ ਕੇ ਖਾਣਾ ਖਵਾ ਰਹੇ ਸੀ। ਤੁਸੀਂ ਇਹ ਜਜ਼ਬਾ ਨੋਟ ਕਰਨ ਵਾਲੀ ਗੱਲ ਹੈ ਵੀ ਇੰਨਾ ਮੀਂਹ ਹੋਣ ਦੇ ਬਾਵਜੂਦ ਉਹ ਕੱਲੇ ਬੰਦੇ ਨੂੰ ਜਾ ਕੇ ਪੁੱਛ ਰਹੇ ਨੇ ਵੀ ਕੋਈ ਭੁੱਖਾ ਨਾ ਸੋਵੇ, ਰੋਟੀ ਖਾ ਲਓ। ਵੱਡੀ ਗੱਲ ਇਹ ਹੈ ਕਿ ਤੁਸੀਂ ਸੁਸ਼ੀਲ ਦਸਾਂਝ ਉਹਨਾਂ ਦੇ ਨਾਲ ਆਏ ਹੋ, ਪਰ ਨਾਲ ਕਿੰਨੀਆਂ ਔਰਤਾਂ ਹੋਰ ਆਪਣੇ ਪਰਿਵਾਰ ਸਮੇਤ ਉੱਥੇ ਪਹੁੰਚੀਆਂ ਨੇ। ਕੁਝ ਔਰਤਾਂ ਨਾਲ ਜਦੋਂ ਤੁਹਾਡੀ ਗੱਲਬਾਤ ਹੋਈ ਤੇ ਕੀ ਕਹਿਣਾ ਸੀ ਉਹਨਾਂ ਦਾ? ਦੇਖੋ, ਔਰਤਾਂ ਦੇ ਨਾਲ ਨਿੱਕੇ ਨਿੱਕੀਆਂ ਬੱਚੀਆਂ ਵੀ ਆਈਆਂ ਹੋਈਆਂ ਨੇ। ਬੜੀ ਹੈਰਾਨੀ ਹੁੰਦੀ ਹੈ। ਨਹੀਂ ਤਾਂ ਅੱਗੇ ਹੁੰਦਾ ਸੀ ਵੀ ਪਹਿਲਾਂ ਤਾਂ ਔਰਤਾਂ ਹੀ ਨਹੀਂ ਨਿਕਲਦੀਆਂ ਸੀ, ਉਹ ਆਪਣੇ ਨਿੱਕੇ ਨਿੱਕੇ ਧੀਆਂ ਨੂੰ ਵੀ ਨਾਲ ਲੈ ਕੇ ਆਈਆਂ ਹੋਈਆਂ ਨੇ। ਤੇ ਅੱਜ ਅਸੀਂ ਉੱਥੇ ਇੱਕ ਟੈਂਟ ਸਿਟੀ ਪੂਰੀ ਬਣੀ ਹੋਈ ਆ, ਉੱਥੇ ਪੂਰਾ ਇੰਤਜ਼ਾਮ ਹੈ। ਜੇ ਕਿਸੇ ਔਰਤ ਨੇ ਜਾਂ ਕਿਸੇ ਬੰਦੇ ਨੇ ਵੀ ਜੇ ਰਹਿਣਾ ਤੇ ਉਹ ਪੂਰਾ ਇੰਤਜ਼ਾਮ ਕਰਕੇ ਦਿੰਦੇ ਆ, ਤੁਸੀਂ ਉੱਥੇ ਰਹਿ ਸਕਦੇ ਹੋ। ਉੱਥੇ ਕੁਝ ਔਰਤਾਂ ਬੈਠੀਆਂ ਸੀ ਤੇ ਮੈਂ ਸਧਾਰਨ ਗੱਲ ਕਰਨ ਲੱਗੀ ਤੇ ਉਹ ਕਹਿਣ ਲੱਗੇ ਸਾਡੀ ਜਿਹੜੀ ਬੱਚੀ ਹੈ ਜੀ ਇਹਨੇ ਗੱਲ ਜ਼ਰੂਰ ਕਰਨੀ ਹੈ, ਇਹਨੇ ਮੋਦੀ ਨੂੰ ਸੁਨੇਹਾ ਦੇਣਾ। ਚਲੋ, ਬੱਚੀ ਨੇ ਤਾਂ ਜਿਹੜੀ ਕਹਿਣਾ ਸੀਗਾ ਵੀ ਮੋਦੀ ਜੋ ਕਰ ਰਿਹਾ ਗਲਤ ਕਰ ਰਿਹਾ। ਜਦੋਂ ਉਸ ਔਰਤ ਨਾਲ ਗੱਲ ਕੀਤੀ ਨਾ, ਉਹਨੇ ਮਤਲਬ ਕਿ ਇੰਨਾ ਭਾਵੁਕ ਕਰਤਾ ਸਾਡੇ ਤੋਂ, ਉਸ ਨਾਲ ਉਹ ਗੱਲ ਨਹੀਂ ਹੋ ਸਕੀ ਜ਼ਿਆਦਾ। ਉਹ ਕਹਿੰਦੀ ਸੀ ਨਾ, ਜਿੱਤ ਜਾਵਾਂਗੇ ਅਸੀਂ, ਕੋਈ ਗੱਲ ਨਹੀਂ, ਅਸੀਂ ਜਿੱਤ ਕੇ ਜਾਵਾਂਗੇ। ਪਰ ਜਿਹੜਾ ਅੰਦੋਲਨ ਹੈ ਨਾ, ਸਾਨੂੰ ਸਿਰਫ ਇਸ ਗੱਲ ਕਰਕੇ ਯਾਦ ਰਹੂਗਾ ਕਿ ਅਸੀਂ ਇੱਥੇ ਆਪਣੇ ਬੱਚੇ ਵਾਰ ਕੇ ਚੱਲੇ ਹਾਂ, ਜਿਹੜੇ ਸਾਡੇ ਬੱਚੇ ਮਰ ਗਏ ਇੱਥੇ। ਸਾਨੂੰ ਤਾਂ ਅੰਦੋਲਨ ਉਹਨਾਂ ਕਰਕੇ ਯਾਦ ਰਹੂਗਾ। ਜਿੱਤ ਹਾਰ ਤਾਂ ਬਾਅਦ ਦੀ ਗੱਲ ਹੈ। ਜਿਹੜੇ ਅਸੀਂ ਆਪਣੇ ਗਵਾ ਕੇ ਚੱਲੇ, ਹੀਰੇ ਪੁੱਤ ਗਵਾ ਕੇ ਚੱਲਿਆ ਨਾ ਇੱਥੇ, ਸਾਨੂੰ ਉਹ ਅੰਦੋਲਨ ਆ ਜਿਹੜਾ ਸਾਨੂੰ ਇਹਦੇ ਕਰਕੇ ਯਾਦ ਰਹੂਗਾ। ਪਰ ਫਿਰ ਵੀ ਲੋਕਾਂ ਦਾ ਜਿਹੜਾ ਜਜ਼ਬਾ ਇੱਥੇ ਆਉਣ ਦਾ, ਉਹ ਮਤਲਬ ਕਿ ਦੇਖਿਆ ਹੀ ਬਣਦਾ ਵੀ ਤੁਸੀਂ ਨਤਮਸਤਕ ਹੁੰਦੇ ਹੋ ਨਾ ਲੋਕਾਂ ਅੱਗੇ। ਤੁਹਾਡਾ ਸਿਰ ਝੁਕਦਾ ਮੱਲੋ ਮੱਲੀ ਵੀ ਤੁਸੀਂ ਇਹਨਾਂ ਲੋਕਾਂ ਨੂੰ ਕਿੱਦਾਂ ਹਰਾ ਸਕਦੇ ਹੋ। ਇਹ ਲੋਕ ਏਦਾਂ ਹਾਰਨ ਵਾਲੇ ਨਹੀਂ, ਚਾਹੇ ਔਰਤ ਹੈ, ਚਾਹੇ ਬੱਚੀ ਹੈ, ਚਾਹੇ ਨੌਜਵਾਨ ਹੈ, ਚਾਹੇ ਬਜ਼ੁਰਗ ਹੈ। ਜਿਨ੍ਹਾਂ ਨਾਲ ਵੀ ਅਸੀਂ ਗੱਲ ਕਰਦੇ ਹਾਂ ਸਾਨੂੰ ਜ਼ੋਰ ਦੀ ਨਾਰਾ ਮਾਰ ਕੇ ਦਿਖਾਉਂਦੇ ਆ। ਅਸੀਂ ਇੱਥੇ ਕਹਿੰਦੇ ਅਸੀਂ ਤਾਂ ਹੁਣ ਤੱਕ ਤਾਂ ਅਸੀਂ ਮੀਂਹਾਂ 'ਚ ਖੜ ਕੇ ਆਏ ਆ, ਪਾਣੀ 'ਚ ਹੀ ਇੱਥੇ ਅਸੀਂ ਆਪਣੀ ਫਸਲ ਬਾਂਦੇ, ਸਾਨੂੰ ਇਹ ਮੀਂਹ ਕੁਛ ਨਹੀਂ ਕਹਿੰਦੇ। ਪਰ ਅਸੀਂ ਜਾਂਦੇ ਨਹੀਂ ਇੱਥੋਂ, ਅਸੀਂ ਜਿੱਤ ਕੇ ਜਾਵਾਂਗੇ। ਏਦਾਂ ਹੀ ਔਰਤਾਂ ਪੂਰੀਆਂ ਡਟੀਆਂ ਹੋਈਆਂ, ਉਹ ਕਹਿੰਦੀਆਂ ਕੋਈ ਗੱਲ ਨਹੀਂ, ਮੀਂਹ ਝੱਖੜ ਸਾਨੂੰ ਕੁਛ ਨਹੀਂ ਕਹਿੰਦਾ, ਅਸੀਂ ਨਹੀਂ ਇੱਥੋਂ ਜਾਂਦੀਆਂ। ਪਰ ਅਸੀਂ ਜਦੋਂ ਤੱਕ ਅਸੀਂ ਆਪਣੀ ਲੜਾਈ ਨਹੀਂ ਨਾ ਜਿੱਤਦੇ, ਅਸੀਂ ਨਹੀਂ ਜਾਂਦੇ ਇੱਥੋਂ।
ਕਮਲ ਜੀ, ਇਹ ਪਿੱਛੇ ਜੇ ਇੱਕ ਸਰਕਾਰ ਦਾ ਬਿਆਨ ਜਿਹੜਾ ਕਿ ਜਿਹੜਾ ਬਾਹਰ ਸਾਡੇ ਮੀਡੀਆ ਹੈ ਜਾਂ ਸੋਸ਼ਲ ਮੀਡੀਆ ਹੈ, ਬੜਾ ਕੁਛ ਅੱਜ ਕੱਲ੍ਹ ਬੜੀਆਂ ਖਬਰਾਂ ਘੁਮਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ। ਕੋਈ ਪਿੱਛੇ ਜੇ ਕੋਈ ਇਹੋ ਜਿਹੀ ਖਬਰ ਵੀ ਆਈ ਸੀ ਵੀ ਸਰਕਾਰ ਨੇ ਕਿਹਾ ਵੀ ਔਰਤਾਂ ਤੇ ਬੱਚੇ ਉਹ ਵਾਪਸ ਚਲੇ ਜਾਓ, ਤਾਂ ਫਿਰ ਜਿਹੜੀ ਹੈ ਕਿਸਾਨਾਂ ਦੇ ਉੱਤੇ ਸਰਕਾਰ ਸਖਤੀ ਕਰ ਸਕਦੀ। ਕੋਈ ਇਹੋ ਜਿਹੀ ਖਬਰ ਆਈ ਸੀ ਇੱਥੇ ਬਾਹਰ, ਬੜੀ ਇਹ ਖਬਰ ਘੁੰਮੀ ਹੈ ਜੀ। ਇਹ ਅਸਲ 'ਚ ਉਹਦਾ ਇੱਕ ਸਰਕਾਰ ਦਾ ਇੱਕ ਟੈਕਟ ਕਹਿ ਸਕਦੇ ਹਾਂ ਵੀ ਉਹਨੂੰ ਇਹ ਸੀਗਾ ਵੀ ਅਸੀਂ ਪਹਿਲਾਂ ਤਾਂ ਉਹਨੇ ਅੰਦਾਜ਼ਾ ਲਾਇਆ ਵੀ ਜਿੰਨੇ ਇੱਥੇ ਆਏ ਨੇ ਉਹਨਾਂ 'ਚ ਔਰਤਾਂ ਕਿੰਨੀਆਂ ਨੇ, ਬੱਚੇ ਕਿੰਨੇ ਨੇ। ਫਿਰ ਉਹਨਾਂ ਨੇ ਅਪੀਲ ਕੀਤੀ ਵੀ ਤੁਸੀਂ ਔਰਤਾਂ ਦੇ ਬੱਚਿਆਂ ਬਜ਼ੁਰਗਾਂ ਨੂੰ ਭੇਜ ਦਿਓ ਇੱਥੋਂ, ਵੀ ਤਾਂ ਕਿ ਜੇ ਕੱਲ੍ਹ ਨੂੰ ਅਸੀਂ ਕੋਈ ਐਕਸ਼ਨ ਲਈਏ ਤੇ ਅਸੀਂ ਬਦਨਾਮੀ ਨਾ ਖੱਟੀਏ ਵੀ ਅਸੀਂ ਬੱਚਿਆਂ ਤੇ ਔਰਤਾਂ ਤੇ ਬਜ਼ੁਰਗਾਂ ਤੇ ਲਾਠੀਚਾਰਜ ਕੀਤਾ ਜਾਂ ਉਹਨਾਂ ਤੇ ਕੋਈ ਸਖਤ ਕਾਰਵਾਈ ਕੀਤੀ। ਉਹਨਾਂ ਨੇ ਜਾਣ-ਬੁੱਝ ਕੇ ਅਪੀਲ ਕੀਤੀ ਸੀ, ਪਰ ਔਰਤਾਂ ਦੇ ਥੋੜੀ ਸੀ ਕੱਲੀਆਂ ਸਿਰਫ ਇੱਥੇ ਦਿੱਲੀ ਬਾਰਡਰ ਤੇ ਆਈਆਂ ਨੇ। ਔਰਤਾਂ ਤਾਂ ਕਿੰਨੇ ਮਹੀਨਿਆਂ ਤੋਂ ਉੱਥੇ ਡਟੀਆਂ ਹੋਈਆਂ ਕਿਸਾਨੀ ਨਾਲ, ਕੋਈ ਅੱਜ ਦੀਆਂ ਨਹੀਂ ਡਟੀਆਂ, ਕਿੰਨੇ ਸਾਲਾਂ ਤੋਂ ਲੜਾਈ ਲੜ ਰਹੀਆਂ ਨੇ। ਤੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵੀ ਅਪੀਲ ਕੀਤੀ। ਫਿਰ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਧੀਆਂ ਬੇਸ਼ੱਕ ਉਹ ਘਰ 'ਚ ਖੇਤੀਬਾੜੀ ਸਾਂਭ ਰਹੀਆਂ, ਪਰ ਜੇ ਉਹ ਆ ਸਕਦੀਆਂ ਤਾਂ ਉਹ ਆਉਣ ਇੱਥੇ। ਅਸੀਂ ਸਰਕਾਰ ਨੂੰ ਦਿਖਾ ਦਈਏ ਅਸੀਂ ਇੱਥੇ ਬੱਚਾ ਵੀ ਹੈ, ਬਜ਼ੁਰਗ ਵੀ ਹੈ, ਔਰਤ ਹਰ ਤਰ੍ਹਾਂ ਦਾ ਜਿਹੜਾ ਸਾਡੀ ਸ਼ਮੂਲੀਅਤ ਪੱਖੋਂ ਇਸ ਅੰਦੋਲਨ 'ਚ। ਜੀ ਨਹੀਂ, ਨਾਲ ਇਹ ਵੀ ਆ ਨਾ, ਦੇਖੋ ਹੁਣ ਕਿੰਨੇ ਕਿਸਾਨ ਉੱਥੇ ਆਏ ਨੇ, ਖਾਣ ਪੀਣ ਦਾ ਪ੍ਰਬੰਧ ਕਰਨਾ, ਜੇ ਔਰਤਾਂ ਉੱਥੇ ਆਈਆਂ ਹੋਈਆਂ ਨੇ ਤੇ ਉਹ ਬਹੁਤ ਵੱਡੀ ਸਹੂਲਤ ਵੀ ਆ ਨਾ। ਜੀ ਨਹੀਂ, ਔਰਤਾਂ ਪੂਰੀਆਂ ਦੇਖੋ ਮੈਂ ਕਿਹਾ ਤਵੀ ਭੱਖੀ ਹੁੰਦੀ ਹੈ ਤੇ ਔਰਤਾਂ ਲੱਗੀਆਂ ਹੁੰਦੀਆਂ ਨੇ ਰੋਟੀ ਬਣਾਉਣ। ਇੱਕ ਤਾਂ ਇਹ ਵੀ ਚੀਜ਼ ਇਹਦੇ 'ਚ ਨਾ, ਇੱਕ ਤਾਂ ਸਾਂਝਾ ਲੰਗਰ ਤਾਂ ਬਣ ਹੀ ਰਿਹਾ ਹਰ ਥਾਂ ਤੇ, ਪਰ ਇਹ ਜਿਹੜੇ ਜਿਵੇਂ ਪਿੰਡਾਂ ਦੇ ਪਿੰਡ ਆਏ ਹੋਏ ਨੇ, ਆਪਣੀਆਂ ਇੱਕ ਦੋ ਟਰਾਲੀਆਂ ਖੜੀਆਂ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਜਿਹੜਾ ਖਾਸ ਤੌਰ ਤੇ ਹਰਿਆਣਾ ਦੇ ਜਿਹੜੇ ਕਿਸਾਨ ਹੈ ਉਹ ਆਉਂਦੇ ਆ, ਦੁੱਧ ਵਗੈਰਾ, ਲੱਸੀ, ਸਬਜ਼ੀਆਂ ਉਹ ਦੇ ਕੇ ਜਾਂਦੇ ਆ। ਜਿਹੜੇ ਕਿਸਾਨ ਆਪਣੇ ਨਾਲ ਆਪਣੇ ਇਕੱਲੇ ਨਿੱਜੀ ਤੌਰ ਤੇ ਜਿਵੇਂ ਪਿੰਡ ਦੇ ਆਏ ਆ, 20-25 ਬੰਦੇ ਆਏ ਆ, ਆਪਣਾ 6 ਮਹੀਨੇ ਦਾ ਲੈ ਕੇ ਆਏ ਰਾਸ਼ਨ, ਪਰ ਉਹਨਾਂ ਨੂੰ ਹਾਲੇ ਤੱਕ ਉਹ ਸਮਾਨ ਖੋਲਣ ਦੀ ਜ਼ਰੂਰਤ ਨਹੀਂ ਪਈ। ਫਿਰ ਵੀ ਉਹ ਜਿਹੜਾ ਰੋਜ਼ ਉਹਨਾਂ ਨੂੰ ਹਰਿਆਣੇ ਤੋਂ ਸਮਾਨ ਆ ਰਿਹਾ, ਉਹ ਆਪਣਾ ਨਿੱਜੀ ਤੌਰ ਤੇ ਵੀ ਆਪਣਾ ਲੰਗਰ ਤਿਆਰ ਕਰਦੇ ਆ, ਭਾਵੇਂ ਤੁਸੀਂ ਉੱਥੇ ਬੈਠ ਕੇ 10 ਬੰਦੇ ਹੋਰ ਵੀ ਖਾ ਕੇ ਆ ਜਾਓ। ਜਿਹੜੇ ਵੱਖਰੇ ਵੱਖਰੇ ਵੱਡੇ ਪੱਧਰ ਤੇ ਲੰਗਰ ਲੱਗੇ ਹੋਏ ਨੇ, ਵੱਖਰੇ ਵੱਖਰੇ ਸ਼੍ਰੋਮਣੀ ਕਮੇਟੀ ਵੱਲੋਂ ਕਹਿ ਲਓ ਜਾਂ ਵੱਖਰੀਆਂ ਵੱਖਰੀਆਂ ਸੰਸਥਾਵਾਂ ਵੱਲੋਂ, ਉਹ ਲੰਗਰ ਤਾਂ ਚੱਲ ਹੀ ਰਹੇ ਨੇ, ਪਰ ਆਪਣੇ ਆਪਣੇ ਤੌਰ ਤੇ ਵੀ ਜਿਹੜੇ ਲੋਕ ਆ ਕਹਿੰਦੇ ਆ ਵੀ ਨਹੀਂ ਅਸੀਂ ਆਪਣਾ ਕੋਈ ਗੱਲ ਨਹੀਂ, ਅਸੀਂ ਆਪਣਾ ਖਾਣਾ ਜਿਹੜਾ ਆਪ ਤਿਆਰ ਕਰ ਲਾਂਗੇ। ਉੱਥੇ ਜਿਹੜੀਆਂ ਬੀਬੀਆਂ ਆਈਆਂ ਹੋਈਆਂ ਨੇ, ਉਹ ਬੀਬੀਆਂ ਆਪ ਲੰਗਰ ਤਿਆਰ ਕਰਦੀਆਂ ਨੇ ਆਪਣੇ ਜੋਗਾ। ਜਿਵੇਂ ਇੱਕ ਵਾਰੀ ਅਸੀਂ ਪਿੱਛੇ ਜੇ ਗਏ ਸੀ, ਅਸੀਂ ਟਿਕਰੀ ਬਾਰਡਰ ਤੇ ਜਾਣਾ ਸੀ, ਅਸੀਂ ਸਧਾਰਨ ਹੀ ਮੈਂ ਥੱਲੇ ਉਤਰ ਕੇ ਪਾਣੀ ਪਿਆਸ ਲੱਗੀ, ਮੈਂ ਕਿਹਾ ਜੀ ਪਾਣੀ ਮਿਲ ਜੂਗਾ, ਤੇ ਉਹ ਬਜ਼ੁਰਗ ਅੱਗੇ ਖੜੇ ਸੀ ਤੇ ਹਾਂਜੀ ਹਾਂਜੀ ਪਾਣੀ ਮਿਲੂਗਾ। ਮੈਂ ਹਾਲੇ ਉੱਤਰ ਕੇ ਪਾਣੀ ਲੈਣ ਲੱਗੀ ਤੇ 3-4 ਬੀਬੀਆਂ ਫਟਾਫਟ ਚੁੰਨੀ ਠੀਕ ਕਰਦੀਆਂ ਆ ਗਈਆਂ। ਉਹਨਾਂ ਨੂੰ ਲੱਗਿਆ ਕਿ ਇੱਕ ਲੇਡੀ ਆਈ ਹੈ, ਨਹੀਂ ਪੁੱਤ ਆ ਜਾ ਅੰਦਰ, ਤੂੰ ਪ੍ਰਸ਼ਾਦਾ ਛਕ। ਤੱਕੋ ਮੱਲੋ ਮਾਲੀ ਉਹਨਾਂ ਨੇ ਸਾਨੂੰ ਪ੍ਰਸ਼ਾਦਾ ਛਕਾਇਆ ਤੇ ਉਹਨਾਂ ਨਾਲ ਅਸੀਂ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਤੇ ਉਹਨਾਂ ਨੇ ਵੀ ਆਪਣੇ ਦੁੱਖ ਸੁੱਖ ਫਰੋਲੇ। ਉਹ ਵੀ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਪੁੱਤ ਅਸੀਂ ਇੱਥੇ ਆਏ ਹਾਂ, ਹੁਣ ਤਾਂ ਅਸੀਂ ਸੜਕਾਂ ਤੇ ਹੀ ਬਹਿਣਾ, ਅਸੀਂ ਨਹੀਂ ਜਾਂਦੀਆਂ ਇੱਥੋਂ ਜਦ ਤੱਕ ਸਾਡੇ ਆ ਜਿਹੜੇ ਕਾਨੂੰਨ ਆ ਨਾ ਇਹ ਰੱਦ ਨਹੀਂ ਹੁੰਦੇ। ਪਰ ਇਹ ਵੀ ਵੱਡੀ ਗੱਲ ਹੈ ਵੀ ਉਹਨਾਂ ਨੂੰ ਇਹ ਵੀ ਪਤਾ ਹੈ ਕਾਨੂੰਨ ਕੀ ਨੇ, ਇਹਨਾਂ ਕਾਨੂੰਨਾਂ 'ਚ ਕੀ ਹੈ ਤੇ ਸਾਡੇ ਨਾਲ ਕੀ ਹੋਣ ਜਾ ਰਿਹਾ। ਜੀ ਜਿਹੜੀ ਤੁਸੀਂ ਟੈਂਟ ਸਿਟੀ ਦੀ ਗੱਲ ਕੀਤੀ ਹੈ, ਉਹ ਟੈਂਟ ਸਿਟੀ ਕਿਸ ਨੇ ਬਣਾਇਆ? ਕਿਸਾਨ ਜਥੇਬੰਦੀਆਂ ਨੇ ਜਾਂ ਜਿਹੜੇ ਕਿਸਾਨ ਅੰਦੋਲਨ 'ਚ ਆਏ ਨੇ ਉਹਨਾਂ ਨੇ ਆਪ ਬਣਾਏ ਨੇ? ਨਹੀਂ, ਇਹ ਕੋਈ ਇੱਕ ਨਿੱਜੀ ਸੰਸਥਾ ਜਿਹਨੇ ਉਹ ਆਪਣਾ ਓਪਨਲੀ ਨਾਂ ਨਹੀਂ ਲੈਂਦੇ ਤੇ ਉਹਨਾਂ ਨੇ ਕਾਫੀ ਵੱਡੇ ਲੈਵਲ ਤੇ ਨਿੱਕੇ ਨਿੱਕੇ ਜਿਹੜੇ ਮਾਰਕੀਟ ਚੋਂ ਟੈਂਟ ਆਉਂਦੇ ਆ ਨਾ ਛੋਟੇ ਛੋਟੇ, ਉਹ ਟੈਂਟ ਲਾਏ ਆ। ਇਸ ਟੈਂਟ 'ਚ 2 ਬੰਦੇ ਆਰਾਮ ਨਾਲ ਥਾਂ ਲੈਂਦੇ ਨੇ। ਉਹ ਕਵਰ ਨੇ, ਇੱਕ ਪੈਟਰੋਲ ਪੰਪ ਹੈ, ਪੈਟਰੋਲ ਜਿਵੇਂ ਤੁਹਾਨੂੰ ਕਿਸਾਨ ਸਾਹਿਬ ਨੇ ਦੱਸਿਆ ਸੀ ਕਿ ਇੱਥੇ ਆਲੇ ਦੁਆਲੇ ਲੋਕਾਂ ਨੇ ਪੂਰੀ ਆਪਣੀ ਜਗ੍ਹਾ ਦਿੱਤੀ ਹੋਈ ਹੈ, ਖੁੱਲੀ ਹੈ। ਪੈਟਰੋਲ ਪੰਪ ਦੀ ਬਹੁਤ ਵੱਡੀ ਜਗ੍ਹਾ ਖੁੱਲੀ ਹੈ, ਉੱਥੇ ਕਾਫੀ 40-50 ਜਿਹੜੇ ਟੈਂਟ ਹੈ ਇੱਕੋ ਕਤਾਰ 'ਚ ਲੱਗੇ ਨੇ, ਅੱਗੇ ਪਿੱਛੇ ਕਾਫੀ ਜਗ੍ਹਾ ਹੈਗੀ ਹੈ। ਉਹ ਟੈਂਟਾਂ 'ਚ ਤੁਸੀਂ ਕੋਈ ਵੀ ਜਾ ਕੇ ਆਪਣਾ ਨਾਂ ਦਰਜ ਕਰਾ ਕੇ ਕੌਣ ਕਿੱਥੋਂ ਆਏ ਹੋ ਉਹ ਤੁਸੀਂ ਜਾ ਕੇ ਫ੍ਰੀ 'ਚ ਜਾ ਕੇ ਰਹਿ ਸਕਦੇ ਹੋ। ਜੀ ਜੀ ਹਾਂ, ਪੁਲਿਸ ਸਾਂਝਾ ਪੰਜਾਬ ਦੇ ਵਿੱਚ ਅਸੀਂ ਦਿੱਲੀ ਤੋਂ ਲਾਈਵ ਤੁਹਾਡੇ ਲਈ ਕਿਸਾਨ ਅੰਦੋਲਨ ਦੀ ਗੱਲਬਾਤ ਕਰ ਰਹੇ ਹਾਂ। ਕਮਲ ਦਸਾਂਝ ਹੁਣੀ ਸਾਡੇ ਨਾਲ ਲਾਈਨ ਤੇ ਨੇ। ਅਗਰ ਤੁਹਾਡੇ ਮਨ 'ਚ ਕੋਈ ਸਵਾਲ ਹੁੰਦਾ ਹੈ ਤੁਸੀਂ ਵੀ ਕਾਲ ਕਰ ਲਿਆ ਕਰੋ 905 458 44 9054584444। ਕਮਲ ਜੀ, ਪਿੱਛੇ ਜਿਹੇ
8 ਮੀਟਿੰਗਾਂ ਜਿਹੜੀਆਂ ਇੱਕ ਸਾਲ 'ਚ ਇਸ ਸਾਲ ਜਿਹੜੀ ਇੱਕ ਮੀਟਿੰਗ ਆਲਰੇਡੀ ਹੋ ਚੁੱਕੀ ਹੈ, 8 ਮੀਟਿੰਗਾਂ ਹੋ ਚੁੱਕੀਆਂ ਜਿਸ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ। ਤੇ ਹੁਣ ਸਰਕਾਰ ਨੇ 8 ਤਰੀਕ ਨੂੰ ਇੱਕ ਮੀਟਿੰਗ ਹੋਰ ਰੱਖੀ ਆ। 8 ਤਰੀਕ ਦੀ ਮੀਟਿੰਗ ਦੇ ਵਿੱਚ ਤੁਹਾਡਾ ਆਪਣਾ ਨਜ਼ਰੀਆ ਕੀ ਹੈ ਕਿ ਕੋਈ ਨਾ ਕੋਈ ਸਰਕਾਰ ਕਿਸੇ ਸਿੱਟੇ ਦੇ ਉੱਤੇ ਪਹੁੰਚ ਸਕਦੀ ਹੈ ਫਿਰ ਜਾਂ ਪ੍ਰਣਾਲਾ ਉੱਥੇ ਦੀ ਉੱਥੇ ਰਹੇਗਾ? देखो जिवें माहौल पूरा देख रहे हैं ना, उस मुताबिक तो हले लगता नहीं कि सरकार इतनी जल्दी मान जूगी। वो पीछे भी नहीं हट, वो बिच विचाला कर रही है, ना तो पीछे हट रही है, ना सीधा एक पासे दो टुक जवाब दे रही है भी हाँ भी असी आ फैसला है साडा तां असी नहीं रद्द करते। उन्होंने पता है जे असी कहता भी असी नहीं कानून रद्द करने तो माहौल खराब हो जाना, सरकार वैसे डिग्गी दी डिग्गी है। पर जे वो ਮੰਨਦੀ ਹੈ ਤਾਂ ਉਹਦੀ ਪਿੱਠ ਲੱਗਦੀ ਹੈ। ਉਹਦੀ ਪਿੱਠ ਤਾਂ ਇੱਕ ਤਾਂ ਇਸ ਗੱਲੋਂ ਲੱਗਦੀ ਹੈ ਵੀ ਮੁੜ ਕੇ ਮੇਰੇ ਅੱਗੇ ਹੋਰ ਜਿਹੜੇ ਪੂਰੇ ਹਿੰਦੁਸਤਾਨ 'ਚ ਉਹਨਾਂ ਖਿਲਾਫ ਜਿਵੇਂ ਵੀ ਉਹਨੇ ਲੈ ਕੇ ਆਂਦੇ ਸੀ, ਬਿੱਲ ਲਿਆਂਦੇ, ਕਾਨੂੰਨ ਲਿਆਂਦੇ, ਜੋ ਕੁਛ ਉਹਨੇ ਫੈਸਲੇ ਲੈ ਕੇ ਆਂਦੇ, ਉਹਨਾਂ ਖਿਲਾਫ ਦੁਬਾਰਾ ਅੰਦੋਲਨ ਖੜੇ ਹੋਣੇ ਆ। ਦੂਜਾ ਅੰਬਾਨੀ ਤੇ ਅਡਾਨੀ ਦਾ ਪੂਰਾ ਪ੍ਰੈਸ਼ਰ ਹੈ। ਅੰਬਾਨੀ ਅਡਾਨੀ ਦਾ ਪ੍ਰੈਸ਼ਰ ਇਸ ਲੈਵਲ ਤੱਕ ਹੈ ਕਿ अंबानी नूं अपना अंबानी की जिहड़ी कंपनी है ਉਹਦੇ ਵੱਲੋਂ ਇੱਕ ਬਿਆਨ ਆਇਆ कि नहीं साडा कोई लेना देना नहीं। बेशक वो कही जावे साडा कोई लेना देना नहीं है, पर ये तो जग जाहिर है कि भी उन्हां दियां कंपनियां अडानी ने इत्थे पानीपत दे लागे बहुत एकड़ां च थां ले ली। एक निजी ट्रेन निकलदी है ਉਹਦੀ बल्कि ਉਹਨੇ ਪਹਿਲੇ ਤਿਆਰੀ ਕਰ ਲਈ ਸੀ कि ਹੁਣ ਤਾਂ ਜ਼ਮੀਨਾਂ ਮੇਰੀਆਂ, ਫਸਲ ਮੇਰੀ। ਇਹ ਕੁਛ ਇੱਥੋਂ ਤੱਕ ਜਦੋਂ ਹੋ ਚੁੱਕਿਆ ਹੋਵੇ ਤੇ ਸਰਕਾਰ ਦੋਨਾਂ ਪਾਸੇ ਘਿਰੀ ਹੋਈ ਹੈ ਵੀ ਹੁਣ ਮੈਂ ਇਹਨਾਂ ਜਿਨ੍ਹਾਂ ਲੋਕਾਂ ਤੋਂ ਪੈਸੇ ਲੈ ਕੇ ਇਲੈਕਸ਼ਨਾਂ ਲੜੀਆਂ ਨੇ ਗਾਂਹ ਵੀ ਲੜਨਾ, ਉਹਨਾਂ ਨੂੰ ਕੀ ਜਵਾਬ ਦੇਣਾ। ਤੇ ਜਿਹੜੀ ਆਪਣੀ ਹੁਣ ਤੱਕ ਦੀ ਇਮੇਜ ਬਣਾ ਰੱਖੀ ਸੀ ਕਿ ਮੋਦੀ ਜੋ ਕਰਦੇ ਉਹ ਲਕੀਰ ਤੇ ਮਤਲਬ ਕਿ ਹੈ ਵੀ ਠੱਪਾ ਲੱਗ ਗਿਆ, ਉਹ ਮੁੜ ਨਹੀਂ ਸਕਦੀ, ਮੁੜ ਕੇ ਉਹ ਲੀਕ ਮਿਟ ਨਹੀਂ ਸਕਦੀ। ਹੁਣ ਮੋਦੀ ਇਸ ਕਰਕੇ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਨੇ ਇਸ ਮਾਮਲੇ ਤੇ। 8 ਤਰੀਕ ਨੂੰ ਵੀ ਲੱਗਦਾ ਨਹੀਂ ਨਾ ਵੀ ਉਹਨੇ ਇੰਨੀ ਜਲਦੀ ਮੰਨ ਜਾਣਾ। ਸ਼ਾਇਦ ਉਹਨਾਂ ਨੂੰ, ਸਰਕਾਰ ਨੂੰ ਵੀ ਲੱਗ ਰਿਹਾ ਵੀ ਅਸੀਂ ਲਟਕਾਈ ਜਾਵਾਂਗੇ, ਮੀਂਹ ਵੀ ਪੈ ਗਿਆ, ਕਿੰਨੇ ਕੁ ਲੋਕ ਇੱਥੇ ਬੈਠੇ ਰਹਿ ਜਾਣਗੇ, ਹੋ ਸਕਦਾ ਇਹ ਭੱਜ ਜਾਣ, ਅੱਧੇ ਚੋਂ ਭੱਜ ਜਾਣ। ਉਹਨੂੰ ਹਾਲ ਤੱਕ ਵੀ ਥੋੜੀ ਬਹੁਤੀ ਕਿਤੇ ਮਾੜੀ ਮੋਟੀ ਐ ਲੱਗਦੀ ਹੈ ਵੀ ਸ਼ਾਇਦ ਕੁਛ ਨਾ ਕੁਛ ਕਰ ਲਈਏ, ਜਾਂ ਇਹ ਵੀ ਹੋ ਸਕਦਾ ਵੀ ਉਹ ਇੰਨਾ ਜ਼ਿਆਦਾ ਲਮਕਾ ਰਹੇ ਆ ਸਰਕਾਰ ਜਿਹੜੀ ਮਸਲੇ ਨੂੰ, ਇਹ ਉਹ ਅੰਦਰੋਂ ਤਾਂ ਕੁਛ ਲੱਭ ਰਹੀ ਹੈ ਨਾ। ਜੇ ਉਹਨੂੰ ਕਿਸੇ ਪਾਸਿਓਂ ਕੋਈ ਵੀ ਲੂਪ ਹੋਲ ਜਿਹੜਾ ਮਿਲ ਨਹੀਂ ਰਿਹਾ ਵੀ ਅਸੀਂ ਇਸ ਸੰਘਰਸ਼ ਨੂੰ, ਇਸ ਅੰਦੋਲਨ ਨੂੰ ਫੇਲ ਕਰ ਦਈਏ, ਪਰ ਉਹਨਾਂ ਦੇ ਯਤਨ ਦਾ ਲੱਗੇ ਹੋਏ ਨੇ ਵੀ ਕਿਸੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਟਾਈਮ ਪਾਈ ਜਾਈਏ, ਮੀਟਿੰਗਾਂ ਦਾ ਟਾਈਮ ਦੇਈ ਜਾਈਏ। ਜੇ ਉਹ ਮੀਟਿੰਗਾਂ ਟਾਈਮ ਦੇ ਰਹੇ ਆ, ਇਸ ਕਰਕੇ ਦੇ ਰਹੇ ਆ, ਉਹਨੂੰ ਲੱਗਦਾ ਵੀ ਕੋਈ ਨਾ ਕੋਈ ਤਾਂ ਹੱਲ ਨਿਕਲੇ ਇਸ ਮਸਲੇ ਤੋਂ ਨਿਕਲਣ ਦਾ। ਮੈਨੂੰ ਨਹੀਂ ਲੱਗਦਾ ਵੀ 8 ਤਰੀਕ ਨੂੰ ਵੀ ਇੰਨੀ ਜਲਦੀ ਉਹਨੇ ਮੰਨ ਜਾਣਾ। 26 ਤਰੀਕ ਤੱਕ ਜਿਵੇਂ ਸਾਂਝ ਸਾਹਿਬ ਨੇ ਦੱਸਿਆ ਵੀ 26 ਤਰੀਕ ਤੱਕ ਤਾਂ ਉਹ ਇਸ ਚੀਜ਼ ਨੂੰ ਲਟਕਾ ਕੇ ਜਾਣਗੇ ਦਿਨਾਂ ਦੇ, ਮਤਲਬ ਕਿ ਵੱਖਰੇ ਵੱਖਰੇ ਤਰੀਕਾ ਪਾਉਣਗੇ ਹਲੇ। ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਲਈ ਇਹ ਚੰਗੀ ਗੱਲ ਹੈ ਵੀ ਇੰਨੇ ਦਿਨ ਲਟਕਾਉਣਾ। ਜਿੰਨੀ ਦੇਰ ਸਰਕਾਰ ਇਹ ਮਸਲੇ ਨੂੰ ਲਟਕਾਉਗੀ ਉਹ ਉਨੀ ਬੁਰੀ ਤਰ੍ਹਾਂ ਆਪ ਹੀ ਫਸਦੀ ਜਾ ਰਹੀ ਹੈ ਉਹਦੇ। ਜੀ ਕਮਲ ਜੀ, ਥੈਂਕ ਯੂ ਸੋ ਮਚ। ਕੱਲ੍ਹ ਦੇ ਪ੍ਰੋਗਰਾਮ 'ਚ ਆਪਣੀ ਫਿਰ ਗੱਲਬਾਤ ਹੋਏਗੀ। ਆਪਣਾ ਧਿਆਨ ਰੱਖੋ। ਥੈਂਕ ਯੂ ਸੋ ਮਚ। ਸਟੇ ਸੇਫ। ਜੀ ਸ਼ੁਕਰੀਆ। ਇਹ ਸੀ ਕਮਲ ਦਸਾਂਝ ਹੋਣੀ। ਉਸ ਤੋਂ ਪਹਿਲਾਂ ਅਸੀਂ ਸੁਸ਼ੀਲ ਦਸਾਂਝ ਸਾਹਿਬ ਨੇ ਗੱਲਬਾਤ ਕੀਤੀ ਲਾਈਵ ਦਿੱਲੀ ਤੋਂ ਕਿਸਾਨ ਅੰਦੋਲਨ ਦੀ ਪੂਰੀ ਅਪਡੇਟ, ਸਾਰਾ ਦਿਨ ਉੱਥੇ ਕੀ ਵਾਪਰਿਆ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਸੋ ਅੱਜ ਦੇ ਸਾਰਾ ਪ੍ਰੋਗਰਾਮ ਇਸੇ ਤਰ੍ਹਾਂ ਸਵੀਟ ਮਹਿਲ ਦੇ ਸਹਿਯੋਗ ਦੇ ਨਾਲ ਤੁਹਾਡੇ ਪੇਸ਼ ਕੀਤਾ ਗਿਆ। ਸਵੀਟ ਮਹਿਲ 680 ਰੈਕਸਟਲ ਤੇ ਹੈ, 416 679 9191। ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਟ ਜਸਵੀਰ ਸਿੰਘ ਹੁੰਦਲ 416 502 3100। ਸਟੀਵਨ ਫਰਨੀਚਰ ਸਟੀਵ ਟਾਮ ਦੇ ਬਲਕਰ ਕੋਨੇ ਦੇ 905 790 0560। ਰਾਣੋ ਬੁਟੀਕ ਤੋਂ ਰਾਣੋ ਕੰਗ 647 419 65। ਮੋਰਗੇ ਕਿੰਗ ਤੋਂ ਪਰਮਜੀਤ 416 804 2015। ਬਲਬੀਰ ਕੌਰ ਲੇਲ, ਅਗਰ ਤੁਹਾਡਾ ਭਾਰ ਬਹੁਤ ਵੱਧ ਗਿਆ ਹੈ ਤਾਂ ਨੈਚੁਰਲ ਤਰੀਕੇ ਦੇ ਨਾਲ ਆਪਣਾ ਭਾਰ ਘਟਾ ਸਕਦੇ ਹੋ। ਕਿਸ ਤਰ੍ਹਾਂ? ਕਾਲ ਕਰਨੀ ਪੈਣੀ 416 602 7479। ਗਿਲ ਸਵੀਟ ਐਂਡ ਸਮੋਸਾ ਫੈਕਟਰੀ 2131 ਵਿਲੀਅਮ ਪਾਰਕਵੇ ਤੇ ਹੈ। ਸੋ ਤੁਸੀਂ ਪਹੁੰਚ ਸਕਦੇ ਹੋ ਵਿਲੀਅਮ ਪਾਰਕਵੇ ਅਤੇ 에ਅਰਪੋਰਟ ਤੇ, ਜਿੱਥੇ ਸਾਂਝਾ ਪੰਜਾਬ ਦਾ ਸਟੂਡੀਓ ਹੈ। 905 799 2616। ਮੋਰਗੇ ਕਿੰਗ ਤੋਂ ਪਰਮਜੀਤ 416 804 2015। ਅਬੜ ਕਨੌਜੀ ਦਾਰਾ ਨਾਗਰਾ ਪੀਜ਼ਾ ਡੀਪੂ, ਇਸ ਦੇ ਨਾਲ ਬ੍ਰਾਂਪਟਨ ਡਰਾਈ ਕਲੀਨਿੰਗ, SNK ਕੁਆਲਿਟੀ ਕਿਚਨ ਕੈਬਨਿਟ ਤੋਂ ਕਮਲ ਜੀ, ਇਸ ਦੇ ਨਾਲ ਜੇ ਲਾਈਨ ਟਰਾਂਸਪੋਰਟ 905 893 4000।
ਕਿੰਗ ਟਰੱਕ ਲੋਨ ਲੀਜ਼ਿੰਗ ਤੋਂ ਰਘਵੀਰ ਸਾਈ 647 541 85 ਸਕਾਈ ਇਮੀਗ੍ਰੇਸ਼ਨ ਤੋਂ ਅਮਰਦੀਪ ਤੇ ਰਵੀ ਜੀ 647 297 0968 ਦੇਵ ਸੋਲ ਹੁਣੀ $125 ਮਹੀਨੇ ਦੇ ਲੈ ਕੇ ਤੁਹਾਡੇ ਘਰ 1 ਮਹੀਨੇ ਵਾਸਤੇ ਟਿਫਨ ਡਿਲੀਵਰ ਕਰਦੇ ਨੇ 4167494444 ਸਟਾਰਲਿਨ ਪਿੰਡ ਤੋਂ ਗੋਰਾ ਧਨਵਾਦ ਜੋ ਕਿ ਪੰਜਾਬੀ ਬੋਲਦੇ ਨੇ 416 230 4000 ਨਿਊ ਮਿਨੀ ਟਾਇਰ ਸੈਂਟਰ ਨੇ ਆਪਣੀ 16ਵੀਂ ਲੋਕੇਸ਼ਨ ਖੋਲ੍ਹਤੀ ਹੈ ਬੋਲਟਨ ਚ ਹਾਈਵੇ 50 ਮੇਫੀਲਡ ਦੇ ਬਿਲਕੁਲ ਕੋਲ 905 452 0111 ਤੇ ਰਾਮ ਪਵਾਰ ਹੁਣੀ ਜੋ ਕਿ ਰੀਅਲ ਸਟੇਟ ਦੇ ਵਿੱਚ ਕਾਫੀ ਉਹਨਾਂ ਦਾ ਨਾਮ ਹੈ ਉਹ ਵੀ ਇਸ ਸਾਡੀ ਸੈਗਮੈਂਟ ਨੂੰ ਤੁਹਾਡੇ ਵਾਸਤੇ ਲੈ ਕੇ ਆਏ ਨੇ ਹਾਰਬੀਜ਼ ਆਟੋ 416 802 79 72 ਤੇ ਤੁਸੀਂ ਕਾਲ ਕਰ ਸਕਦੇ ਹੋ ਟੀਮ ਦਸਾਂਝ ਕੋਲੋਂ ਆਪਣੀ ਕੋਈ ਵੀ ਪ੍ਰਾਪਰਟੀ ਤੁਸੀਂ ਵੇਚਣੀ ਹੈ ਖਰੀਦਣੀ ਚਾਹੁੰਦੇ ਹੋ ਤਾਂ ਟੀਮ ਦਸਾਂਝ ਦਾ ਨਾਮ ਹਮੇਸ਼ਾ ਯਾਦ ਰੱਖੋ ਬਿਕਮ ਦਸਾਂਝ ਦਾ ਨੰਬਰ 905 275 7777 ਤੇ ਮੇਰਾ ਨੰਬਰ ਹੈ 416419 7777 ਅੱਜ ਅੰਟਾਰੀਓ ਦੇ ਵਿੱਚ 3128 ਕੇਸ ਜਿਹੜੇ ਉਹ ਨਵੇਂ ਆਏ ਨੇ ਸੋ ਆਪਣਾ ਧਿਆਨ ਰੱਖੋ ਦੂਜਿਆਂ ਦਾ ਧਿਆਨ ਰੱਖੋ ਜਿਸ ਵਿੱਚ ਟੋਰਾਂਟੋ ਦੇ ਵਿੱਚ 778 778 ਅਤੇ ਪੀਲ ਦੇ ਏਰੀਆ ਵਿੱਚ 614614 ਕੇਸ ਨਵੇਂ ਆਏ ਨੇ ਆਪਣਾ ਧਿਆਨ ਰੱਖੋ ਦੂਜਿਆਂ ਦਾ ਧਿਆਨ ਰੱਖੋ ਸਟੇ ਸੇਫ ਕਈ ਵਾਰੀ ਅਸੀਂ ਬਹੁਤ ਜਗ੍ਹਾ ਤੇ ਜਾਂਦੇ ਹਾਂ ਅਸੀਂ ਇਹ ਸੋਚਦੇ ਹਾਂ ਕਿ ਮਾਸਕ ਪਾਉਣ ਦੀ ਕੋਈ ਲੋੜ ਨਹੀਂ ਕੋਈ ਫਰਕ ਨਹੀਂ ਮੇਰੀ ਸਿਹਤ ਠੀਕ ਹੈ ਪਰ ਤੁਹਾਡੀ ਸਿਹਤ ਠੀਕ ਹੈ ਜਿਸ ਦੇ ਕੋਲੋਂ ਤੁਸੀਂ ਲੰਘਣਾ ਉਹਦੀ ਸਿਹਤ ਨਾ ਠੀਕ ਹੋਵੇ ਦੈਨ ਵਾਟ ਗੋਣਾ ਹੈਪਨ ਤੁਹਾਨੂੰ ਸਿੰਪਟਮ ਹੋ ਸਕਦੇ ਨੇ ਬਚਾਅ ਦੇ ਵਿੱਚ ਬਚਾਅ ਹੈ ਆਪਣਾ ਧਿਆਨ ਰੱਖੋ ਦੂਜਿਆਂ ਧਿਆਨ ਰੱਖੋ ਸਟੇ ਸੇਫ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਬਹੁਤ ਦਸਾਂਝ ਨੂੰ ਇੱਥੇ ਦਿਓ ਇਜਾਜ਼ਤ ਪ੍ਰਮਾਤਮਾ ਨੇ ਚਾਹਿਆ ਤਾਂ ਕੱਲ੍ਹ ਨੂੰ ਫਿਰ ਮਿਲਾਂਗੇ ਤਦ ਤੱਕ ਤੁਹਾਡਾ ਸਾਡਾ ਰੱਬ ਰੱਖਾ ਖੁਸ਼ ਰਿਹਾ ਕਰੋ ਦੂਸਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕੋਸ਼ਿਸ਼ ਜ਼ਰੂਰ ਕਰਿਆ ਕਰੋ ਪਰ ਕੰਮ ਹੀ ਬੜਾ ਔਖਾ ਸਤਿ ਸ਼੍ਰੀ ਅਕਾਲ ਜੀ